हालेलुया हालेलुया। प्रभु तो साहब ने बहुत बरकत देवे और किन्ने खुश है आज प्रभु दी हजूरी दे विच आके। आमीन हालेलुया हालेलुया। बहुत ਵਧੀਆ ਲੱਗ ਰਿਹਾ ਸੀਗਾ ਜਦੋਂ ਭਾਈ ਇਸ ਜਗ੍ਹਾ ਤੋਂ ਗੱਲਾਂ ਕਰ ਰਿਹਾ ਸੀਗਾ। ਮੇਘਰਾਜ ਨੇ ਬਹੁਤ ਵਧੀਆ ਗੱਲਾਂ ਰੱਖੀਆਂ। ਇਸ ਜਵਾਨੀ ਦੇ ਵਿੱਚ ਬਹੁਤ ਮਿਹਨਤ ਕਰਦੇ ਰਹੇ ਹਾਂ ਹੈਨਾ ਔਰ ਬਹੁਤ ਵਧੀਆ ਪ੍ਰਭੂ ਕੰਮ ਕਰਦਾ ਰਿਹਾ। ਵਧੀਆ ਗੱਲ ਹੈ ਪ੍ਰਭੂ ਕੰਮ ਕਰਦਾ ਹੈ। ਹਾਲੇਲੂਇਆ ਹਾਲੇਲੂਇਆ। ਰਾਓ ਅਗਰ ਤੁਸੀਂ ਪ੍ਰਭੂ ਦੇ ਵਚਨ ਦੀ ਇੱਜ਼ਤ ਲਈ ਖੜੇ ਹੋਣਾ ਚਾਹੁੰਦੇ ਹੋ ਤੁਸੀਂ ਹੋ ਸਕਦੇ ਹੋ। ਮੈਂ ਚਾਹੁੰਦਾ ਹਾਂ ਕਿ ਆਪਾਂ ਵਚਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕੋਰਸ ਗਾਉਂਦੇ ਹਾਂ ਜਿਹਦੇ ਵਿੱਚ ਅਗਰ ਕੋਈ ਪ੍ਰਭੂ ਦੀ ਸੇਵਕਾਈ ਦੇ ਲਈ ਦਾਨ ਲੈ ਕੇ ਆਇਆ ਹੈ ਉਹ ਦਾਨ ਪਾ ਸਕਦਾ ਆ। ਇਹ ਸਭ ਮਿਲ ਕੇ ਗਾਉਂਦੇ ਹਾਂ। ਮੇਰੀਆਂ ਕਮਜ਼ੋਰੀਆਂ ਤੂੰ ਦੂਰ ਕਰ ਦੇ ਹਿਰਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਦੇ। ਮੇਰੀਆਂ ਕਮਜ਼ੋਰੀਆਂ ਤੂੰ ਦੂਰ ਕਰ ਦੇ ਹਿਰਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਦੇ। ਸਮੇਂ ਦਾ ਹਿਰਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਦੇ। ਕਰਦਾ ਧੰਨਵਾਦ ਮੈਂ ਤੇਰਾ ਦਿੱਤੇ ਛੁਟਕਾਰੇ ਲਈ। ਕਰਦਾ ਧੰਨਵਾਦ ਮੈਂ ਤੇਰਾ ਭੇਜੇ ਲਲਕਾਰੇ ਲਈ। ਹੋਵੇ ਸਦਾ ਤੇਰੀ ਮਹਿਮਾ ਭੇਜੇ ਲਲਕਾਰੇ ਲਈ। ਹੋਵੇ ਪ੍ਰਭੂ ਤੇਰੀ ਮਹਿਮਾ ਭੇਜੇ ਲਲਕਾਰੇ ਲਈ। ਜੋ ਸੀ ਜਗਤ ਤੋਂ ਪਹਿਲਾਂ ਮਨ ਚ ਤੇਰੇ ਜੋ ਸੀ ਜਗਤ ਤੋਂ ਪਹਿਲਾਂ ਮਨ ਚ ਤੇਰੇ ਹਿਰਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਦੇ। ਸਮੇਂ ਦਾ ਹਿਰਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਦੇ। ਆਪਣੀ ਲਾੜੀ ਦੇ ਲਈ ਇਸ ਯੁੱਗ ਵਿੱਚ ਆਇਆ ਤੂੰ। ਆਪਣੀ ਲਾੜੀ ਦੇ ਲਈ ਇਸ ਯੁੱਗ ਵਿੱਚ ਆਇਆ ਤੂੰ। ਉਸ ਨੂੰ ਹੈ ਕੋਲ ਬੁਲਾਇਆ ਜਿਸ ਨੂੰ ਠਹਿਰਾਇਆ ਤੂੰ। ਸਭ ਮਿਲ ਕੇ ਗਾਈਏ। ਉਸ ਨੂੰ ਹੈ ਕੋਲ ਬੁਲਾਇਆ ਜਿਸ ਨੂੰ ਠਹਿਰਾਇਆ ਤੂੰ। ਜੋ ਸੀ ਜਗਤ ਤੋਂ ਪਹਿਲਾਂ ਮਨ ਚ ਤੇਰੇ ਜੋ ਸੀ ਜਗਤ ਤੋਂ ਪਹਿਲਾਂ ਮਨ ਚ ਤੇਰੇ ਹਿਰਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਦੇ। ਸਮੇਂ ਦਾ ਹਿਰਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਦੇ। ਹਾਲੇਲੂਇਆ ਹਾਲੇਲੂਇਆ। ਰਾਓ ਅਸੀਂ ਜਦ ਤੱਕ ਅਸੀਂ ਵਚਨ ਨਹੀਂ ਪੜ੍ਹ ਲੈਂਦੇ ਅਸੀਂ ਉਨੀ ਦੇਰ ਖੜੇ ਰਹਿੰਦੇ ਹਾਂ। ਔਰ ਅੱਜ ਦਾ ਵਿਸ਼ਾ ਅਸੀਂ ਲੈਣਾ ਹੈ ਮਤੀ ਦੀ ਅੰਜੀਲ ਉਹਦਾ 15 ਅਧਿਆਏ। ਦੋਵੇਂ ਤਾਂ ਪੜ੍ਹਨੀਆਂ ਹਨ ਅਸੀਂ। ਹਾਲੇਲੂਇਆ ਹਾਲੇਲੂਇਆ। ਮਤੀ ਦੀ ਅੰਜੀਲ 15 ਅਧਿਆਏ ਉਹਦੀ 13 ਆਇਤ ਨੂੰ। ਇੱਥੇ ਲਿਖਿਆ ਹੈ ਉਸਨੇ ਉੱਤਰ ਦਿੱਤਾ ਕਿ ਹਰੇਕ ਬੂਟਾ ਹਰੇਕ ਬ੍ਰਿਕਸ਼ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁੱਟਿਆ ਜਾਵੇਗਾ। ਪਿੱਛੇ ਤੱਕ ਸਭ ਨੂੰ ਆਵਾਜ਼ ਆ ਰਹੀ?
ਰਾਓ ਅਸੀਂ ਇੱਕ ਹੋਰ ਐਤ ਪੜ੍ਹਦੇ ਮਤੀ ਦੀ ਇੰਜੀਲ 3 ਅਧਿਆਏ ਉਹਦੀ 10 ਐਤ ਨੂੰ। ਅਤੇ ਬ੍ਰਿਸ਼ਾਂ ਦੀ ਜੜ ਉੱਤੇ ਹੁਣ ਕੁਹਾੜਾ ਰੱਖਿਆ ਹੋਇਆ ਹੈ, ਸੋ ਹਰੇਕ ਬ੍ਰਿਸ਼ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਆਓ ਸਭ ਸਿਰਾਂ ਝੁਕਾਉਂਦੇ ਹਾਂ, ਅੱਖਾਂ ਬੰਦ ਕਰ ਲੈਂਦੇ ਹਾਂ। ਸਵਰਗੀ ਪਿਤਾ ਯਿਸੂ ਨਾਸਰੀ, ਇੱਕ ਵਾਰ ਫੇਰ ਅਸੀਂ ਤੇਰੇ ਸਾਹਮਣੇ ਆਉਂਦੇ ਹਾਂ ਇਸ ਗੱਲ ਦੇ ਲਈ ਕਿ ਪ੍ਰਭੂ ਤੈਨੂੰ ਆਪਣੇ ਬੱਚਿਆਂ ਦੇ ਨਾਲ ਬੋਲਣਾ ਕਿੰਨਾ ਪਸੰਦ ਹੈ, ਔਰ ਇਸੇ ਗੱਲ ਦਾ ਸਬੂਤ ਦੇਣ ਦੇ ਲਈ ਤੂੰ ਸ਼ਾਮਾਂ ਦੇ ਵੇਲੇ ਉਸ ਅਦਨ ਦੇ ਬਾਗ 'ਚ ਆਉਂਦਾ ਸੀ ਔਰ ਆਪਣੇ ਬੱਚਿਆਂ ਦੇ ਨਾਲ ਇੱਕ ਬਾਪ ਦੀ ਤਰ੍ਹਾਂ ਗੱਲਾਂ ਕਰਦਾ ਰਿਹਾ ਪ੍ਰਭੂ। ਪਰ ਇੱਕ ਵਾਰ ਫੇਰ ਪ੍ਰਭੂ ਜਦ ਇਸ ਜਗ੍ਹਾ ਤੇ ਤੇਰੇ ਬੱਚੇ ਤੈਨੂੰ ਸੁਣਨ ਦੇ ਲਈ ਤਿਆਰ ਹਨ ਪ੍ਰਭੂ, ਔਰ ਸਦਾ ਹੀ ਤੂੰ ਇਸ ਗੱਲ ਨੂੰ ਪਸੰਦ ਕਰਦਾ ਹੈ ਕਿ ਜਦੋਂ ਕੋਈ ਤੈਨੂੰ ਸੁਣਨਾ ਚਾਹੁੰਦਾ ਹੈ ਪ੍ਰਭੂ। ਪਰ ਮੇਰੀ ਬੇਨਤੀ ਪ੍ਰਭੂ ਤੂੰ ਆ ਕੇ ਸਾਡੇ ਸਭਨਾਂ ਦੇ ਨਾਲ ਬੋਲ ਪ੍ਰਭੂ, ਔਰ ਸਾਡੇ ਅੰਦਰੋਂ ਹਰੇਕ ਤਰੁੱਟੀ ਨੂੰ, ਹਰੇਕ ਉਹ ਬੁਰੀ ਵੇਲ ਨੂੰ ਪ੍ਰਭੂ, ਹਰੇਕ ਬੁਰੇ ਆਤਮਾ ਨੂੰ ਪ੍ਰਭੂ ਤੇਰਾ ਵਚਨ ਅੱਜ ਆਪਣੇ ਤੇਜ ਉਸ ਕੁਹਾੜੇ ਦੇ ਨਾਲ ਕੱਟ ਦੇਵੇ ਪ੍ਰਭੂ। ਔਰ ਹੁੰਦੇ ਕਿ ਅਸੀਂ ਬਿਲਕੁਲ ਨਿਰਮਲ ਔਰ ਪਾਕ ਵਾਰੀ ਦੀ ਤਰ੍ਹਾਂ ਤੇਰੇ ਸਾਹਮਣੇ ਖੜੇ ਹੋ ਸਕੇ ਪ੍ਰਭੂ। ਅੱਜ ਸਾਨੂੰ ਲੋੜ ਹੈ ਪ੍ਰਭੂ ਕਿ ਸਾਡੇ ਅੰਦਰ ਕੁਝ ਏਦਾਂ ਦੀਆਂ ਆਦਤਾਂ ਹਨ, ਏਦਾਂ ਦੇ ਬੁਰੇ ਵਿਚਾਰ ਹਨ ਪ੍ਰਭੂ, ਸਾਨੂੰ ਪਤਾ ਹੈ ਕਿ ਇਹ ਚੀਜ਼ਾਂ ਸਾਨੂੰ ਸਵਰਗ 'ਚ ਨਹੀਂ ਲੈ ਕੇ ਜਾ ਸਕਦੀਆਂ। ਪਰ ਅਗਰ ਕੋਈ ਪ੍ਰਭੂ ਭੈਣ ਭਰਾ ਜਗ੍ਹਾ ਤੇ ਸੱਚਮੁੱਚ ਆਪਣੇ ਉਹਨਾਂ ਬੁਰੇ ਵਿਚਾਰਾਂ ਨੂੰ ਛੱਡਣ ਦੇ ਲਈ ਆਇਆ ਹੈ ਪ੍ਰਭੂ, ਤਾਂ ਹੁੰਦੇ ਕਿ ਤੇਰਾ ਵਚਨ ਹੁੰਦਾ ਅੱਛੇ ਤਰੀਕੇ ਦੇ ਨਾਲ ਸੁਧਾਰ ਕਰ ਦੇਵੇ। ਕੋਈ ਬੰਦਾ ਕਿਸੇ ਦਾ ਸੁਧਾਰ ਨਹੀਂ ਕਰ ਸਕਦਾ। ਤੇਰਾ ਵਚਨ ਬਿਆਨ ਕਰਦਾ ਹੈ ਕਿ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਔਰ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ, ਜੋ ਚਾਹੋ ਜੋ ਮੰਗੋ ਉਹ ਤੁਹਾਡੇ ਲਈ ਹੋ ਜਾਏਗਾ। ਮਿਹਰਬਾਨ ਪ੍ਰਭੂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਨਿਸ਼ਾਨੇ ਤੱਕ ਪਹੁੰਚ ਜਾਈਏ ਪ੍ਰਭੂ। ਤੂੰ ਇਸ ਕੰਮ ਦੇ ਲਈ ਸਾਡੀ ਮਦਦ ਕਰ ਪਲੀਜ਼ ਖੁਦਾਇਆ, ਤੂੰ ਸਾਡੇ ਜੀਵਨਾਂ ਦੇ ਉੱਤੇ ਦਇਆ ਕਰ। ਇਸ ਦੁਆ ਨੂੰ ਸੁਣਨਾ ਕਬੂਲ ਕਰਨਾ ਦੁਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ, ਹਾਲੇਲੂਇਆ। ਕਿੰਨੇ ਜਾਗ ਰਹੇ? ਆਮੀਨ। ਅਸੀਂ ਆਦਰ ਸਾਹਿਬ ਬੈਠ ਸਕਦੇ ਹਾਂ। ਥੋੜਾ ਭਾਈਓ ਭੈਣੋ ਥੋੜਾ ਅੱਗੇ ਅੱਗੇ ਆ ਜਾਓ ਜਿੰਨਾ ਹੋ ਸਕੇ। ਭਾਈ ਆ ਜਾਓ, ਤੁਸੀਂ ਅੰਦਰ ਆ ਜਾਓ ਭਾਵੇਂ। ਭਾਈ ਸਾਖ ਤੂੰ ਵੀ ਅੰਦਰ ਆਇਆ। ਹੋਰ ਵੀ ਕੋਈ ਭਾਈ ਹੈਗਾ ਤੇ ਉਹ ਵੀ ਆ ਜਾਓ ਅੰਦਰ। ਥੋੜੀ ਦੇਰ ਦੇ ਲਈ ਆਪਾਂ ਹੈ ਥੋੜਾ ਉਹਨੇ ਜੇ ਗਰਮੀ ਲੱਗਦੀ ਤਾਂ ਲੱਗਣ ਦਈਏ, ਹੈਨਾ? ਹਾਂ, ਜਿੰਨੇ ਨਾ ਵੀ ਹੁਣ ਉਹਦੀ ਆਵਾਜ਼ ਨੂੰ ਸੁਣਨ ਦਾ ਸਮਾਂ ਆ। ਸੱਚ, ਆਮੀਨ ਹੈ। ਔਰ ਅਸਲ ਦੇ ਵਿੱਚ ਸਾਡੇ ਆਉਣ ਦਾ ਜਿਹੜਾ ਮਕਸਦ ਆ ਇਹੀ ਆ ਕਿ ਉਹਦੀ ਆਵਾਜ਼ ਨੂੰ ਸੁਣਿਆ ਜਾਏ, ਆਮੀਨ। ਉਹਨੂੰ ਉਸੇ ਤਰੀਕੇ ਦਾ ਆਦਰ ਦਿੱਤਾ ਜਾਏ ਜਿੱਦਾਂ ਦਾ ਉਹ ਆਦਰ ਚਾਹੁੰਦਾ ਹੈ। ਸੱਚ, ਆਮੀਨ। ਹਾਲੇਲੂਇਆ, ਹਾਲੇਲੂਇਆ। ਕਿੰਨੇ ਉਹਦੀ ਆਵਾਜ਼ ਨੂੰ ਸੁਣਨ ਦੇ ਲਈ ਆਏ? ਆਮੀਨ। ਹਾਲੇਲੂਇਆ, ਹਾਲੇਲੂਇਆ। ਔਰ ਮੈਂ ਦੱਸਣਾ ਚਾਹੁੰਦਾ ਵਚਨ ਸ਼ੁਰੂ ਕਰਨ ਤੋਂ ਪਹਿਲਾਂ ਕਿ ਅਸੀਂ 1-2 ਦਿਨ ਹੋਏ ਅਸੀਂ ਲੁਧਿਆਣੇ ਗਏ, ਔਰ ਲੁਧਿਆਣੇ ਜਗ੍ਹਾ ਤੇ ਭ੍ਰਿਸ਼ਟ ਆਤਮੇ ਦੇ ਲਈ ਬੁਲਾ ਰਹੇ ਸੀ ਕਿ ਕਿਸੇ ਪਰਿਵਾਰ ਨੂੰ ਕੋਈ ਭ੍ਰਿਸ਼ਟ ਆਤਮਾ ਬਹੁਤ ਪਰੇਸ਼ਾਨ ਕਰ ਰਿਹਾ ਸੀਗਾ, ਤੇ ਉਹ ਅਰਜੈਂਟ ਹੀ ਬੁਲਾ ਲਿਆ ਉਹਨਾਂ ਨੇ। ਔਰ ਮੈਂ ਵੀ ਕਿਹਾ ਚਲੋ ਕੋਈ ਨਹੀਂ, ਆਵਾਂਗੇ, ਜੇ ਪ੍ਰਭੂ ਦੀ ਮਰਜ਼ੀ ਹੋਈ ਤੇ ਤੁਹਾਡੇ ਕੋਲ ਪਹੁੰਚਾਂਗੇ। ਪਰ ਸੱਚ ਜਾਣਿਓ ਕਿ ਮੇਰੇ ਕੋਲ ਉੱਥੇ ਪਹੁੰਚਣ ਦੇ ਲਈ ਕੋਈ ਪ੍ਰਾਪਤ ਬੈਲੈਂਸ ਨਹੀਂ ਸੀਗਾ, ਤੇ ਮੈਂ ਇੱਦਾਂ ਘਰੇ ਗੱਲ ਕੀਤੀ, ਮੈਂ ਕਿਹਾ ਵੀ ਮਿਸ ਕਰਨਾ ਪੈਣਾ, ਵੀ ਆਪਣੇ ਕੋਲ ਜਾ ਨਹੀਂ ਹੋਣਾ। ਫਿਰ ਇੱਦਾਂ ਪ੍ਰਭੂ ਨੇ ਮਨ 'ਚ ਪਾਇਆ ਕਿ ਭਾਈਆਂ ਨੂੰ ਦੱਸਿਆ ਜਾਏ, ਕਲੀਸਿਆ ਦੇ ਭਾਈਆਂ ਨੂੰ ਜਦੋਂ ਦਾ ਜਾਣਾ ਆ ਤੇ ਜ਼ਰੂਰ ਆ, ਤੇ ਕੋਈ ਥੋੜਾ ਬਹੁਤਾ ਕਰੋ ਅਰੇਂਜ। ਸਭ ਨੇ ਅਰੇਂਜ ਕੀਤਾ। ਮੈਂ ਘਰੋਂ ਤੁਰਨ ਲੱਗਿਆ, ਮੈਂ ਪ੍ਰਭੂ ਨੂੰ ਕਿਹਾ, ਮੈਂ ਕਿਹਾ ਵੀ ਪ੍ਰਭੂ ਤੂੰ ਜਾਣਦਾ ਆ ਕਿ ਭਾਈਆਂ ਨੇ ਕਿੰਨੇ ਵਿਸ਼ਵਾਸ ਦੇ ਨਾਲ, ਕਿੰਨੇ ਨਿਸ਼ਚਾ ਦੇ ਨਾਲ ਸੇਵਕਾਈ 'ਚ ਪੈਸਾ ਲਾਇਆ ਆ, ਔਰ ਹੁਣ ਦੇ ਕਿ ਉਸ ਜਗ੍ਹਾ ਤੇ ਤੇਰੀ ਮਰਜ਼ੀ ਪੂਰੀ ਹੋਵੇ, ਔਰ ਤੂੰ ਇਹਨਾਂ ਦੇ ਬਦਲੇ ਵੀ ਉਸ ਜਗ੍ਹਾ ਤੇ ਕੋਈ ਕੰਮ ਹੋਣਾ ਚਾਹੀਦਾ ਹੈ। ਔਰ ਸੱਚਮੁੱਚ ਇੱਦਾਂ ਦਾ ਕੰਮ ਹੋਇਆ ਕਿ ਉੱਥੇ 2-3 ਪਰਿਵਾਰ ਨਵੇਂ ਜੁੜੇ, ਨਵੇਂ ਪਰਿਵਾਰ ਸੀਗੇ, ਔਰ ਉਹ ਪ੍ਰਭੂ ਦੇ ਵਿਸ਼ਵਾਸ 'ਚ ਖੜ ਗਏ। ਕਦੀ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਬਾਰੇ ਸੁਣਿਆ ਤੱਕ ਨਹੀਂਗਾ,
ਉਹ ਜਿਨ੍ਹਾਂ ਨੇ ਬੁਲਾਇਆ ਸੀਗਾ ਉਹਨਾਂ ਦੇ ਆਂਢ ਗੁਆਂਢ ਰਹਿੰਦੇ ਸੀ ਕਿਸੇ ਪਾਸੇ, ਔਰ 4 ਭੈਣ ਭਰਾਵਾਂ ਨੇ ਤੌਬਾ ਕੀਤੀ, 2 ਜਣਿਆਂ ਨੇ ਬਪਤਿਸਮਾ ਲਿਆ। ਹਾਲੇਲੂਇਆ। ਔਰ ਮੈਂ ਜਦੋਂ ਉਧਰੋਂ ਵਾਪਸੀ ਆ ਰਿਹਾ ਸੀ ਤੇ ਮੈਂ ਪ੍ਰਭੂ ਦਾ ਧੰਨਵਾਦ ਕੀਤਾ ਕਿ ਪ੍ਰਭੂ ਵੀ ਬਹੁਤ ਵਧੀਆ ਰਿਹਾ। ਔਰ ਇੱਥੋਂ ਤੱਕ ਕਿ ਆਪਣੇ ਚਰਚ ਦਾ ਹੀ ਇੱਕ ਭਾਈ ਹੈ ਬਾਊ ਵਿਜੇ, ਔਰ ਉਹਨੂੰ ਤਕਰੀਬਨ ਜਦੋਂ ਦੇ ਡੈਡੀ ਦੀ ਸੇਵਕਾਈ ਕਰਦੇ ਔਰ ਉਹਨਾਂ ਨੂੰ ਦੇਖਦੇ ਆ ਰਹੇ ਆ ਕਿ 25-30 ਸਾਲ ਹੋ ਗਏ ਉਹ ਸੰਗਤੀਆਂ ਚਲਾਉਂਦੇ ਡੈਡੀ ਦੇ ਨਾਲ, ਇੱਦਾਂ ਉਹ ਰਹਿੰਦੇ ਰਹੇ। ਔਰ ਅੱਜ ਉਹ ਇੱਦਾਂ ਹੋਰ ਡਿਨੋਮੀਨੇਸ਼ਨ ਦੇ ਵਿੱਚ ਜਾ ਕੇ ਸੰਗਤੀਆਂ ਕਰਨ ਡਿਆ। ਔਰ ਜਿਹੜਾ ਇੱਦਾਂ ਨੱਚਣ ਟੱਪਣ ਵਾਲਾ ਆਤਮਾ ਆ, ਉਛਲਣ ਵਾਲਾ ਆਤਮਾ ਆ, ਇੱਦਾਂ ਨੂੰ ਪਵਿੱਤਰ ਆਤਮਾ ਪਾਈ ਫਿਰਦੇ। ਔਰ ਪ੍ਰਭੂ ਦੀ ਕਿਰਪਾ ਦੇ ਨਾਲ ਅਸੀਂ ਉਸ ਜਗ੍ਹਾ ਤੇ ਅਸਲ ਮੈਂ ਕਿਹਾ ਵੀ ਅੱਜ ਐਂਡ ਕਰਕੇ ਆਉਣਾ ਹੈ ਵੀ ਜਾਂ ਤਾਂ ਅੱਜ ਤੋਂ ਬਾਅਦ ਸੱਦਣਗੇ ਨਹੀਂ ਤੇ ਜਾਂ ਵਾਰ-ਵਾਰ ਸੱਦਣਗੇ। ਮੈਂ ਕਿਹਾ ਵੀ ਬਹੁਤ ਕੋਈ ਤਜਰਬੇ ਦੀ ਕਹੀਏ ਤੇ ਤਜਰਬੇ ਦੀ ਕਮੀ ਨਹੀਂ, 20-25 ਸਾਲਾਂ ਦਾ ਮੈਸੇਜ ਚੱਲਣ ਦਾ ਤਜਰਬਾ ਹੈ ਕਿਸੇ ਦਾ, ਔਰ ਉਹ ਅੱਜ ਡਿਨੋਮੀਨੇਸ਼ਨ 'ਚ ਜਾ ਰਿਹਾ ਤੇ ਕੀ ਉਹਦੇ ਤੋਂ ਐਕਸੈਪਟ ਕਰਾਂਗੇ ਅਸੀਂ, ਕੀ ਉਹਦੇ ਤੋਂ ਅਸੀਂ ਸੋਚਾਂਗੇ ਵੀ ਇਹ ਕੀ ਸਾਡੇ ਲਈ ਮਤਲਬ ਕਿ ਬਿਹਤਰੀ ਤਰੱਕੀ ਦਾ ਕਾਰਨ ਬਣ ਸਕਦਾ ਹੈ। ਹਾਲੇਲੂਇਆ। ਹਾਂ ਆ ਪਰਦੇ ਖੋਲ ਦੋਨੋਂ ਵਧੀਆ ਹੋ ਗਿਆ ਹੈ ਨਾ ਮੌਸਮ। ਦੇਖੋ ਯਹੋਵਾ ਯਿਰੇ। ਹਾਲੇਲੂਇਆ। ਪਰ ਮੈਂ ਕਿਹਾ ਵੀ ਲਾਸਟ ਕਰਕੇ ਆਣਾ, ਔਰ ਮੈਂ ਇਦਾਂ ਅਸੀਂ ਛੋਟਾ ਜਿਹਾ ਵਿਸ਼ਾ ਸ਼ੁਰੂ ਕੀਤਾ ਵੀ ਅਸੀਂ ਇੱਕ ਇਦਾਂ ਦੇ ਯਿਸੂ ਮਸੀਹ ਦੀ ਭਗਤੀ ਕਰਦੇ ਹਾਂ ਜਿਹੜਾ ਜਿੰਦਾ ਆ। ਅਸੀਂ ਉਦਾਂ ਦੇ ਯਿਸੂ ਮਸੀਹ ਦੀ ਭਗਤੀ ਨਹੀਂ ਕਰਦੇ ਜਿਹੜਾ ਮਰ ਗਿਆ ਆ। ਅਸੀਂ ਮਰੇ ਯਿਸੂ ਮਸੀਹ ਦੀ ਭਗਤੀ ਨਹੀਂ ਕਰਦੇ, ਅਸੀਂ ਜਿੰਦਾ ਦੀ ਕਰਦੇ ਆ। ਹਾਲੇਲੂਇਆ। ਔਰ ਭਾਈ ਬ੍ਰੈਨਮ ਨੂੰ ਕਿਸੇ ਨੇ ਕਿਹਾ ਕਿ ਤੂੰ ਕਹਿੰਦਾ ਆ ਕਿ ਉਹ ਜਿੰਦਾ ਆ, ਸਾਨੂੰ ਦਿਖਾ ਕਿੱਥੇ ਜਿੰਦਾ ਆ। ਜਿੱਦਾਂ ਭਾਈ ਜਿੰਦਾ ਆ ਤੇ ਦੇ ਸਕਦਾ ਆ, ਤੂੰ ਜਿੰਦਾ ਆ ਤੇ ਉਹ ਦੇ ਸਕਦਾ ਆ, ਤੁਸੀਂ ਜਿੰਦਾ ਤੁਸੀਂ ਦੇ ਸਕਦੇ ਹੋ। ਉਹ ਕਹਿੰਦੇ ਯਿਸੂ ਦਿਖਾ ਕਿੱਥੇ ਜਿੰਦਾ ਆ। ਭਾਈ ਬ੍ਰੈਨਮ ਕਹਿੰਦਾ ਮੇਰੇ ਅੰਦਰ ਜਿਉਂਦਾ ਆ। ਹਾਲੇਲੂਇਆ। ਔਰ ਅਗਰ ਉਹ ਸਾਡੇ ਅੰਦਰ ਜਿਉਂਦਾ ਆ ਤੇ ਫਿਰ ਉਹਦੇ ਵਰਗੇ ਕੰਮ ਪ੍ਰਗਟ ਹੋਣੇ ਆ। ਉਹ ਸਾਨੂੰ ਸਮਝ ਦੇਗਾ ਕਿ ਅਸਲੀ ਵਚਨ ਦੀ ਖਰਿਆਈ ਕੀ ਆ, ਅਸਲੀ ਵਚਨ ਦੀ ਸਿੱਖਿਆ ਕੀ ਆ। ਹਾਲੇਲੂਇਆ। ਉਹ ਏਦਾਂ ਦਾ ਪਵਿੱਤਰ ਆਤਮਾ ਸਾਨੂੰ ਕਦੇ ਪ੍ਰਾਪਤ ਨਹੀਂ ਹੋਣ ਦੇਗਾ ਜਿਹੜਾ ਪਵਿੱਤਰ ਆਤਮਾ ਉਹਦਾ ਹੈ ਹੀ ਨਹੀਂ ਆ, ਕਿਉਂਕਿ ਉਹਦਾ ਪਵਿੱਤਰ ਆਤਮਾ ਆ ਉਹਦਾ ਜੀਵਨ। ਹਾਲੇਲੂਇਆ। ਔਰ ਇਹਦੇ ਦਰਮਿਆਨ ਅਸੀਂ ਕੁਝ ਏਦਾਂ ਦੀਆਂ ਸੱਚੇ ਬਪਤਿਸਮੇ ਤੇ ਗੱਲਾਂ ਰੱਖੀਆਂ, ਸੱਚੇ ਵਿਸ਼ਵਾਸ ਤੇ ਗੱਲਾਂ ਰੱਖੀਆਂ, ਔਰ ਬਾਈਬਲ ਨੂੰ ਕਈ ਏਦਾਂ ਬੜਾ ਐਂ ਲਪੇਟ ਲਪੂਟ ਕੇ ਤੇ ਆਦੇ ਘਰਾਂ 'ਚ ਹੀ। ਔਰ ਪਤਾ ਕੀ ਹੋਇਆ, ਉਹ ਜਿਹਦੇ ਵਿੱਚ ਭ੍ਰਿਸ਼ਟ ਆਤਮਾ ਆਇਆ ਨਾ ਉਹਦੇ ਮੱਥੇ ਤੇ ਬਾਈਬਲ ਲਾ ਲਈ ਹੈ। ਫਿਰ ਇਹ ਸਾਡੇ ਘਰੇ ਪਿਆ ਸੀ ਪਾਕ ਪਾਣੀ, ਸਾਡੇ ਘਰੇ ਪਿਆ। ਗੱਲਾਂ ਸੁਣੋ ਭਾਈਓ, ਧਿਆਨ ਦਿਓ ਸਰ। ਹਾਲੇਲੂਇਆ। ਇਹ ਤੂੰ ਬਲਬ ਛੱਡ ਦੋ, ਆ ਬਲਬ ਛੱਡ ਦੋਗੇ ਨਾ ਠੀਕ ਹੋ ਜਾਣਾ। ਹਾਲੇਲੂਇਆ। ਕਿੰਨੇ ਖੁਸ਼ ਹੋ। ਹਾਲੇਲੂਇਆ। ਆਪਾਂ ਵਚਨ ਨਾਲ ਸ਼ੁਰੂ ਕਰਨਾ ਆ, ਥੋੜਾ ਧਿਆਨ ਦਿਓ ਹੈ। ਹਾਂ ਪੂਜਾ ਤੂੰ ਵੀ ਧਿਆਨ ਦੇ, ਸਾਰੇ ਧਿਆਨ ਦਿਓ ਹੈ। ਹਾਲੇਲੂਇਆ। ਔਰ ਕਹਿੰਦੇ ਜਿਹਦੇ ਚ ਆਇਆ ਸੀ ਨਾ ਭ੍ਰਿਸ਼ਟ ਆਤਮਾ, ਉਹਦੇ ਇਹ ਮੱਥੇ ਤੇ ਅਸੀਂ ਬਾਈਬਲ ਲਾਉਂਦੇ ਰਹੇ, ਔਰ ਫੇਰ ਵੀ ਨਾ ਉਹ ਗਿਆ ਹੀ ਨਹੀਂ। ਮੈਂ ਕਿਹਾ ਜਾਣਾ ਹੀ ਨਹੀਂ ਸੀਗਾ। ਫਿਰ ਇਹ ਸਾਡੇ ਘਰੇ ਪਿਆ ਸੀਗਾ ਪਾਕ ਪਾਣੀ, ਉਹਦੇ ਅਸੀਂ ਛੱਟੇ ਮਾਰੇ ਤਾਂ ਵੀ ਕੁਝ ਨਹੀਂ ਹੋਇਆ। ਮੈਂ ਕਿਹਾ ਹੋਣਾ ਹੀ ਨਹੀਂ ਸੀਗਾ। ਮੈਂ ਕਿਹਾ ਬੱਚੇ ਨੂੰ ਫੜਾਓ ਹਾਂ ਬਾਈਬਲ, ਮੈਂ ਕਿਹਾ ਪਾੜ ਦੇਗਾ ਇਹ। ਮੈਂ ਕਿਹਾ ਜਿਸ ਪ੍ਰਿੰਟਿੰਗ ਪ੍ਰੈਸ ਤੇ ਛਪਦਾ ਹੈ ਉਹ ਇਹਨੂੰ ਪੈਰਾਂ 'ਚ ਰੋਲਦੇ ਆ। ਮੈਂ ਕਿਹਾ ਸਾਡੇ ਲਈ ਕੀ, ਇਹ ਤਾਂ ਮੂਰਤੀ ਪੂਜਾ ਹੈ। ਫਿਰ ਮੈਂ ਕਿਹਾ ਅਸਲ 'ਚ ਗੱਲ ਇਹ ਆ ਕਿ ਉਹ ਸਾਡੇ ਅੰਦਰ ਅਗਰ ਆ ਗਿਆ, ਇਹ ਵਚਨ ਅਗਰ ਸਾਡੇ ਅੰਦਰ ਆ ਜਾਂਦਾ ਹੈ ਤੇ ਜਿਉਂਦਾ ਹੋ ਜਾਂਦਾ ਹੈ। ਫਿਰ ਅਸੀਂ ਜੋ ਬੋਲਦੇ ਉਹ ਚੀਜ਼ਾਂ ਹੋਣ ਚਾਹੀਦੀਆਂ। ਫਿਰ ਉਹਦਾ ਪਵਿੱਤਰ ਆਤਮਾ ਉਹਦਾ ਵਚਨ ਸਾਡੇ ਵਿੱਚ ਆ ਕੇ ਕੰਮ ਕਰਦਾ ਹੈ। ਹਾਲੇਲੂਇਆ। ਔਰ ਪ੍ਰਭੂ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ। ਔਰ ਜਦੋਂ ਮੈਂ ਇੱਧਰ ਲੁਧਿਆਣੇ 'ਚ ਅਸੀਂ ਬਾਹਰ ਨਿਕਲੇ, ਔਰ ਮੈਂ ਮੋਟਰਸਾਈਕਲ ਜਾਂਦਾ ਹੀ ਰੱਬ ਦੇ ਅੱਗੇ ਪ੍ਰਾਰਥਨਾ ਕਰਾਂ, ਪ੍ਰਭੂ ਬਹੁਤ ਮਜ਼ੇਦਾਰ ਸੀਗਾ। ਔਰ ਕੋਈ ਥਕਾਵਟ ਨਹੀਂ, ਕੋਈ ਕੁਛ ਨਹੀਂ। ਔਰ ਪ੍ਰਭੂ ਦੇ ਇਸ ਲਈ ਮੈਂ ਧੰਨਵਾਦ ਕਰਦਾ ਸੀਗਾ ਕਿ ਪ੍ਰਭੂ ਤੇਰਾ ਧੰਨਵਾਦ ਆ ਕਿ ਤੂੰ ਸਾਨੂੰ ਜਵਾਨੀ ਦੇ ਵਿੱਚ ਕੰਮ ਕਰਨ ਦੇ ਲਈ ਖੜਿਆ ਕੀਤਾ ਆ, ਕਿ ਅਸੀਂ ਇਹਦੇ ਦੂਰ ਦਰੇਡੇ ਤੱਕ ਵੀ ਸਫ਼ਰ ਕਰ ਸਕਦੇ ਆ।
ਔਰ ਭਾਵੇਂ ਉਹ ਸਫ਼ਰ ਜਿਵੇਂ ਦਾ ਮਰਜ਼ੀ ਹੋਵੇ ਅਸੀਂ ਕਰ ਸਕਦੇ ਹਾਂ। ਔਰ ਇਹ ਪਹਿਲੀ ਵਾਰ ਸੀ ਕਿ ਜਦੋਂ ਮੈਂ ਸੋਚਦਾ ਸੀ ਕਿ ਕਿਸੇ ਭਾਈ ਨੂੰ ਨਾਲ ਲੈ ਜਾਂਦਾ ਹੈ ਤੇ ਫਿਰ ਥੋੜਾ ਵਧੀਆ ਰਹੇਗਾ, ਪਰ ਮੈਡਮ ਨੇ ਕਾਫੀ ਹਿੰਮਤ ਮਾਰੀ, ਕਹਿੰਦੀ ਕਿ ਨਹੀਂ ਚਲੋ ਮੈਂ ਚੱਲਦੀ ਨਾਲ, ਕੋਈ ਨਹੀਂ ਆਪਾਂ ਪਹੁੰਚ ਜਾਣਾ ਹੈ। ਤੇ ਅਸੀਂ ਬਹੁਤ ਵਧੀਆ ਗਏ ਔਰ ਬਹੁਤ ਵਧੀਆ ਉਸ ਜਗ੍ਹਾ ਤੇ ਵਧੀਆ ਭੈਣ ਭਰਾਵਾਂ ਦੇ ਨਾਲ ਵਧੀਆ ਡੀਲ ਕਰ ਸਕੇ। ਔਰ ਮੈਂ ਰਾਤ ਵੀ ਉਹਨਾਂ ਨੂੰ ਫੋਨ ਕਰ ਰਿਹਾ ਸੀਗਾ ਕਿ ਤੁਸੀਂ ਇਸ ਐਤਵਾਰ ਤੋਂ ਸ਼ੁਰੂ ਕਰ ਦੇਣੀ ਬੰਦਗੀ, ਔਰ ਭਾਈ ਸੇਵਕਾਈ ਕਰਨ ਦੇ ਲਈ ਤਿਆਰ ਹੋ ਗਿਆ ਹੈ। ਮੈਂ ਦੱਸਣਾ ਇਹ ਚਾਹੁੰਦਾ ਹਾਂ ਕਿ ਉਹ ਕਹਿੰਦਾ ਕਿ ਮੈਂ ਮੈਸੇਜ ਦਾ ਕੰਮ ਕਰਾਂਗਾ, ਮੈਂ ਉਹਦਾ ਡਿਨੋਮੀਨੇਸ਼ਨ ਚ ਜਾਣਾ ਬੰਦ ਕਰ ਦੇਵਾਂਗਾ। ਔਰ ਅਸੀਂ ਸਿੱਧੀਆਂ ਗੱਲਾਂ ਕੀਤੀਆਂ ਕਿ ਪੂਰੀ ਜਨਾਹਕਾਰੀ ਆ ਸੱਚ ਆਮੀਨ ਵੀ ਦੁਲਹਨ ਪ੍ਰਭੂ ਦੀ ਹੋਵੇ ਤੇ ਹੋ ਕੇ ਕਿਸੇ ਹੋਰ ਦੇ ਭਰੇ। ਪ੍ਰਭੂ ਇਹ ਚੀਜ਼ਾਂ ਪਸੰਦ ਨਹੀਂ ਕਰਦਾ। ਹਾਲੇਲੂਇਆ ਹਾਲੇਲੂਇਆ। ਔਰ ਅਗਰ ਇਹ ਸਭ ਕੁਝ ਆਇਆ, ਮੈਂ ਕਿਹਾ ਚੱਲੇ ਤੁਸੀਂ ਮੈਸੇਜ ਤੇ ਇਹ ਮੂਰਤੀ ਪੂਜਾ ਕਿੱਧਰੋਂ ਆਈ, ਹਨਾ ਏਦਾਂ ਦੀ ਗੱਲਾਂ। ਔਰ ਬਹੁਤ ਮਜ਼ੇਦਾਰ ਗੱਲਾਂ ਉੱਥੇ ਰਹੀਆਂ। ਔਰ ਉਹ ਭਾਈ ਦੇ ਨਾਲ ਗੱਲਬਾਤ, ਮੈਂ ਫਿਰ ਰਾਤ ਉਹਨਾਂ ਘਰ ਚਲੇ ਗਏ ਔਰ ਥੱਕੇ ਸੀਗੇ, ਪਰ ਥਕਾਵਟ ਲੱਗਦੀ ਨਹੀਂ ਸੀ ਕਿ ਥਕਾਵਟ ਆ। ਸਵੇਰ ਮੈਂ 4:30 ਵਜੇ ਉੱਠ ਪਿਆ ਔਰ ਅੱਧਾ ਪੌਣਾ ਘੰਟਾ ਪ੍ਰਾਰਥਨਾ ਕਰਕੇ ਉਹਨਾਂ ਨੂੰ ਉਹ ਵੀ ਉੱਠ ਪਿਆ ਤੇ ਮੈਨੂੰ ਕਹਿੰਦੇ ਹਾਂਜੀ ਹੁਣ ਦੱਸੋ ਜਿਹੜੇ ਮੈਂ ਰਾਤੀ ਖੁਆਬ ਦੱਸੇ। ਮੈਂ ਕਿਹਾ ਆਜੋ ਆਪਾਂ ਸੈਰ ਕਰਨ ਚੱਲਦੇ, ਨਾਲ ਹੀ ਬਹੁਤ ਵਧੀਆ ਉਹਨਾਂ ਦੇ ਤੁਰਨ ਦੇ ਲਈ ਹੈ। ਤੇ ਮੈਂ ਕਿਹਾ ਜੀ ਨਾਲ ਸੈਰ ਕਰਦੇ ਤੇ ਨਾਲ ਤੁਹਾਡੇ ਖੁਆਬਾਂ ਦਾ ਅਰਥ ਦੱਸ ਦੇ। ਤੇ ਉੱਥੇ ਜਾ ਕੇ ਮੈਂ ਇੱਕ ਥੜੇ ਤੇ ਬਿਠਾ ਲਿਆ ਉਹਨਾਂ ਨੂੰ ਤੇ ਵਧੀਆ ਉਹਨਾਂ ਦੀ ਸੈਟਿੰਗ ਕੀਤੀ ਵੀ ਪ੍ਰਭੂ ਦੀ ਕਿਰਪਾ ਨਾਲ ਕਿ ਤੁਸੀਂ ਸੇਵਕਾਈ ਦਾ ਕੰਮ ਸ਼ੁਰੂ ਕਰੋ, ਵੀ ਏਦਾਂ ਦੇ ਕੰਮ ਨਾ ਕਰੋ, ਤੁਸੀਂ ਪ੍ਰਭੂ ਤੋਂ ਡਰੋ, ਸੱਚ, ਕਿਉਂਕਿ ਪ੍ਰਭੂ ਕਿਸੇ ਦਾ ਪੱਖਪਾਤ ਨਹੀਂ ਕਰਦਾ। ਇਹੀ ਗੱਲਾਂ ਅੱਜ ਆਪਾਂ ਕਰਨੀਆਂ ਕਿ ਜੋ ਰੁੱਖ ਉਹਦੀ ਇੱਛਾ ਨਾਲ ਨਹੀਂ ਨਾ ਲੱਗਾ, ਉਹ ਜੜ ਤੋਂ ਕਹਿੰਦੇ ਪੁੱਟਿਆ ਜਾਣਾ ਹੈ। ਔਰ ਰੁੱਖਾਂ ਦੀ ਜੜ ਤੇ ਕੁਹਾੜਾ ਰੱਖਿਆ ਹੈ। ਹਾਲੇਲੂਇਆ ਹਾਲੇਲੂਇਆ। ਕਿੰਨੇ ਸੁਣ ਲਈ ਤਿਆਰ ਹੋ? ਆਮੀਨ। ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੁਝ ਭੈਣ ਭਰਾ ਨਵੇਂ ਆਏ ਹਨ, ਪਹਿਲੀ ਵਾਰ ਆਏ ਹਨ। ਔਰ ਮੈਂ ਆਸ ਕਰਦਾ ਹਾਂ ਕਿ ਪ੍ਰਭੂ ਇਹਨਾਂ ਭੈਣ ਭਰਾਵਾਂ ਦੇ ਨਾਲ ਜ਼ਰੂਰ ਗੱਲਬਾਤ ਕਰੇ, ਕਿਉਂਕਿ ਇਹ ਗੱਲਬਾਤ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ ਔਰ ਬਹੁਤ ਇੱਦਾਂ ਦੇ ਸਾਡੇ ਕੋਲ ਵਿਚਾਰ ਹਨ ਕਿ ਜਿਹੜੇ ਤੁਹਾਨੂੰ ਦਲੇਰ ਕਰ ਸਕਦੇ ਹਨ। ਪਰ ਜਦੋਂ ਪ੍ਰਭੂ ਦੇ ਨਾਲ ਗੱਲਬਾਤ ਹੋ ਜਾਂਦੀ ਹੈ ਫਿਰ ਤਾਂ ਗੱਲ ਹੀ ਗਾਂ ਦੀ ਹੋ ਜਾਂਦੀ ਹੈ, ਫਿਰ ਸਭ ਤੋਂ ਵਧੀਆ ਗੱਲ ਹੋ ਜਾਂਦੀ ਹੈ। ਹਾਲੇਲੂਇਆ ਹਾਲੇਲੂਇਆ। ਔਰ ਇੱਥੋਂ ਤੱਕ ਕਿ ਉਹਨਾਂ ਦੇ ਨਾਲ ਖੁਆਬ ਦੀ ਗੱਲ ਕੀਤੀ। ਮੈਂ ਕਹਿੰਦੇ ਖੁਆਬ ਆ, ਮੈਂ ਕਿਹਾ ਕੋਈ ਗੱਲ ਨਹੀਂ, ਪ੍ਰਭੂ ਹੋਰ ਖੁਆਬ ਦੇਗਾ ਤੁਹਾਨੂੰ, ਦੇਖਿਓ ਇਸੇ ਕੰਮ ਲਈ, ਸੇਵਕਾਈ ਦੇ ਕੰਮ ਨੂੰ ਸ਼ੁਰੂ ਕਰਨ ਦੇ ਲਈ ਖੁਆਬ ਬਖਸ਼ੇਗਾ। ਹਾਲੇਲੂਇਆ ਹਾਲੇਲੂਇਆ। ਔਰ ਇਦਾਂ ਹੀ ਵਾਪਰਿਆ ਪ੍ਰਭੂ ਦੀ ਕਿਰਪਾ ਦੇ ਨਾਲ। ਔਰ ਉਹ ਭਾਈ ਕਹਿ ਰਹੇ ਵੀ ਅਸੀਂ ਕਰਦੇ ਹਾਂ ਸ਼ੁਰੂ, ਔਰ ਆਪਾਂ ਚਰਚ ਤੋਂ ਬਾਅਦ ਉਹਨਾਂ ਨੂੰ ਪੁੱਛਣਾ ਵੀ ਕਿੱਦਾਂ ਕਰ ਰਹੇ ਹੋ, ਕੀ ਕਰ ਰਹੇ ਹੋ, ਕਿੱਦਾਂ ਹੈ, ਹਨਾ। ਇੱਦਾਂ ਇਹ ਚੀਜ਼ਾਂ ਤੁਹਾਨੂੰ ਯਾਦ ਹੈ? ਇੱਕ ਬੰਦਾ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀਗਾ, ਡਾਕੂਆਂ ਦੇ ਕਾਬੂ ਆ ਗਿਆ, ਉਹਨੂੰ ਨੰਗਾ ਕਰਕੇ ਮਾਰਿਆ, ਉਹਨੂੰ ਅੱਧ ਮੋਇਆ ਕਰਕੇ ਸੁੱਟ ਦਿੱਤਾ। ਫਿਰ ਇੱਕ ਲੇਵੀ ਜਾਂਦਾ, ਜਾਜਕ ਜਾਂਦਾ, ਕੋਈ ਹੱਲ ਨਹੀਂ ਨਿਕਲਦਾ, ਹਨਾ। ਫਿਰ ਬਚਾਓ ਦਾ ਵੇਲਾ ਨਿਕਲ ਜਾਂਦਾ ਹੈ। ਫਿਰ ਉਹਨਾਂ ਲਈ ਕਰੋ ਦੁਆਵਾਂ ਜਿੰਨੀਆਂ ਮਰਜ਼ੀ, ਰੋਜ਼ੇ ਰੱਖ ਲਓ ਜਿੰਨੇ ਮਰਜ਼ੀ, ਉਹ ਚੀਜ਼ਾਂ ਨਿਕਲਣੀਆਂ ਨਹੀਂ ਉਹਨਾਂ ਚੋਂ, ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ ਦਦਕਾਰ ਦਿੱਤਾ ਆ, ਉਹਨਾਂ ਨੂੰ ਛੱਡ ਦਿੱਤਾ ਆ, ਫਿਰ ਉਹ ਕਦੀ ਉਹਨਾਂ ਦਾ ਹੱਲ ਨਹੀਂ ਨਿਕਲਦਾ। ਇਸ ਲਈ ਸਦਾ ਆਪਣੇ ਆਪ ਨੂੰ ਵਚਨ ਦੇ ਨਾਲ ਖੜੇ ਰੱਖੋ, ਆਪਣੀ ਪਹਿਚਾਣ ਪ੍ਰਭੂ ਦੇ ਨਾਲ ਕਰਾਓ ਕਿ ਅਸੀਂ ਪ੍ਰਭੂ ਦੇ ਹਾਂ। ਹਾਲੇਲੂਇਆ ਹਾਲੇਲੂਇਆ। ਆਓ ਆਪਾਂ ਥੋੜਾ ਵਚਨ ਦੇ ਵੱਲ ਚੱਲਦੇ ਹਾਂ। ਇੱਥੇ ਜਦੋਂ ਅਸੀਂ ਪਾਉਂਦੇ ਹਾਂ ਕਿ ਪ੍ਰਭੂ ਨੇ ਕਿਹਾ ਕਿ ਰੁੱਖਾਂ ਦੀ ਜੜ ਦੇ ਉੱਤੇ ਕੀ ਰੱਖਿਆ ਆ? ਕੁਹਾੜਾ ਰੱਖਿਆ ਆ। ਔਰ ਰੁੱਖ ਸਦਾ ਹੀ ਇੱਕ ਮਨੁੱਖ ਨੂੰ ਬਿਆਨ ਕਰਦੇ ਆ। ਹਾਲੇਲੂਇਆ ਹਾਲੇਲੂਇਆ। ਰੁੱਖਾਂ ਦਾ ਮਤਲਬ ਆ ਕਿ ਕਿਸੇ ਮਨੁੱਖ ਦੀ ਗੱਲ ਆ। ਸੱਚ ਆਮੀਨ। ਪਰ ਇੱਥੇ ਤੱਕ ਕਿ ਤੁਹਾਨੂੰ ਪਤਾ ਆ ਕਿ ਸਾਡੇ ਜਿਉਂਦੇ ਪਰਮੇਸ਼ਰ ਨੂੰ ਵੀ ਰੁੱਖ ਦੇ ਨਾਲ ਦੱਸਿਆ ਗਿਆ, ਕਿਉਂਕਿ ਉਹ ਜੀਵਨ ਦਾ ਰੁੱਖ ਆ। ਹਾਲੇਲੂਇਆ ਹਾਲੇਲੂਇਆ। ਔਰ ਜੋ ਕੋਈ ਉਸ ਤੋਂ ਖਾਂਦਾ ਆ ਉਹਦਾ ਜੀਵਨ ਉਹਦੇ ਵਿੱਚ ਆ ਜਾਂਦਾ ਹੈ। ਹਾਲੇਲੂਇਆ ਹਾਲੇਲੂਇਆ। ਔਰ ਇੱਕ ਮਨੁੱਖ ਨੂੰ ਵੀ ਰੁੱਖ ਦੇ ਵਾਂਗ ਦੱਸਿਆ ਜਾਂਦਾ ਆ। ਜਦੋਂ ਅਸੀਂ ਜ਼ਬੂਰਾਂ ਦੀ ਕਿਤਾਬ ਪੜ੍ਹਦੇ ਪਹਿਲਾ ਅਧਿਆਏ, ਉੱਥੇ ਲਿਖਿਆ ਆ ਕਿ ਉਹ ਤਾਂ ਉਸ ਬ੍ਰਿਸ਼ ਵਰਗਾ ਆ ਜਿਹੜਾ ਪਾਣੀਆਂ ਦੇ ਕਿਨਾਰਿਆਂ ਤੇ ਲੱਗਾ ਆ, ਉਹ ਸਮੇਂ ਸਿਰ ਫਲ ਲੈ ਕੇ ਆਉਂਦਾ ਆ। ਸੱਚ ਹੈ, ਹਨਾ। ਹੁਣ ਰੁੱਖ ਨੂੰ ਬੰਦੇ ਦੇ ਨਾਲ ਮਿਲਾਇਆ ਗਿਆ, ਵਿਸ਼ਵਾਸੀ ਦੇ ਨਾਲ ਮਿਲਾਇਆ ਗਿਆ ਆ,
ਪਰ ਕੁਹਾੜਾ ਕਿਹਨੂੰ ਦੱਸਿਆ ਗਿਆ? वचन ਹਨਾ, ਕੁਹਾੜਾ ਸਾਨੂੰ ਲੱਭਦਾ ਆ ਕਿ ਵਚਨ ਆ ਜਿਹੜਾ ਕਿੱਥੇ ਪੈਂਦਾ ਆ? जड़ ते ਕਈਆਂ ਦੀਆਂ ਟਾਹਣੀਆਂ ਤੇ ਪੈਂਦਾ ਆ, सच है ਕਈਆਂ ਦੀਆਂ। गाड़ियां ਉਹ ਕਹਿੰਦਾ ਜਿੰਨਿਆਂ ਨੂੰ ਮੈਂ ਪਿਆਰ ਕਰਦਾ ਉਹਨੂੰ ਝਿੜਕਦਾ ਤੇ ਤਾੜਦਾ ਆ। आमेन ਜਿਹੜੀ ਟਾਹਣੀ ਫਲ ਦਿੰਦੀ ਆ ਉਹਨੂੰ ਮੈਂ ਕੀ ਕਰ ਦਿੰਦਾ ਆ? ਹੋਰ ਛਾਂਗਦਾ ਆ। ਸਾਰੇ ਧਿਆਨ ਕਰੋ ਵੀ। आमेन ਆਪਾਂ ਰੁੱਖਾਂ ਦੇ ਬਾਰੇ ਦੱਸਣਾ ਆ ਔਰ ਪ੍ਰਭੂ ਵੀ ਇਦਾਂ ਕਰਕੇ ਦੱਸਦਾ ਸੀਗਾ। ਔਰ ਕਈ ਵਾਰ ਅਸੀਂ ਇਦਾਂ ਕਲੀਸੀਆਂ ਦੇ ਵਿੱਚ ਪ੍ਰਚਾਰਿਆ ਆ ਕਿ ਉਹ ਖੇਤਾਂ ਦੇ ਬਾਰੇ ਦੱਸਦਾ ਆ, ਉਹ ਜੰਗਲੀ ਬੂਟੀ ਦੇ ਬਾਰੇ ਦੱਸਦਾ ਆ ਔਰ ਇਦਾਂ ਦੀਆਂ ਗੱਲਾਂ ਦੱਸਦਾ ਆ। ਉਹ ਗੱਲਾਂ ਲੈਂਦਾ ਕਿ ਜਿਹੜੀਆਂ ਕੁਦਰਤ ਬਾਈਬਲ ਦੇ ਬਾਰੇ ਸਮਝਾ ਸਕੇ। सच है ਔਰ ਇਹ ਗੱਲਾਂ ਸਦਾ ਹੀ ਇੱਕ ਇਨਸਾਨ ਨੂੰ, ਮਨੁੱਖ ਨੂੰ ਸਮਝਣ ਦੇ ਲਈ ਆਸਾਨ, ਸਰਲ ਲੱਗਦੀਆਂ ਆ। सच ਕਿ ਜਦੋਂ ਇਹਨਾਂ ਗੱਲਾਂ ਨੂੰ ਫੜ ਕੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਸਮਝਾਉਂਦਾ ਸੀ ਤਾਂ ਸਭ ਬੜੇ ਅੱਛੇ ਤਰੀਕੇ ਦੇ ਨਾਲ ਸਮਝ ਸਕਦੇ ਸੀ। ਮੈਨੂੰ ਲੱਗਦਾ ਹਵਾ ਠੰਡੀ ਆ ਰਹੀ ਹੈ, ਹਨਾ, ਬਹੁਤ ਵਧੀਆ। ਮੇਰੇ ਇੱਥੋਂ ਤੱਕ ਮਤਲਬ ਕਿ ਗਰਮੀ ਜਾਂਦੀ ਗਈ। ਇਹ ਹੁਣ ਗਰਮੀ ਨਹੀਂ ਲੱਗ ਰਹੀ ਮੈਨੂੰ, ਹੈ? ਨਹੀਂ ਉਹ ਐਸਾ ਜੇ ਆਪਾਂ ਇਹਨਾਂ ਨੂੰ ਚਲਾ ਕੇ ਫਿਰ ਲੈਟ ਵੀ ਬੋਲਣਾ ਜਨਰੇਟਰ ਤੇ ਉਹਨੂੰ ਇਹ ਖਿੱਚਿਆ ਹਾਂ, ਕੋਈ ਨਹੀਂ, ਚੱਲਦੇ ਰਹਿਣ ਦੋ, ਵਧੀਆ ਇਨਵੇਟਰ ਹੈ, ਕੱਢ ਜਾਣਾ ਉਹਨਾਂ ਸੇ। ਹਾਲੇਲੂਇਆ। ਥੋੜੀ ਥੋੜੀ ਹਵਾ ਆਉਂਦੀ ਰਹੇਗੀ, ਵਧੀਆ। ਕੀ ਗੱਲ ਕਰ ਰਹੇ ਸੀ? रुखा दी जड़ ते ਕੁਹਾੜਾ ਰੱਖਿਆ वो रखे ਚਾਰ छिड़कदा भी है डारदा भी है ਇੱਕ ਜਣਾ ਦੱਸੋਗੇ ਮੈਨੂੰ ਸਮਝ ਆ ਜਾਣੀ। ਸਾਰਿਆਂ ਨੂੰ ਸਾਰਿਆਂ ਦੇ ਆ ਰਹੀ ਤਾਂ हालेलुया ਹਾਲੇਲੂਇਆ। ਮੈਂ ਗੱਲ ਕਰ ਰਹੀ ਸੀ ਪ੍ਰਭੂ ਯਿਸੂ ਮਸੀਹ ਇਸ ਵਚਨ ਨੂੰ ਸਰਲ ਕਰਨ ਦੇ ਲਈ ਉਹ ਇਦਾਂ ਦੀਆਂ ਐਗਜ਼ਾਮਪਲਾਂ ਲੈਂਦਾ ਸੀਗਾ। सच है ਉਹ ਲੋਕਾਂ ਨੂੰ ਬੜੇ ਸਧਾਰਨ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀਗਾ। सच ਔਰ ਇੱਥੋਂ ਤੱਕ ਕਈ ਕਹਿੰਦੇ ਵਚਨ ਨੂੰ ਮੰਨਣਾ ਸਮਝਣਾ ਬੜਾ ਔਖਾ ਆ, ਪਰ ਅਗਰ ਉਹ ਸੱਚਾ ਬੀਜ ਹੈ ਉਹਦੇ ਲਈ ਕੁਝ ਵੀ ਔਖਾ ਨਹੀਂ ਹੈ। आमेन सच है ਔਰ ਕੁਝ ਗੱਲਾਂ ਨੂੰ ਸਮਝਾਉਣੀਆਂ ਨਹੀਂ ਪੈਂਦਾ, ਖੁਦ ਪ੍ਰਭੂ ਯਿਸੂ ਮਸੀਹ ਆ ਕੇ ਉਹਨੂੰ ਸਮਝਾ ਦਿੰਦਾ ਆ आमेन ਕਿ ਤੈਨੂੰ ਆਹ ਕੰਮ ਕਰਨਾ ਚਾਹੀਦਾ ਹੈ, ਆਹ ਗੱਲ ਔਖੀ ਆ, ਇਹ ਨਹੀਂ ਤੂੰ ਕਰ ਸਕਦਾ। ਕਿਉਂਕਿ ਜਿਹੜੀ ਵਚਨ ਤੋਂ ਬਾਹਰ ਹੈ ਉਹਨੂੰ ਔਖੀ ਲੱਗਣੀ ਹੈ। ਜਿੱਦਾਂ ਕਈਆਂ ਨੂੰ ਝੂਠ ਮਾਰਨਾ ਬੜਾ ਔਖਾ ਲੱਗਦਾ ਹੈ ਤੇ ਕਈਆਂ ਨੂੰ ਝੂਠ ਮਾਰਨਾ ਮਜ਼ਾ ਆਉਂਦਾ ਹੈ। ਕਈਆਂ ਨੂੰ ਸੰਗਤੀ ਤੇ ਪਹਿਲਾਂ ਆਉਣਾ ਵਧੀਆ ਲੱਗਦਾ ਹੈ, हालेलुया ਕਈਆਂ ਨੂੰ ਸੰਗਤੀ ਤੇ ਪਹਿਲਾਂ ਆਉਣਾ ਔਖਾ ਲੱਗਦਾ ਹੈ, कर ਹਨਾ। हालेलुया ਕਈਆਂ ਨੂੰ ਇਹ ਸਭ ਚੀਜ਼ਾਂ ਆ, ਤੁਸੀਂ ਸਭ ਸਮਝ ਰਹੇ ਹੋ ਮੈਂ ਜੋ ਕਹਿਣ ਦਾ ਕੋਸ਼ਿਸ਼ ਆ। ਹਾਲੇਲੂਇਆ। ਹੁਣ ਇਸ ਜਗ੍ਹਾ ਤੇ ਸਾਨੂੰ ਪਤਾ ਲੱਗਦਾ ਆ ਵੀ ਜਿਹੜਾ ਕੁਹਾੜਾ ਆ, ਕਿੰਨਿਆਂ ਨੂੰ ਪਤਾ ਹੈ ਕੁਹਾੜਾ ਕੀ ਚੀਜ਼ ਆ? वचन ਕੁਹਾੜਾ ਉਹ ਜਿਹੜਾ ਲੱਕੜਾਂ ਵੱਢਦੇ ਅਸੀਂ ਜਿੰਨੇ, ਹਨਾ। ਔਰ ਉਹਨੂੰ, ਉਸ ਕੁਹਾੜੇ ਨੂੰ ਪ੍ਰਭੂ ਯਿਸੂ ਮਸੀਹ ਇਸ ਜਗ੍ਹਾ ਤੇ ਇੱਕ ਵਚਨ ਦੇ ਨਾਲ ਮਿਲਾ ਰਿਹਾ ਹੈ। आमेन ਯਹੂਨਾ ਇਸ ਜਗ੍ਹਾ ਤੇ ਉਸ ਵਚਨ ਦੇ ਨਾਲ ਮਿਲਾ ਰਿਹਾ ਹੈ ਜਿਹੜਾ ਕਈ ਰੁੱਖਾਂ ਦੀ जड़ ते रखे ਜੜ ਤੇ ਰੱਖਿਆ ਜਾਂਦਾ ਆ। ਹਾਲੇਲੂਇਆ। हालेलुया ਉਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਜਿਹੜੀ ਭਾਈ ਨੇ ਕਹੀ, ਪਰ ਮੈਨੂੰ ਇਹ ਲੱਗਦਾ ਮੇਰੀ ਗੱਲ ਕਹਿ ਰਿਹਾ ਭਾਈ, ਕਿਉਂਕਿ ਇਹੀ ਤਾਂ ਮੈਂ ਕਹਿਣਾ ਚਾਹੁੰਦਾ ਸੀਗਾ। ਕਿਹੜੀ ਭਲਾ? ਵੀ ਉਹ ਜਿਹੜਾ ਇੱਕ ਬੱਚਾ ਸੀਗਾ ਔਰ ਉਹ ਬੱਚਾ ਸੀਗਾ ते जवान से ਤੇ ਉਹਨੂੰ ਕਿਸੇ ਬੰਦੇ ਨੇ ਬਚਾਤਾ, ਉਹ ਮਰਨ ਲੱਗਿਆ। ਔਰ ਮੈਂ ਤਾਂ ਸੁਣਿਆ ਹੀ ਆ, ਔਰ ਕਹਿੰਦੇ ਪਤਾ ਨਹੀਂ ਸੜਕ ਦੇ ਕਿਨਾਰੇ ਇੱਕ ਪਤਾ ਨਹੀਂ ਖੂਹੀ ਦੇ ਵਿੱਚ ਡਿੱਗ आज ਪਿਆ, वो डिग गया ते बच्चा उन्हें बचाया नु जानते ਬਚਾ ਲਿਆ। कट लिया ਪਰ ਉਹ ਜਿਹੜਾ ਜਵਾਨ ਸੀਗਾ 20 साल बाद ਉਹ 20 ਸਾਲ ਬਾਅਦ ਇੱਕ ਜੱਜ ਬਣ ਗਿਆ। हां और वो कटाई ਔਰ ਉਹ ਜਿਹੜਾ ਸੀਗਾ ਉਹ ਬੱਚਾ ਆਪਣੀਆਂ ਗਲਤੀਆਂ ਤੋਂ ਸੁਧਰਿਆ ਹੀ ਨਹੀਂ, ਉਹਦੇ ਚ ਢੀਠ ਪੁਣਾ ਹੀ ਰਿਹਾ। टायर थी कट गया ਉਹ ਕਟਹਿਰੇ 'ਚ ਖੜਾ ਔਰ ਐਦਾਂ ਦੀ ਗਲਤੀ ਕਿ ਜਾਂ ਤਾਂ ਫਾਂਸੀ ਦਿੱਤੀ ਜਾਣੀ ਹੈ ਤੇ ਜਾਂ ਮਾਫ, ਇੱਕ ਉਸ ਜੱਜ ਦੇ ਸਾਈਨ ਦੇ ਨਾਲ। सच आमेन ਕਟਹਿਰੇ 'ਚ ਜਦੋਂ ਖੜਾ ਆ ਐਂ ਕਰਕੇ ਤੇ ਮੈਂ ਪੁੱਛਾਂ ਲਿਆ ਜੱਜ ਕੌਣ ਹੈ? ਕਹਿੰਦਾ ਇਹਨੂੰ ਤਾਂ ਮੈਂ ਜਾਣਦਾ। हालेलुया ਕਹਿੰਦਾ ਜੱਜ ਸਾਹਿਬ ਮੈਂ ਉਹੀ ਜਿਹਨੂੰ ਮੈਂ ਛੋਟਾ ਜਿਹਾ ਸੀ ਤੇ ਤੁਸੀਂ ਬਚਾਇਆ ਸੀ। आमेन ਕਹਿੰਦਾ ਮੈਂ ਉਦੋਂ ਇੱਕ ਬਚਾਉਣ ਵਾਲਾ ਸੀਗਾ, ਪਰ ਹੁਣ ਮੈਂ ਇੱਕ ਨਿਆਈ ਹਾਂ। आमेन ਪ੍ਰਭੂ ਦਾ ਵਚਨ ਸਾਨੂੰ ਜੀਵਨ ਦਿੰਦਾ ਆ। आमेन ਕਿਹਨਾਂ ਨੂੰ ਪਤਾ ਹੈ? आमेन ਪ੍ਰਭੂ ਦਾ ਵਚਨ ਕੀ ਦਿੰਦਾ ਆ? जीवन दिंदा है ਉਹ ਬਚਾਉਂਦਾ ਆ, ਉਹ ਸਾਡੇ ਲਈ ਭਲਾਈ ਉਤਪੰਨ ਕਰਦਾ ਆ। सच में ਹਾਲੇਲੂਇਆ। ਪਰ ਪ੍ਰਭੂ ਦਾ ਵਚਨ ਕਹਿੰਦਾ ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਆਮੇਨ। ਤੁਸੀਂ ਖਟਖਟਾਓ ਤੇ ਤੁਹਾਡੇ ਲਈ ਖੋਲਿਆ ਜਾਏਗਾ, ਤੁਸੀਂ ਢੂੰਡੋ ਤਾਂ ਤੁਸੀਂ ਲੱਭ ਲਵੋਗੇ। ਆਮੇਨ। ਹਾਲੇਲੂਇਆ। हालेलुया ਪ੍ਰਭੂ ਦਾ ਵਚਨ ਕਹਿੰਦਾ ਆ ਕਿ ਤੁਸੀਂ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਏਗਾ। ਆਮੇਨ। ਕਹਿੰਦਾ ਵੇਖ ਮੇਰਾ ਹੱਥ ਛੋਟਾ ਨਹੀਂ ਜੋ ਤੁਹਾਨੂੰ ਬਚਾਵੇ ਨਾ, ਹਨਾ।
ਇਹ ਪ੍ਰਭੂ ਦਾ ਵਚਨ ਆ ਆਮੇਨ ਪਰ ਪ੍ਰਭੂ ਦਾ ਵਚਨ ਸਾਨੂੰ ਬਚਾਉਂਦਾ ਆ ਆਮੇਨ ਉਹ ਕਹਿੰਦਾ ਉਹ ਆਪਣਾ ਵਚਨ ਘੱਲ ਕੇ ਸਾਨੂੰ ਚੰਗਿਆ ਕਰਦਾ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਆਮੇਨ ਉਹ ਬਚਾਉਂਦਾ ਆ ਸੱਚ ਹੈ ਉਹ ਬਚਾਉਣ ਵਾਲਾ ਆ ਆਮੇਨ ਉਹ ਭਲਾਈ ਕਰਨ ਵਾਲਾ ਆ ਹਾਲੇਲੂਇਆ ਹਾਲੇਲੂਇਆ ਪਰ ਏਦਾਂ ਦੀ ਕੀ ਗੱਲ ਵਾਪਰੀ ਕਿ ਉਹਦਾ ਵਚਨ ਸਾਡੇ ਲਈ ਕੁਹਾੜਾ ਬਣ ਜਾਂਦਾ ਆ ਉਹਦਾ ਵਚਨ ਸਾਡੇ ਲਈ ਇੱਕ ਏਦਾਂ ਦੀ ਚੀਜ਼ ਬਣਦਾ ਆ ਕਿ ਉਹ ਸਾਨੂੰ ਜੀਵਨ ਨਹੀਂ ਦਿੰਦਾ ਮੁੜ ਕੇ ਸੱਚ ਉਹ ਸਾਡੇ ਖਾਨਦਾਨ ਤਬਾਹ ਕਰ ਦਿੰਦਾ ਹੈ ਉਹ ਸਾਡੀਆਂ ਵੰਸ਼ਾਂ ਵਾਲੀਆਂ ਤਬਾਹ ਕਰ ਦਿੰਦਾ ਹੈ ਉਹ ਕਹਿੰਦਾ ਮੈਂ ਮਾਂ-ਬਾਪ ਦੀ ਬਦੀ ਨੂੰ ਉਹਨਾਂ ਦੇ ਬੱਚਿਆਂ ਤੇ ਇੱਕ ਪੀੜ੍ਹੀ ਦੋ ਪੀੜ੍ਹੀ ਕਹਿੰਦਾ 7ਵੀਂ ਪੀੜ੍ਹੀ ਤੱਕ ਲੈ ਕੇ ਜਾਂਦਾ ਹੈ ਆਮੇਨ ਕਿਹਨਾਂ ਨੂੰ ਗੱਲ ਸਮਝ ਆਈ ਆਮੇਨ ਔਰ ਕਈਆਂ ਜੜਾਂ ਦੇ ਉੱਤੇ ਕਹਿੰਦਾ ਮੈਂ ਕੁਹਾੜਾ ਰੱਖਦਾ ਹਾਂ ਸੱਚ ਔਰ ਉਹਦਾ ਕੁਹਾੜਾ ਬੜਾ ਜ਼ਬਰਦਸਤ ਜੇ ਆਮੇਨ ਬੜਾ ਜ਼ਬਰਦਸਤ ਕੁਹਾੜਾ ਆ ਉਹਦਾ ਇਹ ਕੁਹਾੜੀ ਜੀ ਨਹੀਂ ਕਿ ਕੋਈ ਕੁਹਾੜਾ ਆ ਆਮੇਨ ਹੈਨਾ ਹਾਲੇਲੂਇਆ ਇਹ ਏਦਾਂ ਦਾ ਨਹੀਂ ਕਿ ਜਿਹਦਾ ਦਸਤਾ ਨਿਕਲ ਜਾਏ ਜਾਂ ਕੁਛ ਏਦਾਂ ਦਾ ਨਹੀਂਗਾ ਕਿ ਉਹ ਅੱਗੋਂ ਵੜਦਾ ਹੀ ਕੁਛ ਨਹੀਂਗਾ ਦੰਦੇ ਖਰਾਬ ਨਹੀਂ ਉਹਦੇ ਤਿੱਖੇ ਹੈ ਔਰ ਉਹਨੂੰ ਭਾਵੇਂ ਜਿੱਥੇ ਮਰਜ਼ੀ ਮਾਰੀ ਜਾ ਉਹਨੇ ਵੱਢਣਾ ਹੀ ਵੱਢਣਾ ਆ ਆਮੇਨ ਹਾਲੇਲੂਇਆ ਵਚਨ ਸਾਡੇ ਲਈ ਜੀਵਨ ਦਾ ਸਰੋਤ ਆ ਆਮੇਨ ਵਚਨ ਸਾਡੇ ਲਈ ਇੱਕ ਏਦਾਂ ਦਾ ਆ ਕਿ ਉਹ ਸਾਨੂੰ ਪਿਆਰ ਕਰਦਾ ਆ ਆਮੇਨ ਵਚਨ ਇਹ ਆ ਕਿ ਭਾਵੇਂ ਕਹਿੰਦਾ ਸ਼ੇਰ ਬੱਚਿਆਂ ਨੂੰ ਭੁੱਖ ਲੱਗਦੀ ਘਾਟਾ ਪੈਂਦਾ ਹੈ ਸੱਚ ਹੈ ਪਰ ਮੇਰੇ ਤਾਲਬਾਂ ਨੂੰ ਕਿਸੇ ਚੰਗੀ ਆਮੇਨ ਬਾਤ ਨਹੀਂ ਛੱਡਦਾ ਹਾਲੇਲੂਇਆ ਇਹ ਵਚਨ ਆ ਸੱਚ ਇਹ ਕੁਹਾੜਾ ਆ ਆਮੇਨ ਪਰ ਉਹ ਦੇਖੋ ਸਾਡੇ ਲਈ ਭਲਾਈ ਉਤਪਨ ਕਰਦਾ ਹੈ ਆਮੇਨ ਵੇਖੋ ਕਿ ਉਹਨੇ ਅਦਨ ਦਾ ਬਾਗ ਲਾਇਆ ਸੱਚ ਹੈ ਉਹ ਜਗ੍ਹਾ ਤੇ ਹਰੇਕ ਧਰਤੀ ਦਾ ਬ੍ਰਿਕਸ਼ ਜਿਹੜਾ ਵੇਖਣ ਔਰ ਖਾਣ ਦੇ ਵਿੱਚ ਮਿੱਠਾ ਔਰ ਸੋਹਣਾ ਆ ਸੱਚ ਉਹਨੂੰ ਲਾਇਆ ਆਮੇਨ ਆਮੇਨ ਹਨਾ ਕਿੰਨਾ ਪਿਆਰ ਕੀਤਾ ਉਹਨੇ ਬਹੁਤ ਜ਼ਿਆਦਾ ਵਚਨ ਔਰ ਪਿਆਰ ਕਰਨਾ ਦਾ ਗੁਣ ਆ ਆਮੇਨ ਪਰ ਜਿੱਦਾਂ ਹੀ ਉਹ ਉਸ ਗੱਲ ਤੋਂ ਉਖੜੇ ਉਹੀ ਪਿਆਰ ਗੁੱਸੇ 'ਚ ਬਦਲ ਜਾਂਦਾ ਹੈ ਸੱਚ ਆਮੇਨ ਉਹੀ ਕਿਰਪਾ ਦਾ ਸਿਗਾਸ਼ਨ ਨਿਆਂ ਦਾ ਸਿਗਾਸ਼ਨ ਬਣ ਜਾਂਦਾ ਆ ਸੱਚ ਹੈ ਹਾਲੇਲੂਇਆ ਹਾਲੇਲੂਇਆ ਉਹੀ ਸਾਨੂੰ ਜੀਵਨ ਦੇਣ ਵਾਲਾ ਸਾਡੇ ਜੀਵਨਾਂ ਨੂੰ ਲੈ ਲੈਂਦਾ ਹੈ ਆਮੇਨ ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ ਹਾਲੇਲੂਇਆ ਮੈਂ ਜੋ ਗੱਲ ਕਹਿਣ ਲੱਗਾ ਆ ਉਹ ਇਹ ਹੈ ਕਿ ਇਸੇ ਵਚਨ 'ਚ ਦੋ ਤਰ੍ਹਾਂ ਦੇ ਗੁਣ ਆ ਹਾਲੇਲੂਇਆ ਇਹ ਵਚਨ ਕਈਆਂ ਨੂੰ ਜੀਵਨ ਦੇਣਾ ਚਾਹੁੰਦਾ ਆ ਪਰ ਉਹ ਜੀਵਨ ਨੂੰ ਜਦ ਠੁਕਰਾ ਬਹਿੰਦੇ ਆ ਭੈਣ ਭਰਾ ਕੁਝ ਏਦਾਂ ਦੇ ਬ੍ਰਿਕਸ਼ ਜਦੋਂ ਇਸ ਜੀਵਨ ਨੂੰ ਠੁਕਰਾ ਲੈਂਦੇ ਆ ਫਿਰ ਇਹੀ ਜੀਵਨ ਉਹਨਾਂ ਦੇ ਲਈ ਇੱਕ ਕੁਹਾੜਾ ਬਣ ਕੇ ਉੱਭਰਦਾ ਹੈ ਆਮੇਨ ਤੁਹਾਨੂੰ ਪਤਾ ਜਦੋਂ ਮੂਸਾ ਉਸ ਹਰੇ ਪਰਬਤ ਤੋਂ ਉਸ 10 ਆਗਿਆਵਾਂ ਨੂੰ ਲੈ ਕੇ ਆ ਰਿਹਾ ਸੀਗਾ ਆਮੇਨ ਹਨਾ ਮੂਸਾ ਕਿਹੜੇ ਨੇ ਮੂਸਾ ਨੂੰ ਜਾਣਦੇ ਹੋ ਆਮੇਨ ਜਦੋਂ ਉਸ ਅੱਗ ਦੀ ਬਲ ਦੀ ਝਾੜੀ ਦੇ ਨਾਲ ਉਹਦੀ ਮੁਲਾਕਾਤ ਹੁੰਦੀ ਆ ਉਹ ਜਗ੍ਹਾ ਤੋਂ 10 ਆਗਿਆਵਾਂ ਲੈ ਕੇ ਆ ਰਿਹਾ ਸੀਗਾ ਉਹ 10 ਆਗਿਆਵਾਂ ਸੀਗੀ ਕਿ ਤੂੰ ਮੇਰੇ ਲਈ ਕੋਈ ਅਸਮਾਨ ਦੀ ਸੂਰਤ ਜਾਂ ਜ਼ਮੀਨ ਦੀ ਕੋਈ ਮੂਰਤ ਕੋਈ ਉਕਰੀ ਹੋਈ ਚੀਜ਼ ਮੇਰੇ ਅੱਗੇ ਨਾ ਬਣਾਈ ਨਾ ਉਹਨੂੰ ਕੋਈ ਸਜਦਾ ਕਰੀ ਤੂੰ ਆਪਣੇ ਮਾਂ-ਬਾਪ ਦਾ ਆਦਰ ਕਰੀ ਤੂੰ ਖੂਨ ਨਾ ਕਰੀ ਤੂੰ ਜਨਾਹਕਾਰੀ ਨਾ ਕਰੀ ਹਨਾ ਦੱਸ ਆ ਇਹ 10 ਆਗਿਆਵਾਂ ਸੀਗੀਆਂ ਆਮੇਨ ਕਿਹਨਾਂ ਨੂੰ ਪਤਾ ਇਸ ਬਾਰੇ ਆਮੇਨ ਜਿੱਦਾਂ ਹੀ ਉਹ ਉਤਰਿਆ ਦੇਖਿਆ ਕਿ ਉਹ ਲੋਕ ਜਿਨ੍ਹਾਂ ਨੂੰ ਮੈਂ ਮਿਸਰ ਦੀ ਗੁਲਾਮੀ ਚੋਂ ਬਾਹਰ ਕੱਢ ਕੇ ਲੈ ਆਇਆ ਮਿਸਰ ਦੀ ਗੁਲਾਮੀ ਦੇ ਵਿੱਚੋਂ ਬਾਹਰ ਕੱਢ ਕੇ ਲਿਆਂਦੇ ਹੋਏ ਲੋਕ ਗਲਤ ਕੰਮ ਕਰ ਰਹੇ ਸੱਚ ਐਦਾਂ ਦੇ ਕੰਮ ਕਿ ਜਿਹੜੇ ਵਚਨ ਦੇ ਨਾਲ ਸਹਿਮਤ ਨਹੀਂ ਕਿ ਸੱਚ ਵੇਖੋ ਨੇ ਗੁਲਾਮੀ ਚ ਕੱਢ ਕੇ ਲੈ ਕੇ ਆਂਦਾ ਆਮੇਨ ਐਦਾਂ ਦੀ ਗੁਲਾਮੀ ਅਗਰ ਤੁਸੀਂ ਥੋੜਾ ਇਹਦੇ ਬਾਰੇ ਸੋਚ ਕੇ ਦੇਖੋ ਕਿ ਕੋਈ ਮੁੰਡਾ ਤੁਹਾਡਾ ਬਚਨ ਨਹੀਂ ਦੇਣਾ ਉਹਨਾਂ ਨੇ ਖਾਸ ਤਰ੍ਹਾਂ ਦੀਆਂ ਔਰਤਾਂ ਨੂੰ ਇਸ ਗੱਲ ਦੇ ਲਈ ਟ੍ਰੇਨਡ ਕੀਤਾ ਗਿਆ ਸੀ ਉਹ ਜਿਹੜਾ ਗੋਸ਼ਨ ਸ਼ਹਿਰ ਸੀਗਾ ਜਿਹਦੇ ਵਿੱਚ ਉਹ ਰਹਿੰਦੇ ਸੀਗੇ ਉਹ ਜਗ੍ਹਾ ਤੇ ਅਗਰ ਕੋਈ ਔਰਤ ਜੰਮੀ ਕੋਈ ਲੜਕੀ ਜੰਮੀ ਉਹਨੂੰ ਉਹਨਾਂ ਬੜੇ ਵਧੀਆ ਤਰੀਕੇ ਨਾਲ ਰੱਖਣਾ ਹੈ ਸੱਚ ਉਹਨੂੰ ਨਹੀਂ ਮਾਰਨਾ ਪਰ ਜੇ ਕੋਈ ਮੁੰਡਾ ਜੰਮ ਪਿਆ ਤੇ ਰਾਜੇ ਦਾ ਫਰਮਾਨ ਸੀਗਾ ਔਰਤਾਂ ਜ਼ਬਰਦਸਤੀ ਜਾਂਦੀਆਂ ਸੀ ਔਰਤਾਂ ਜਿਨ੍ਹਾਂ ਕੋਲ ਬੱਚੇ ਪੈਦਾ ਕਰਨ ਦਾ ਤਜਰਬਾ ਨਹੀਂ ਹੈ ਔਰਤਾਂ ਜਿਹੜੀਆਂ ਸਿਰਫ ਗਲਤ ਕੰਮਾਂ ਦੇ ਲਈ ਟ੍ਰੇਨਡ ਕੀਤੀਆਂ ਗਈਆਂ ਆ ਉਹਨਾਂ ਕੋਲ ਪਤਾ ਨਹੀਂ ਕਿ ਇੱਕ ਬੱਚੇ ਦੀ ਪੀੜਾ ਕੀ ਹੁੰਦੀ ਆ ਇੱਕ ਬੱਚਾ ਕਿੱਦਾਂ ਪੈਦਾ ਕੀਤਾ ਜਾਂਦਾ ਆ ਸਭ ਚੀਜ਼ਾਂ ਦਾ ਉਹਨਾਂ ਕੋਲ ਤਜਰਬਾ ਨਹੀਂ ਆ ਉਹਨੂੰ ਪਤਾ ਨਹੀਂ ਕਿ ਬੱਚੇ ਦੀ ਭੁੱਖ ਪਿਆਸ ਕੀ ਹੁੰਦੀ ਆ
ਇੱਦਾਂ ਦੀਆਂ ਔਰਤਾਂ ਜਾਂਦੀਆਂ ਜ਼ਬਰਦਸਤੀ, ਪਤਾ ਲੱਗ ਜਾਏ ਕਿ ਇਸ ਘਰੇ ਬੱਚਾ ਪੈਦਾ ਹੋਣ ਵਾਲਾ ਹੈ ਬੱਚਾ, ਔਰ ਇੱਦਾਂ ਦੇ ਘਰਾਂ 'ਚ ਜਾਂਦੀਆਂ, ਔਰ ਜਾ ਕੇ ਜੇ ਤਾਂ ਵੇਖਿਆ ਕਿ ਲੜਕੀ ਆ ਫਿਰ ਕੁਛ ਟੈਨਸ਼ਨ ਨਹੀਂ ਗੀ, ਪਰ ਜੇ ਲੜਕਾ ਆ ਉਹਨੂੰ ਲੱਤਾਂ ਤੋਂ ਫੜਨਾ ਹੀ ਲਮਕਾ ਕੇ ਲਈ ਆਉਣਾ, ਜਿੱਦਾਂ ਨਬੀ ਨੇ ਦੱਸਿਆ, ਕਿਉਂਕਿ ਨਬੀ ਪਰਮੇਸ਼ਰ ਦੀ ਅੱਖ ਹੁੰਦੀ ਹੈ, ਪਰਮੇਸ਼ਰ ਦਾ ਮੂੰਹ ਹੁੰਦਾ ਹੈ। ਨਬੀ ਦੇ ਲਈ ਉਹ ਸਭ ਚੀਜ਼ਾਂ ਦੇਖਣੀਆਂ ਕੋਈ ਅਸੰਭਵ ਨਹੀਂਗਾ, ਸੰਭਵ ਆ, ਇੰਪੋਸੀਬਲ ਨਹੀਂਗਾ ਉਹਨਾਂ ਲਈ, ਕੁਛ ਔਖਾ ਨਹੀਂਗਾ। ਉਹ ਸਮੇਂ ਦੇ ਆਰ ਪਾਰ ਦੇਖ ਸਕਦਾ ਆ। ਉਹ ਇੱਥੋਂ ਦੀ ਘਟਨਾ ਨੂੰ ਇੱਥੇ ਕੁਝ ਬਿਆਨ ਕਰਨ ਦੇ ਲਈ ਉਹ ਮੂਸਾ ਦੇ ਦਿਨਾਂ ਨੂੰ ਦੇਖ ਸਕਦਾ ਸੀਗਾ, ਉਹ ਮੂਸਾ ਦੇ ਜਨਮ ਨੂੰ ਦੇਖ ਸਕਦਾ ਸੀਗਾ, ਉਹ ਮੂਸਾ ਦੇ ਚਿਹਰੇ ਨੂੰ ਦੇਖ ਸਕਦਾ ਸੀਗਾ, ਕਿਉਂਕਿ ਪਰਮੇਸ਼ਰ ਦੀ ਅੱਖ ਆਰ ਪਾਰ ਦੇਖ ਸਕਦੀ ਹੈ। ਹਾਲੇਲੂਇਆ। ਇਸ ਲਈ ਸਾਡੇ ਯੁੱਗ ਦੇ ਨਬੀ ਨੇ ਜਦ ਸਭ ਕੁਝ ਦੇਖਿਆ, ਉਹਨੇ ਦੇਖਿਆ ਕਿ ਇੱਕ ਲੰਮੇ ਨੱਕ ਵਾਲੀ ਔਰਤ ਆ ਰਹੀ ਆ, ਉਹਦਾ ਚਿਹਰਾ ਬਿਲਕੁਲ ਰੰਗਿਆ ਹੋਇਆ ਆ, ਔਰ ਕਹਿੰਦੀ ਕਿ ਉਹ ਆਉਂਦੀ ਔਰ ਉਸ ਬੱਚੇ ਨੂੰ ਫੜਦੀ, ਉਹਦੀਆਂ ਲੱਤਾਂ ਨੂੰ ਆਪਣੀ ਉਂਗਲਾਂ 'ਚ ਫਸਾਉਂਦੀ, ਔਰ ਉਹ ਜਿਹੜੀ ਨੀਲ ਨਦੀ ਜਾਂਦੀ ਸੀ ਉਹਦੇ ਉੱਤੇ ਦੀਵਾਰ ਸੀਗੀ, ਉਸ ਦੀਵਾਰ ਦੇ ਉੱਤੇ ਆ ਕੇ ਪਟਕ ਦਿੰਦੀ, ਸਿਰ ਮਾਰਦੀ ਉੱਥੇ ਦਾ ਬੱਚਾ ਨਾਲ ਦੀ ਨਾਲ ਮਰ ਜਾਂਦਾ। ਉੱਦਾਂ ਹੀ ਉਹ ਨੀਲ ਨਦੀ 'ਚ ਸੁੱਟ ਦਿੰਦੀ, ਔਰ ਨੀਲ ਨਦੀ 'ਚ ਕੀ ਸੀਗੇ? ਮਗਰਮੱਛ, ਉਹਨੂੰ ਖਾ ਲੈਂਦੇ। ਮਾਵਾਂ ਰੋਂਦੀਆਂ, ਕਲਪਦੀਆਂ, ਪਿੱਟਦੀਆਂ ਰਹਿ ਜਾਂਦੀਆਂ, ਕੋਈ ਸੁਣਵਾਈ ਨਹੀਂ ਸੀਗੀ। ਏਦਾਂ ਦੀ ਗੁਲਾਮੀ ਦੇ ਵਿੱਚੋਂ ਲੋਕ ਆਜ਼ਾਦ ਕਰ ਦਿੱਤੇ ਗਏ। ਏਦਾਂ ਦੀ ਗੁਲਾਮੀ ਦੇ ਵਿੱਚੋਂ ਕਿ ਹੁਣ ਉਹਨਾਂ ਦੇ ਬੇਟੇ ਆਪਣਾ ਜੀਵਨ ਗੁਜ਼ਾਰ ਸਕਦੇ ਆ, ਲੰਬਾ ਜੀਵਨ ਗੁਜ਼ਾਰ ਸਕਦੇ ਆ। ਤੇ ਛੋਟੀ ਜਿਹੀ ਗੱਲ ਨਹੀਂ ਭੈਣ ਭਰਾਓ, ਜਦੋਂ ਕਿ ਭੈਣ ਭਰਾ ਪ੍ਰਭੂ ਦੇ ਵਿੱਚ ਆਉਂਦਾ ਆ, ਔਰ ਆ ਕੇ ਕਹਿੰਦਾ ਆ ਕਿ ਮੈਨੂੰ ਆਜ਼ਾਦੀ ਚਾਹੀਦੀ ਆ, ਦੁਸ਼ਟ ਆਤਮੇ ਮੈਨੂੰ ਪਰੇਸ਼ਾਨ ਕਰਦੇ ਆ, ਮੇਰੇ ਤੇ ਆਹ ਚੀਜ਼ਾਂ ਦੀ ਪ੍ਰੋਬਲਮ ਆ, ਕੋਈ ਐਵੇਂ ਨਹੀਂ ਆ ਜਾਂਦਾ ਪ੍ਰਭੂ ਦੇ ਵਿੱਚ, ਉਹ ਜ਼ਰੂਰ ਕੁਝ ਪਾਉਣ ਦੇ ਲਈ ਆਉਂਦਾ ਆ, ਔਰ ਪ੍ਰਭੂ ਉਹਨੂੰ ਬਖਸ਼ਦਾ ਵੀ ਆ, ਪ੍ਰਭੂ ਉਹਨੂੰ ਉਹ ਚੀਜ਼ਾਂ ਮੁਹੱਈਆ ਕਰਵਾਉਂਦਾ ਆ। ਪਰ ਜਦੋਂ ਆਜ਼ਾਦੀ ਉਹਨਾਂ ਨੂੰ ਮਿਲ ਗਈ, ਪਰ ਉਹ ਵਚਨ ਨੂੰ ਮੰਨਣ ਲਈ ਹਾਲੇ ਵੀ ਤਿਆਰ ਹੀ ਨਹੀਂ ਗਏ। ਉੱਥੇ ਹੀ ਵਧੀਆ ਸੀਗਾ, ਕਹਿੰਦੇ ਅਸੀਂ ਉੱਥੇ ਤਰਾ ਖਾਂਦੇ ਸੀਗੇ, ਭਾਵੇਂ ਸਾਨੂੰ ਕਹਾਣੀ ਮਾਰਨੀ ਪੈਂਦੀ ਸੀਗੀ, ਉੱਥੇ ਅਸੀਂ ਖੀਰੇ ਖਾਂਦੇ ਸੀਗੇ, ਕਿਆ ਵਧੀਆ ਉੱਥੇ ਲਸਣ ਦੇ ਸਵਾਦ ਸੀਗੇ, ਕਿਆ ਵਧੀਆ ਅਸੀਂ ਉੱਥੇ ਬਟੇਰੇ ਖਾਂਦੇ ਸੀਗੇ, ਭਾਵੇਂ ਸਾਡੀਆਂ ਜਨਾਨੀਆਂ ਵੀ ਕੰਮ ਤੇ ਬੁਲਾਈਆਂ ਜਾਂਦੀਆਂ ਸੀਗੀਆਂ, ਭਾਵੇਂ ਸਾਡੀਆਂ ਧੀਆਂ ਨੂੰ ਰਾਜੇ ਦੇ ਮਹਿਲ ਦੇ ਵਿੱਚ ਲੈ ਕੇ ਜਾਂਦਾ ਸੀ, ਗੋਲੀਆਂ ਬਣਾ ਕੇ ਰੱਖਿਆ ਜਾਂਦਾ ਸੀ, ਭਾਵੇਂ ਕਿ ਸਾਡੇ ਨਾਲ ਜਿੱਦਾਂ ਦਾ ਮਰਜ਼ੀ ਦੁਰਵਰਤਾਓ ਕੀਤਾ ਜਾਂਦਾ ਸੀਗਾ, ਪਰ ਤਾਂ ਵੀ ਅਸੀਂ ਕਹਿੰਦਾ ਵਚਨ ਨਹੀਂ ਮੰਨ ਸਕਦੇ। ਨਾ ਉਹ ਇੱਧਰ ਹੀ ਆ ਸਕਦੇ, ਨਾ ਇੱਧਰ ਹੀ ਵਿਚਾਲੇ ਪ੍ਰਭੂ ਵਾਲੇ ਬਣੇ ਰਹਿਣਾ ਚਾਹੁੰਦੇ ਆ, ਪਰ ਵਚਨ ਵੀ ਨਹੀਂ ਮੰਨਣਾ ਚਾਹੁੰਦੇ। ਕਿਹਨਾਂ ਨੂੰ ਗੱਲ ਸਮਝ ਆ ਰਹੀ? ਉਹਦਾ ਕਿਰਪਾ ਦਾ ਸਿੰਘਾਸਨ ਨਿਆਂ 'ਚ ਐਦਾਂ ਬਦਲਦਾ ਆ, ਉਹਦਾ ਹਿਰਦਾ ਜੋ ਸਾਡੇ ਲਈ ਭਲਾਈ ਦੇ ਨਾਲ ਭਰਿਆ ਆ, ਉਹ ਸਾਡੇ ਹਾਲਾਤਾਂ ਨੂੰ ਬਦਲਣਾ ਚਾਹੁੰਦਾ ਹੈ। ਉਹ ਕਹਿੰਦਾ ਮੇਰੀ ਨਿਗਾਹ ਸਦਾ ਧਰਮੀਆਂ ਦੇ ਉੱਤੇ ਲੱਗੀ ਰਹਿੰਦੀ ਆ, ਪਰ ਉਹਦੇ ਅੰਦਰ ਗੁਣ ਆ ਕਿ ਉਹ ਬਚਾਉਣ ਵਾਲਾ ਆ, ਇਹ ਉਹਦਾ ਗੁਣ ਆ। ਪਰ ਇੱਥੋਂ ਤੱਕ ਕਿ ਇਸ ਤੋਂ ਪਹਿਲਾਂ ਉਹਨੇ ਸਵਰਗ ਦੂਤ ਬਣਾਏ, ਔਰ ਦੂਤ ਉਹਦੀ ਉਪਾਸਨਾ ਕਰ ਰਹੇ ਸੀਗੇ, ਪਰ ਦੂਤ ਪਾਪ ਲਫ਼ਜ਼ ਨੂੰ ਵੀ ਨਹੀਂ ਜਾਣਦੇ। ਉਹ ਕੁਛ ਐਦਾਂ ਦੇ ਲੋਕਾਂ ਨੂੰ ਆਜ਼ਾਦ ਕਰਨਾ ਚਾਹੁੰਦੇ ਜਿਹੜੇ ਗੁਲਾਮੀ 'ਚ ਫਸੇ ਆ, ਜਿਹੜੇ ਗਲਤ ਭਗਤੀ 'ਚ ਫਸੇ ਆ। ਹਾਲੇਲੂਇਆ। ਜਿਨ੍ਹਾਂ ਨੂੰ ਪਤਾ ਨਹੀਂ ਕਿ ਅਸਲੀ ਰੱਬ ਕੌਣ ਆ, ਹਨਾ? ਐਦਾਂ ਦੇ ਲੋਕਾਂ ਨੂੰ ਆਜ਼ਾਦ ਕਰਦਾ ਆ, ਐਦਾਂ ਦੇ ਲੋਕਾਂ ਨੂੰ ਉਹ ਬਾਹਰ ਕੱਢਦਾ ਆ। ਪਰ ਜਦੋਂ ਬਾਹਰ ਕੱਢ ਲੈਂਦਾ ਆ, ਫਿਰ ਕਹਿੰਦੇ ਬਸ ਹੁਣ ਤੂੰ ਕੌਣ ਤੇ ਮੈਂ ਕੌਣ। ਜਦੋਂ ਬਰਕਤ ਮਿਲ ਗਈ, ਇਹ ਤਾਂ ਬਹੁਤ ਅਸੀਂ ਲੋਕ ਜਾਣਦੇ ਆ, ਕਈ ਵਾਰ ਉਹਨਾਂ ਨੂੰ ਭ੍ਰਿਸ਼ਟ ਆਤਮੇ ਦੁਖੀ ਕਰਦੇ, ਪਰ ਜਦੋਂ ਭ੍ਰਿਸ਼ਟ ਆਤਮੇ ਪ੍ਰਭੂ ਭਜਾ ਦਿੰਦਾ ਆ, ਬੰਦਾ ਨਹੀਂ ਭਜਾਉਂਦਾ, ਪ੍ਰਭੂ ਭਜਾਉਂਦਾ ਹੈ, ਫਿਰ ਉਹ ਝੱਟ 'ਚ ਫਿਰ ਜਾਂਦੇ। ਨਸ਼ਿਆਂ ਵਾਲੇ ਮੁੰਡੇ ਆਪਾਂ ਰੱਖੇ, ਹਨਾ, ਕਿੰਨੇ ਰੱਖੇ, ਪਰ ਜਦੋਂ ਉਹਨਾਂ ਨੂੰ ਲੱਗਿਆ ਨਾ ਵੀ ਬਸ ਹੁਣ ਮੈਂ ਥੋੜਾ ਸੈੱਟ ਹੋ ਗਿਆ ਆ, ਸਹੀ ਹੋ ਗਿਆ, ਮੇਰਾ ਆਸ ਪਾਸ ਗੁਆਂਢ ਮਹੱਲੇ 'ਚ ਮੇਰਾ
ਚਰਿੱਤਰ ਥੋੜਾ ਵਧੀਆ ਹੋ ਗਿਆ, ਲੋਕ ਹੁਣ ਮੈਨੂੰ ਥੋੜਾ ਸਹੀ ਨਾ ਕਰਨਾ ਜਾਣਦਾ। ਇੱਜ਼ਤ ਦੀ ਨਿਗਾਹ ਨਾਲ ਦੇਖਦੇ ਆ, ਨਾਲ ਹੀ ਫਿਰ ਗਏ। ਪਰ ਹਾਲੇ ਤੱਕ ਬੇਬਰਕਤੀਆਂ ਚੱਲ ਰਹੀ, ਹਾਲੇ ਤੱਕ ਉਹਨਾਂ ਦੇ ਘਰਾਂ ਚੋਂ ਸ਼ਰਾਪ ਨਿਕਲੇ ਨਹੀਂ ਗਏ। ਪਰ ਕਿਆ ਹੀ ਉਹ ਮੁੰਡੇ ਜਿਨ੍ਹਾਂ ਨੇ ਨਸ਼ਾ ਛੱਡ ਦਿੱਤਾ, ਪ੍ਰਭੂ ਨੇ ਆਪਣੀ ਬਰਕਤ ਉਹਨਾਂ ਦੇ ਨਾਲ ਜੋੜ ਦਿੱਤੀ। ਉਹਨਾਂ ਦੇ ਕਾਰਨ ਉਹਨਾਂ ਦੇ ਪਰਿਵਾਰ ਬਰਕਤ ਪਾ ਰਹੇ। ਸੱਚ ਹੈ ਹਨਾ? ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਆਮੇਨ। ਪ੍ਰਭੂ ਜਿਹੜੇ ਕੰਮ ਕਰਦਾ ਆ ਉਹ ਲੌਕਿਕ ਆ, ਸੱਚ ਹੈ। ਉਹ ਸਦਾ ਤੋਂ ਸਦਾ ਦੇ ਕੰਮ ਕਰਦਾ ਹੈ, ਔਰ ਉਹ ਆਇਆ ਹੀ ਸਾਨੂੰ ਬਚਾਉਣ ਦੇ ਲਈ ਹੈ। ਹਾਲੇਲੂਇਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਈ ਵਾਰ ਜਦੋਂ ਲੋਕਾਂ ਨੂੰ ਇੱਕ ਸਹੀ ਮਾਰਗ, ਇੱਕ ਸਹੀ ਜਗ੍ਹਾ ਦਿਖਾ ਦਿੱਤੀ ਜਾਂਦੀ ਆ, ਤੁਹਾਨੂੰ ਲੱਗਦਾ ਕਿ ਬਸ ਠੀਕ ਹੈ, ਹੁਣ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਮਰਜ਼ੀ ਚੱਲੀ ਜਾਓ। ਉਹਦਾ ਵਚਨ ਕੁਹਾੜਾ ਬਣ ਜਾਂਦਾ ਆ। ਉਹਦਾ ਜਿਹੜਾ ਕਿਰਪਾ ਦਾ ਸਿੰਘਾਸਨ ਹੈ ਉਹ ਨਿਆਂ ਦਾ ਸਿੰਘਾਸਨ ਬਣ ਜਾਂਦਾ ਆ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਭੈਣੋ ਤੇ ਭਰਾਓ, ਕਿੰਨੇ ਕਿਰਪਾ ਪਾਉਣੀ ਚਾਹੁੰਦੇ ਆ? ਕਿਉਂਕਿ ਉਹਦਾ ਵਚਨ ਬਿਆਨ ਕਰਦਾ ਕਿ ਜਿਹੜਾ ਬ੍ਰਿਸ਼ ਮੇਰੇ ਪਿਤਾ ਦੀ ਮਰਜ਼ੀ ਨਾਲ ਨਹੀਂ ਲੱਗਾ, ਉਹ ਜੜੋਂ ਉਖਾੜ ਦਿੱਤਾ ਜਾਣਾ। ਜਾੜੀ ਉਹਦੀ ਪੁੱਟ ਦਿੱਤੀ ਜਾਣੀ ਹੈ ਉਸ ਕੁਹਾੜੇ ਦੇ ਨਾਲ। ਤੁਹਾਨੂੰ ਯਾਦ ਹੈ ਆਪਾਂ ਪ੍ਰਚਾਰ ਕੀਤਾ ਸੀ ਕਿ ਯਹੋਸ਼ੂਆ ਨੇ 12 ਮੂਸਾ ਨੇ ਸ਼ਾਇਦ 12 ਖਬਰੀ ਭੇਜੇ। ਸੱਚ ਹੈ। ਆਮੇਨ। ਮੂਸਾ ਨੇ ਭੇਜੇ, ਔਰ ਜਦੋਂ ਭੇਜੇ ਤੇ ਆਪਾਂ ਪ੍ਰਚਾਰ ਕੀਤਾ ਸੀ, ਔਰ ਮੂਸਾ ਲੱਗਦਾ ਸੀ ਕਿ ਸਾਰੇ ਹੀ ਬੜੇ ਵਧੀਆ ਆ, ਸੂਰਬੀਰ ਬੜੇ ਦਲੇਰ ਆ ਬੰਦੇ। ਪਰ 10 ਆ ਕੇ ਰੋਣ ਪਿੱਟਣ ਲੱਗ ਪਏ, ਬਾਕੀਆਂ ਦਾ ਵੀ ਹੌਸਲਾ ਡੇਗ ਦਿੱਤਾ। ਅਸਲ 'ਚ ਪਰਮੇਸ਼ਰ ਨੂੰ ਸਭ ਕੁਝ ਪਤਾ ਸੀਗਾ, ਪਰ ਉਹ ਪਹਿਚਾਣ ਕਰਨਾ ਚਾਹੁੰਦਾ ਸੀ ਕਿ ਕਿਹੜੇ ਲੰਬਾ ਚੱਲਣ ਲਈ ਤਿਆਰ ਆ, ਔਰ ਕਿਹੜੇ ਬਸ ਆਪਦੀਆਂ ਬਸ ਸ਼ਰਤਾਂ ਮਨਾਉਣ ਦੇ ਲਈ ਆਇਆ। ਜਦੋਂ ਮੰਨ ਗਈਆਂ ਤੇ ਬਸ ਠੀਕ ਹੈ, ਉਹਨੇ ਭੱਜ ਜਾਣਾ। ਕਿੰਨੇ ਗੱਲ ਸਮਝ ਆਈ? ਮੈਂ ਕੀ ਕਿਹਾ ਭਲਾ? ਕੀ ਕਿਹਾ? ਭੈਣ ਨੂੰ ਪੁੱਛਦੇ, ਭੈਣ ਕੀ ਨਾ, ਭੈਣ ਕੀ ਨਾ, ਨੇਹਾ ਨੂੰ। ਹਾਂ, ਮੈਂ ਕੀ ਬੋਲਿਆ? ਧਿਆਨ ਕਰਨਾ ਹੈ ਆਪਾਂ, ਕਿਸੇ ਨੂੰ ਪੁੱਛਿਆ ਜਾ ਸਕਦਾ ਹੈ, ਔਰ ਮੈਂ ਉਹੀ ਪੁੱਛਾਂਗਾ ਜੋ ਮੈਂ ਬੋਲ ਰਿਹਾ ਹਾਂ। ਸੌਖਾ ਹੀ ਹੈ ਦੱਸਣਾ, ਕਿਉਂਕਿ ਮੈਂ ਬੋਲ ਰਿਹਾ ਤੁਹਾਡੇ ਸਾਹਮਣੇ, ਔਰ ਏਦਾਂ ਦੀ ਕੋਈ ਗੱਲ ਨਹੀਂ ਵੀ ਜਿਹੜੀ ਮੈਂ ਕੋਈ ਔਖੀ ਪੁੱਛਾਂ ਜਿਹੜੀ ਮੈਂ ਬੋਲ ਹੀ ਨਹੀਂ ਰਿਹਾ। ਹਨਾ? ਆਪਾਂ ਇਹ ਗੱਲ ਕਰ ਰਹੇ ਸੀ ਕਿ ਕੁਝ ਲੋਕ ਆਉਂਦੇ, ਉਹ ਸਭ ਦੀ ਆਪਦੀਆਂ ਸ਼ਰਤਾਂ ਮਨਾਉਣੀ ਪ੍ਰਭੂ ਨੂੰ ਆ ਜਾਂਦੇ, ਔਰ ਜਦੋਂ ਉਹਨਾਂ ਦੀਆਂ ਸ਼ਰਤਾਂ ਮੰਨ ਜਾਂਦੀਆਂ, ਉਹਨਾਂ ਦੀ ਦੁਆਵਾਂ ਸੁਣ ਲਈਆਂ ਜਾਂਦੀਆਂ, ਉਹਨਾਂ ਲਈ ਮਿਹਨਤ ਕੀਤੀ ਜਾਂਦੀ, ਔਰ ਜ਼ਿਆਦਾਤਰ ਦਾ ਪਾਸਟਰ ਸਾਹਿਬ ਤੁਸੀਂ ਰੋਜ਼ਾ ਰੱਖੋ, ਤੁਸੀਂ ਦੁਆ ਕਰੋ, ਤਾਂ ਪਾਸਟਰ ਨੇ ਕੋਈ ਤੁਹਾਡਾ ਦੇਣਾ? ਜੇ ਪਾਸਟਰ ਤੇ ਐਡਾ ਹੀ ਕੋਈ ਕੀ ਗੁਨਾਹ ਕੀਤਾ ਪਾਸਟਰ ਨੇ, ਉਹਦਾ ਕੀ ਕਸੂਰ ਹੈ? ਹਨਾ? ਮੈਂ ਬੜਾ ਅਜੀਬ, ਔਰ ਮੈਨੂੰ ਏਦਾਂ ਵੀ ਮੈਂ ਫਿਰ ਪਤਾ ਕੀ ਮੇਰੇ ਅੱਗੋਂ ਜਵਾਬ, ਮੈਂ ਕਿਹਾ ਆਓ ਤੁਹਾਡਾ ਪਰਿਵਾਰ ਵੀ ਸਾਰਾ ਬਹਾਨੇ ਤੇ ਅਸੀਂ ਵੀ ਬਹਿਨੇ ਤੁਹਾਡੇ ਨਾਲ। ਸੱਚ ਹੈ। ਇਕੱਠੇ ਰੋਜ਼ਾ ਰੱਖ ਲੈਣੇ। ਆਮੇਨ। ਫੇਰ ਨਹੀਂ ਆਉਂਦੇ, ਫੇਰ ਉਹਨਾਂ ਦੀ ਚੰਗਿਆਈ ਪਤਾ ਨਹੀਂ ਕਿੱਧਰ ਭੱਜ ਜਾਂਦੀ। ਤਰੀਕਾ ਆਇਆ ਜਿਸ ਘਰ ਨੇ ਬਰਕਤ ਲੈਣੀ ਉਹ ਪਰਿਵਾਰ ਬਵੇ। ਆਮੇਨ। ਘੁੱਟਨੇ ਟੇਕੇ, ਅਸੀਂ ਬਹਿਣ ਲਈ ਤਿਆਰ ਆ, ਆਓ ਬਹਿੰਦੇ ਆ। ਔਰ ਜਿਹੜੇ ਪਾਸਟਰਾਂ ਦੇ ਰੋਜ਼ੇ ਨਾ ਉਹ ਸਖਤ ਹੁੰਦੇ ਆ। ਸਖਤ ਹੁੰਦੇ ਆ, ਵਾਕਈ ਨਹੀਂ ਹੈ। ਕਿਤੇ ਰੱਖ ਕੇ ਵੇਖੋ ਕਿਸੇ ਪਾਸਟਰ ਦਾ ਰੋਜ਼ਾ, ਪਤਾ ਲੱਗੇਗਾ ਵੀ ਅਸਲੀ ਰੋਜ਼ਾ ਰੱਖਣ ਦਾ ਤਰੀਕਾ ਕੀ ਹੈ। ਪ੍ਰਭੂ ਤੁਹਾਨੂੰ ਬਰਕਤ ਦੇ। ਆਪਾਂ ਇੱਧਰ ਨੂੰ ਨਹੀਂ ਜਾਂਦੇ, ਇਹ ਕਹਿਣਾ ਚਾਹੁੰਦੇ ਆ ਕਿ ਕਈ ਵਾਰ ਲੋਕ ਆਉਂਦੇ ਆ, ਬਰਕਤਾਂ ਲੈ ਜਾਂਦੇ, ਫਿਰ ਜਾਂਦੇ, ਪਰ ਉਹਨੂੰ ਲੱਗਦਾ ਬਸ ਹੁਣ ਸਾਡਾ ਬਚਾਅ ਹੋ ਗਿਆ, ਬਸ ਠੀਕ ਆ। ਪਰ ਬਾਈਬਲ ਬਿਆਨ ਕਰਦੀ ਅਗਰ ਕੋਈ ਭ੍ਰਿਸ਼ਟ ਆਤਮਾ ਨਿਕਲਦਾ ਆ ਤੇ ਆਪਣੇ ਤੋਂ ਭੈੜੇ 7 ਹੋਰ ਲੈ ਕੇ ਆਉਂਦਾ ਹੈ। ਸੱਚ ਹੈ। ਆਮੇਨ। ਔਰ ਉਸ ਪਰਿਵਾਰ ਦਾ, ਉਸ ਘਰ ਦਾ ਪਹਿਲਾਂ ਨਾਲੋਂ ਬੁਰਾ ਹਾਲ ਹੋ ਜਾਂਦਾ ਹੈ। ਸੱਚ ਹੈ। ਕਦੀ ਦੇਖਿਓ ਤੁਸੀਂ ਜਿਹੜਾ ਕੋਈ ਪ੍ਰਭੂ ਚ ਆਇਆ ਔਰ ਜਲਦੀ ਨਾਲ ਨਹੀਂ ਭੱਜ ਗਿਆ, ਉਹਨਾਂ ਦੇ ਕਦੇ ਹਾਲਾਤ ਜਾ ਕੇ ਚੈੱਕ ਕਰਕੇ ਦੇਖੋ। ਮੈਂ ਤਾਂ ਦੇ ਬਹੁਤ ਘਰ ਗਣਾ ਕੇ ਦੱਸ ਸਕਦਾ ਤੁਹਾਨੂੰ। ਆਏ, ਸ਼ਿਫਾ ਲਈ, ਭੱਜ ਗਏ, ਉਹਨੂੰ ਲੱਗਾ ਬਸ ਠੀਕ ਹੈ, ਹੁਣ ਪਾਸਟਰ ਦੀ ਕੋਈ ਲੋੜ ਹੀ ਨਹੀਂ, ਖਿਡੌਣਾ ਸੀਗਾ ਜਦ ਤੱਕ ਖੇਡਿਆ, ਮਜ਼ਾ ਆਇਆ, ਬਾਅਦ 'ਚ ਸੁੱਟ ਦਿੱਤਾ। ਪ੍ਰਭੂ ਦੇ ਹੱਥਾਂ 'ਚ ਜਾਣਾ ਛੋਟੀ ਜੀ ਗੱਲ ਨਹੀਂ ਗੀ। ਪ੍ਰਭੂ ਨੂੰ ਐਕਸੈਪਟ ਕਰਨਾ ਛੋਟੀ ਜੀ ਗੱਲ ਨਹੀਂ ਗੀ। ਮੈਂ ਇਸ ਗੱਲ ਦੇ ਉੱਤੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਕਿੰਨੇ ਸੁਣ ਰਹੇ ਹੋ? ਉਹ ਕਹਿੰਦਾ ਅਗਰ ਕੋਈ ਨਹੀਂ ਮੰਨਦਾ ਉਹਨੂੰ ਸਿੱਧਾ ਸ਼ੈਤਾਨ ਦੇ ਹੱਥਾਂ 'ਚ ਦੇ ਦਿਓ।
ਆਮੇਨ। ਸ਼ੈਤਾਨ ਦੇ ਹੱਥ ਕਹਿੰਦਾ ਉਹਨੂੰ ਦੁਆ ਕਰੋ, ਇੱਥੇ ਖੜ ਕੇ ਦੁਆ ਕਰੋ, ਕੋਈ ਸਮਾਂ ਦਿਓ ਉਹਨੂੰ ਵੇਲ ਤੋਬਾ ਕਰਨ ਦਾ, ਵੇਲ ਦਿਓ ਕਹਿੰਦਾ ਉਹਨੂੰ। ਜਦੋਂ ਕਹਿੰਦਾ ਮੈਂ ਇਹਨੂੰ ਵੇਲ ਦੇ ਛੱਡੀ ਹੈ, ਪ੍ਰਕਾਸ਼ ਦੀ ਪੁੱਤ ਚ ਪੜ੍ਹਦੇ ਆਪਾਂ ਆਮੇਨ। ਹਨਾ, ਉਹਨੂੰ ਵੇਲ ਦਿਓ, ਉਹ ਸਮਾਂ ਆ, ਪੀਰੀਅਡ ਆ ਕੁਛ, ਔਰ 1 ਮਹੀਨੇ ਦਾ ਪੀਰੀਅਡ ਆ। ਔਰ ਐਦਾਂ ਕਰਕੇ ਕਿ ਕਹਿੰਦੇ ਕਿ ਪਹਿਲਾਂ ਪਾਸਟਰ ਜਾਵੇ, ਜਾ ਕੇ ਉਹਨੂੰ ਕਹੇ ਕਿ ਭਾਈ ਤੂੰ ਸਹੀ ਹੋ ਜਾ, ਕਿਸ ਗੱਲ ਦਾ ਗੁੱਸਾ ਤੈਨੂੰ, ਕਿਹਦੇ ਨਾਲ ਨਾਰਾਜ਼ਗੀ ਆ, ਉਹਦੇ ਨਾਰਾਜ਼ਗੀ ਤੇਰੀ ਕਢਾ ਦਿੰਦੇ ਹੈਨਾ। ਅਸੀਂ ਫਿਰਕਾ ਪ੍ਰਸਤੀ ਕਿਉਂ ਨਹੀਂ ਹਾਂ ਉਸ ਮੈਸੇਜ 'ਚ। ਕਹਿੰਦਾ ਸੇਵਕ ਜਾਵੇ ਔਰ ਜਾ ਕੇ ਉਹਨੂੰ ਕਹੇ ਵੀ ਭਾਈ ਕਿਉਂ ਪਿੱਛੇ ਹਟ ਗਿਆ, ਹੁਣ ਤਾਂ ਤੈਨੂੰ ਚੰਗਿਆਈ ਵੀ ਮਿਲ ਗਈ, ਸਭ ਕੁਝ ਹੋ ਗਿਆ, ਕੀ ਹੋਇਆ। ਫਿਰ ਉਹ ਤੋਮਤਾ ਲਾਏਗਾ ਭਾਈ ਤੇਜੂ ਠੀਕ ਨਹੀਂਗਾ, ਕਲੀਸਿਆ 'ਚ ਮੈਨੂੰ ਤਾਂ ਕੋਈ ਭਾਈ ਇੱਜ਼ਤ ਦਿੰਦਾ ਹੀ ਨਹੀਂਗਾ, ਤੂੰ ਭਾਈਆਂ ਦੀ ਇੱਜ਼ਤ ਲੈ ਕੇ ਕੀ ਕਰਨਾ, ਪ੍ਰਭੂ ਤੈਨੂੰ ਦੇ ਰਿਹਾ ਇੱਜ਼ਤ ਹੈਨਾ। ਹਾਲੇ ਕਿ ਭਾਈ ਏਦਾਂ ਕਰਦੇ ਨਹੀਂਗੇ ਏਦਾਂ। ਔਰ ਮੈਂ ਕਿਹਾ ਠੀਕ ਹੈ ਭਾਈ ਤੇਜੂ ਨੂੰ ਕੋਈ ਪ੍ਰੋਬਲਮ ਆ, ਮੈਂ ਕਿਸੇ ਪਰਿਵਾਰ ਦੀ, ਹੁਣ ਮੈਂ ਕਿਸੇ ਪਰਿਵਾਰ 'ਚ ਵੜ ਗਿਆ ਤੇ ਮੈਂ ਕਿਹਾ ਚਲ ਠੀਕ ਹੈ ਭਾਈ ਤੇਜੂ ਨਾਲ ਪ੍ਰੋਬਲਮ ਹੈ ਤੇ ਆਪਾਂ ਭਾਈ ਤੇਜੂ ਨੂੰ ਬੁਲਾ ਲੈ। ਨਾ 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 ਬੁਲਾਇਓ ਨਾ, ਉਹਨੂੰ ਪਤਾ ਸੱਚ ਜ਼ਾਹਰ ਹੋ ਜਾਣਾ। ਗੱਲ ਤਾਂ ਉਦੋਂ ਆ ਜਦੋਂ ਮੂੰਹ ਬਰੋਬਰੀ ਗੱਲ ਹੋਈ। ਸੱਚ ਹੈ। ਆਮੇਨ। ਔਰ ਇਦਾਂ ਹੀ ਭਾਈ ਮੋਹਨ ਨੇ ਆਹ ਗੱਲ ਸਾਨੂੰ ਦੱਸੀ, ਮੈਂ ਕਿਹਾ ਵੀ ਇਹ ਵੀ ਗੱਲ ਸੀ। ਮੈਂ ਕਿਹਾ ਚਲੋ ਠੀਕ ਹੈ। ਔਰ ਕੀ ਹੋਇਆ ਕਿ ਭਾਈ ਬ੍ਰੈਨਨ ਨੇ ਕਿਹਾ ਕਿ ਇਦਾਂ ਇੱਕ ਸੇਵਕ ਸੀਗਾ, ਉਹਦਾ ਬੇਟਾ ਸਹੀ ਨਹੀਂ ਸੀਗਾ, ਪਰ ਉਹ ਆਪਣੇ ਬੇਟੇ ਕੋਲ ਗਿਆ ਔਰ ਕਹਿੰਦਾ ਕਿ ਵੈਂਸਲੇ ਤੂੰ ਆਪਣੇ ਆਪ ਨੂੰ ਪ੍ਰਭੂ ਦੇ ਨਾਲ ਸਹੀ ਕਰ ਲੈ, ਤੈਨੂੰ ਕਰਨਾ ਪੈਣਾ ਸਹੀ। ਸੱਚ ਹੈ। ਅਤੇ ਬਾਪ ਨੂੰ ਕਹਿੰਦਾ ਤੂੰ ਇੱਕ ਸਣਕੀ ਆ, ਤੈਨੂੰ ਹੋਰ ਕੁਛ ਨਹੀਂ ਪਤਾ। ਉਹ ਕਹਿੰਦਾ ਠੀਕ ਹੈ। ਉਹ ਇੱਕ ਡੀਕਨ ਨੂੰ ਲੈ ਕੇ ਗਿਆ ਉਹਦੇ ਕੋਲ, ਕਹਿੰਦਾ ਤੂੰ ਆਪਣੇ ਆਪ ਨੂੰ ਪ੍ਰਭੂ ਦੇ ਨਾਲ ਸਹੀ ਕਰ ਲੈ। ਉਹ ਕਹਿੰਦਾ ਮੈਂ ਤੁਹਾਡੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਤੀਸਰੀ ਵਾਰ ਉਹ ਨਹੀਂ ਗਿਆ, ਤੀਸਰੀ ਵਾਰ ਉਹਨੂੰ ਸਮਾਂ ਦੇ ਦਿੱਤਾ ਕਿ ਇੰਨੇ ਦਿਨਾਂ ਦਾ ਤੇਰੇ ਕੋਲ ਸਮਾਂ ਆ ਕਿ ਜਾਂ ਤਾਂ ਤੂੰ ਠੀਕ ਕਰ ਲਾ ਆਪਦੇ ਆਪ ਨੂੰ ਪ੍ਰਭੂ ਦੇ ਨਾਲ, ਤੇ ਨਹੀਂ ਤਾਂ ਅਸੀਂ ਤੇਰੇ ਲਈ ਦੁਆ ਕਰ ਦੇਣੀ ਹੈ। 1 ਮਹੀਨਾ ਵਾਪਰਿਆ, ਉਹਨੇ ਉਹਨੂੰ ਕੋਈ ਟੈਨਸ਼ਨ ਹੀ ਨਹੀਂ, ਕਿਉਂਕਿ ਜੋ ਚੀਜ਼ਾਂ ਉਹਨੂੰ ਪਰੇਸ਼ਾਨ ਨਹੀਂ ਕਰ ਦਿੰਦੀਆਂ ਸੀਗੀਆਂ, ਕਈ ਵਾਰੀ ਦਿਲ ਹੀ ਧੜਕਦਾ ਸੀਗਾ ਉਹਦੇ ਤੇ ਕਦੇ ਦੁਆ ਕਰੋ ਇਹਨੂੰ ਕੁਛ ਹੁੰਦਾ ਆ ਹਨਾ। ਜਿਹੜੀਆਂ ਚੀਜ਼ਾਂ ਦਾ ਉਹਦੇ ਦਿਲ 'ਚ ਡੁਬਕੂ ਸੀਗਾ, ਉਹ ਚੀਜ਼ਾਂ ਜਾਂਦੀਆਂ ਰਹੀਆਂ, ਉਹ ਭ੍ਰਿਸ਼ਟਾਤਮੇ ਉਹਦੇ 'ਚ ਜਾਂਦੇ ਰਹੇ। ਹੁਣ ਕੋਈ ਚੀਜ਼ ਨਹੀਂ ਜਿਹੜੀ ਉਹਨਾਂ ਨੂੰ ਪਰੇਸ਼ਾਨ ਕਰਨ ਵਾਲੀ। ਹੁਣ ਬਰਕਤਾਂ ਆ ਰਹੀਆਂ ਆ, ਵਧੀਆ ਸੁੱਖ ਦੀ ਖਾਂਦੇ ਆ, ਸਭ ਕੁਝ ਵਧੀਆ ਹੋ ਗਿਆ, ਸਭ ਕੁਝ ਠੀਕ ਹੋ ਗਿਆ। ਹੁਣ ਪ੍ਰਭੂ ਦੀ ਕੀ ਲੋੜ ਹੈ ਉਹਨਾਂ ਨੂੰ ਹਨਾ। ਜਿੱਦਾਂ ਚਾਚਾ ਦੱਸ ਰਿਹਾ ਸੀਗਾ ਕਿ ਇੱਕ ਦਿਨ ਉਹ ਬੰਦਾ ਮੰਗ ਰਿਹਾ ਸਕੂਟਰ, ਕਹਿੰਦਾ ਪਾਪਾਂ ਤੇ ਪੀ ਵਾਲਾ ਹੁਰਨ ਰਖਾਵਾਂ ਦਾ ਸਕੂਟਰ 'ਚ, ਤੇ ਕਹਿੰਦਾ ਬਹੁਤ ਵਧੀਆ ਗਾਣੇ ਗੀਤ ਗਾਉਂਦਾ ਹੁੰਦਾ ਸੀ ਇੱਥੇ, ਬਹੁਤ ਵਧੀਆ। ਪ੍ਰਭੂ ਨੇ ਇੰਨੀਆਂ ਕੁ ਬਰਕਤਾਂ ਦਿੱਤੀਆਂ ਕਿ ਬਹੁਤ ਜ਼ਿਆਦੀਆਂ। ਔਰ ਇੱਕ ਦਿਨ ਉਹ ਇੱਦਾਂ ਡਿੱਗ ਗਿਆ, ਜਿਹਨੂੰ ਆਪਣੇ ਹਾਲਾਤ ਭੁੱਲ ਗਏ ਕਿ ਮੈਂ ਕਿਹੜੀਆਂ ਗੁਲਾਮੀਆਂ 'ਚ ਕੱਢਿਆ ਗਿਆ ਹੈ, ਮੈਂ ਕਿੰਨਾ ਹਾਲਾਤਾਂ 'ਚ ਬਾਹਰ ਕੱਢਿਆ ਗਿਆ ਹੈ। ਅੱਜ ਉਸ ਘਰ ਦਾ ਹਾਲ ਬਿਲਕੁਲ ਬੱਤਰ ਆ। ਅਸੀਂ ਹਾਲੇ ਵੀ ਜਾਂਦੇ ਹਾਂ ਉਸ ਪਰਿਵਾਰ 'ਚ, ਕੋਈ ਹਾਲ ਨਹੀਂ, ਬੇਬਰਕਤੀ ਹੈ ਘਰ 'ਚ। ਔਰ ਏਦਾਂ ਲੱਗਦਾ ਕਿ ਉਹ ਬੜਾ ਵਧੀਆ ਆਲੀਸ਼ਾਨ ਘਰ ਸੀਗਾ, ਪਰ ਮੈਂ ਸਿੱਧੀ ਜੀ ਗੱਲ ਕਹਾਂ ਖੰਡਰ ਲੱਗਦਾ, ਦੁਬਾਰਾ ਢੱਠੀਆਂ ਪਈਆਂ, ਬਹੁਤ ਬੁਰਾ ਹਾਲ ਹੈ। ਮੈਂ ਦੱਸਣ ਦੀ ਕੋਸ਼ਿਸ਼ ਆ ਕਿ ਲੋਕ ਪ੍ਰਭੂ ਨੂੰ ਛੱਡ ਕੇ ਭੱਜ ਨਹੀਂ ਸਕਦੇ। ਮੈਂ ਡਰਾਉਣ ਦੇ ਲਈ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਪ੍ਰਭੂ ਦੀ ਆਗਿਆਕਾਰੀ ਦੇ ਵਿੱਚ ਬਣੇ ਰਹੋ, ਪ੍ਰਭੂ ਦੇ ਅਧੀਨ ਬਣੇ ਰਹੋ। ਸੱਚ ਹੈ। ਜੇ ਬਰਕਤ ਨਹੀਂ ਵੀ ਨਾ ਮੇਰੀ ਅਧੀਨ ਬਣੇ ਰਹੋ, ਹੋ ਸਕਦਾ ਪ੍ਰਭੂ ਤੁਹਾਨੂੰ ਵੱਧ ਕੇ ਦੇਣ ਦੀ ਕੋਸ਼ਿਸ਼ ਹੈ, ਪ੍ਰਭੂ ਤੁਹਾਡੇ ਲਈ ਤੁਹਾਡੀਆਂ ਸੋਚਾਂ ਤੋਂ ਵੱਧ ਕੇ ਕਰਨ ਦੀ ਕੋਸ਼ਿਸ਼ ਹੈ। ਹਾਲੇਲੂਇਆ। ਔਰ ਕੀ ਹੋਇਆ ਕਿ ਉਸ ਮੁੰਡੇ ਨੂੰ, ਪਾਸਟਰ ਦੇ ਮੁੰਡੇ ਨੂੰ ਸਮਝਾਇਆ ਗਿਆ, ਪਰ ਉਹ ਕਾਬੂ ਨਾ ਆਇਆ। ਉਹਦਾ ਆਪਣਾ ਪਰਿਵਾਰ ਆਪਦੇ ਪਰਿਵਾਰ ਦੇ ਨਾਲ ਲੱਗ ਰਹਿ ਰਿਹਾ। ਔਰ ਇੱਕ ਦਿਨ ਉਹ ਬਿਮਾਰ ਪੈ ਗਿਆ। ਜਿੱਦਾਂ ਹੀ ਬਿਮਾਰ ਪਿਆ, ਕੋਈ ਹੱਲ ਨਹੀਂ ਨਿਕਲ ਰਿਹਾ। ਡਾਕਟਰ ਦੀਆਂ ਰਿਪੋਰਟਾਂ, ਕਹਿੰਦੇ ਰਿਪੋਰਟਾਂ 'ਚ ਕੁਛ ਨਹੀਂ ਆਉਂਦਾ ਜੀ। ਉਹ ਡਾਕਟਰ ਤੋਂ ਕਹਿੰਦੇ ਵੀ ਔਖਾ ਆ, ਕਿਸੇ ਹੋਰ ਹਸਪੀਟਲ 'ਚ ਲੈ ਜਾਓ ਇਹਨੂੰ, ਸਾਡਾ ਜਵਾਬ ਆ ਹੋਰ ਹਸਪੀਟਲ 'ਚ ਲੈ ਜਾਓ।
ਜਦੋਂ ਇਦਾਂ ਦਾ ਸਭ ਕੁਝ ਹੋ ਰਿਹਾ ਆ ਔਰ ਨਰਸਾਂ ਨੂੰ ਕਹਿ ਰਿਹਾ ਇੱਕ ਵਾਰ ਮੇਰੀ ਪਤਨੀ ਨੂੰ ਬੁਲਾ ਦਿਓ, ਇੱਕ ਵਾਰ ਪਤਨੀ ਨੂੰ ਬੁਲਾ ਦਿਓ। ਔਰ ਪਤਨੀ ਨੂੰ ਕੀ ਕਹਿ ਰਿਹਾ? ਜਲਦੀ ਦੇਣੀ ਡੈਡੀ ਨੂੰ ਬੁਲਾ ਲੈ। ਡੈਡੀ ਉਹਦਾ ਕੀ ਆ? ਪਾਸਟਰ ਆ, ਜਿਹੜਾ ਕਦੀ ਉਹਨੂੰ ਕਹਿ ਰਿਹਾ ਕਿ ਤੂੰ ਪ੍ਰਭੂ ਦੇ ਨਾਲ ਆਪਣੇ ਸੰਬੰਧਾਂ ਨੂੰ ਸਹੀ ਕਰ ਲੈ, ਕਿਉਂਕਿ ਉਹਦੇ ਲਈ ਦੁਆ ਕਰ ਦਿੱਤੀ ਗਈ ਸੀ। ਉਹਨੂੰ ਜਿਹੜਾ 30 ਦਿਨਾਂ ਦਾ ਪੀਰੀਅਡ ਦਿੱਤਾ ਗਿਆ ਸੀ, ਉਹਨੇ ਤੌਬਾ ਨਹੀਂ ਕੀਤੀ। ਇੱਕ ਰੂਲ ਆ। ਔਰ ਬਾਈਬਲ 'ਚ ਵੀ ਲਿਖਿਆ, ਪੌਲੁਸ ਨੇ ਕਿਹਾ ਕਿ ਜਿਹੜਾ ਨਹੀਂ ਮੰਨਦਾ ਤੇ ਉਹਨੂੰ ਸ਼ੈਤਾਨ ਦੇ ਹੱਥਾਂ 'ਚ ਦੇ ਦਿਓ, ਉਹਨੂੰ ਸ਼ੈਤਾਨ ਦੇ ਹੱਥਾਂ 'ਚ ਦੇ ਦਿਓ, ਤਾਂ ਜੋ ਉਹਦਾ ਸਰੀਰ ਜਿਹੜਾ ਨਾਸ਼ ਹੋ ਜਾਏ ਪਰ ਆਤਮਾ ਦਾ ਬਚਾ ਲਿਆ ਜਾਏ। ਜਿੱਦਾਂ ਸ਼ਾਉਲ ਪਾਸ਼ਾ ਨੂੰ ਸ਼ੈਤਾਨ ਦੇ ਹੱਥਾਂ 'ਚ ਦੇ ਦਿੱਤਾ ਗਿਆ ਸੀਗਾ। ਜਦੋਂ ਕੋਈ ਵਚਨ ਤੋਂ ਫਿਰਿਆ, ਸ਼ੈਤਾਨ ਦੇ ਹੱਥਾਂ 'ਚ ਜਾਣਾ ਉਹਨਾਂ ਨੇ। ਔਰ ਸ਼ੈਤਾਨ ਤੁਹਾਨੂੰ ਪਤਾ ਕੀ ਕੁਛ ਕਰਦਾ ਫਿਰ, ਹਨਾ? ਕਿੰਨਾਂ ਨੂੰ ਗੱਲ ਸਮਝ ਆਈ? ਉਹਦਾ ਬਾਪ ਆਇਆ ਔਰ ਉਹਨੇ ਆ ਕੇ ਜਦੋਂ ਆਪਣੇ ਬਾਪ ਦੀ ਸੰਗ ਕਰਦਾ, ਮੈਂ ਪ੍ਰਭੂ ਦੇ ਨਾਲ ਆਪਣੇ ਸੰਬੰਧਾਂ ਨੂੰ ਸਹੀ ਕਰਨਾ ਚਾਹੁੰਦਾ ਹਾਂ। ਉਸ ਉਹਦੇ ਬੇਟੇ ਨੇ ਕੀ ਕਿਹਾ ਕਿ ਡੈਡੀ ਮੈਂ ਜਲਦੀ ਦੇਣੀ ਆਪਣੇ ਸੰਬੰਧਾਂ ਨੂੰ ਸਹੀ ਕਰਨਾ ਚਾਹੁੰਦਾ ਹਾਂ ਔਰ ਬਹੁਤ ਜਲਦ ਜਾ ਕੇ ਮੈਂ ਚਰਚ ਦੇ ਵਿੱਚ ਸਭਨਾਂ ਤੋਂ ਮਾਫੀ ਮੰਗਣਾ ਚਾਹੁੰਦਾ ਹਾਂ। ਜਦੋਂ ਹੀ ਇਹਨੇ ਇੰਨੀ ਗੱਲ ਕਹੀ, ਉਹ ਸੇਵਕ ਨੇ ਉਹਦੇ ਲਈ ਪ੍ਰਾਰਥਨਾ ਕੀਤੀ, ਮੁੰਡਾ ਉਦੋਂ ਹੀ ਠੀਕ। ਉਹ ਮੁੰਡਾ ਉਦੋਂ ਹੀ ਠੀਕ। ਔਰ ਉਸ ਤੋਂ ਬਾਅਦ ਉਸ ਚਰਚ ਦੇ ਨਾਲ ਵਧੀਆ ਪ੍ਰਭੂ ਦੇ ਨਾਲ ਵਧੀਆ ਚੱਲਦਾ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਰੂਲ ਆ ਪ੍ਰਭੂ ਦਾ ਕੰਮ ਕਰਨ ਦਾ। ਜਦੋਂ ਕੋਈ ਪ੍ਰਭੂ ਤੋਂ ਭੱਜਣਾ ਚਾਹੁੰਦਾ ਆ ਤੇ ਉਹ ਘਰਾਣੇ ਤਬਾਹ ਹੋ ਜਾਂਦੇ ਆ, ਉਹ ਪਰਿਵਾਰ ਤਬਾਹ ਹੋ ਜਾਂਦੇ ਆ। ਔਰ ਕਈ ਵਾਰੀ ਮੈਂ ਦੇਖਿਆ ਕਿ ਕੁਝ ਪਰਿਵਾਰ ਆ ਆਪਣੇ ਬੱਚਿਆਂ ਨੂੰ ਨਹੀਂ ਆਉਣ ਦੇਣਾ ਚਾਹੁੰਦੇ, ਸੰਗਤੀ ਦੇ ਵਿੱਚ ਆਉਣ ਨਹੀਂ ਦੇਣਾ ਚਾਹੁੰਦੇ। ਔਰ ਬੱਚੇ ਜਦੋਂ ਨਿਕਲਦੇ ਖਰਾਬ, ਫਿਰ ਕਹਿੰਦੇ ਵੀ ਇਹ ਕੀ ਬਣਿਆ, ਹਨਾ? ਪਰ ਮੈਂ ਤੁਹਾਨੂੰ ਦੱਸਣਾ ਆ ਕਿ ਅਸਲ 'ਚ ਬੱਚੇ ਖਰਾਬ ਨਹੀਂ ਗੇ, ਉਹ ਮਾਂ ਬਾਪ ਖਰਾਬ ਹੈ ਜਿਹੜੇ ਆਪਦੇ ਬੱਚਿਆਂ ਨੂੰ ਭਗਤੀ ਤੋਂ ਦੂਰ ਰੱਖਦੇ ਆ। ਉਹਨਾਂ ਨੂੰ ਏਦਾਂ ਲੱਗਦਾ ਪਾਸਟਰ ਨਾ ਬਣ ਜੇ ਕਿਤੇ, ਉਹਨਾਂ ਨੂੰ ਏਦਾਂ ਲੱਗਦਾ ਵੀ ਕਿਤੇ ਇਹ ਭਗਤ ਨਾ ਬਣ ਜੇ, ਇਹਨੂੰ ਦੁਨੀਆ ਦੀ ਕਮਾਈ ਸਮਝ ਨਹੀਂ ਹੋਣੀ, ਫਿਰ ਦੁਨੀਆ ਦਾ ਬਿਜ਼ਨਸ ਸਮਝ ਨਹੀਂ ਆਉਣਾ। ਕਿਹਨਾਂ ਗੱਲ ਸਮਝ ਆਈ? ਇਸ ਲਈ ਸਦਾ ਆਪਦੇ ਬੱਚਿਆਂ ਨੂੰ ਭਗਤੀ ਪ੍ਰਸਤ ਬਣਾਓ। ਭਗਤੀ ਪ੍ਰਸਤ ਬਣੇਗੇ ਤੇ ਪ੍ਰਭੂ ਉਹਨਾਂ ਦੀ ਥੋੜੀ ਕਮਾਈ 'ਚੋਂ ਵੀ ਜ਼ਿਆਦਾ ਬਰਕਤ ਦੇਣ ਦੀ ਸਾਡੀ ਕਰਦਾ। ਔਰ ਮੈਂ ਤੁਹਾਨੂੰ ਏਦਾਂ ਦੇ ਬਹੁਤ ਘਰ, ਬਹੁਤ ਪਰਿਵਾਰ ਦੱਸ ਸਕਦਾ ਕਿ ਜਿਨ੍ਹਾਂ ਤੋਂ ਐਕਸੈਪਟ ਹੀ ਨਹੀਂ ਕੀਤਾ ਜਾ ਸਕਦਾ ਸੀ ਵੀ ਇੰਨਾ ਕੁਛ ਕਰ ਸਕਦੇ ਆ। ਪ੍ਰਭੂ ਉਹਨਾਂ ਨੂੰ ਬਰਕਤਾਂ ਦਿੰਦਾ ਹੈ, ਪ੍ਰਭੂ ਉਹਨਾਂ ਘਰਾਣਿਆਂ ਨੂੰ ਵਧਾਉਂਦਾ ਹੈ। ਹਾਲੇਲੂਇਆ। ਆਪਾਂ ਗੱਲ ਕਰ ਰਹੇ ਸੀ ਕਿ ਉਸ ਮਿਸ਼ਨ ਨੂੰ ਜਿਹਨੂੰ ਉਹਨੇ ਆਜ਼ਾਦ ਕਰਵਾਇਆ, ਜਿਹਨੂੰ ਉਹਨੇ ਇੱਕ ਮਾੜੀ ਗੁਲਾਮੀ ਦੇ ਵਿੱਚੋਂ, ਮਾੜੇ ਲੋਕਾਂ ਦੇ ਵਿੱਚੋਂ, ਉਸ ਪੀੜਾ ਦੇ ਵਿੱਚੋਂ ਆਜ਼ਾਦ ਕਰਵਾਇਆ। ਮੂਸਾ ਹੁਣ 10 ਆਗਿਆਵਾਂ ਲੈ ਕੇ ਆ ਰਿਹਾ ਆ। ਔਰ ਜਿੱਦਾਂ ਹੀ ਉਹਨੇ ਦੇਖਿਆ ਕਿ ਆ ਲੋਕ ਉਹ ਹੈ ਜਿਹੜੇ ਆਜ਼ਾਦ ਕੀਤੇ ਗਏ, ਔਰ ਜਿਸ ਪਰਮੇਸ਼ਰ ਨੇ ਆਜ਼ਾਦ ਕੀਤਾ ਅੱਜ ਉਹਨੂੰ ਹੀ ਭੁੱਲ ਗਏ, ਉਹ ਉਹਦੇ ਤੇ ਜਾਂਦੇ ਰਹੇ, ਫਿਰ ਕੁਛ ਨਹੀਂ ਉਹਨੇ ਕੀਤਾ। ਉਹਨੇ ਕਿਹਾ ਜਿਹੜੇ ਤਾਂ ਪ੍ਰਭੂ ਵੱਲ ਆਉਣਾ ਚਾਹੁੰਦੇ ਨੇ ਉਹ ਪ੍ਰਭੂ ਵੱਲ ਆ ਜਾਓ। ਪਰ ਕੁਝ ਉੱਥੇ ਕੋਰਾ ਤੇ ਦਥਾਨ ਵਰਗੇ ਸੀ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਉਹ ਵੇਖਿਆ ਤੂੰ ਜਿੰਨਾ ਕੁ ਪਵਿੱਤਰ ਆ, ਉਹ ਜਿੰਨਾ ਕੁ ਤੂੰ ਵਚਨ ਸੁਣਾ ਲੈਣਾ ਇੰਨਾ ਕੁ ਤਾਂ ਸਾਨੂੰ ਵੀ ਪਤਾ ਆ, ਇੰਨੀਆਂ ਕਿ ਗਹਿਰਾਈਆਂ ਅਸੀਂ ਵੀ ਜਾਣਦੇ ਆ, ਹਨਾ? ਔਰ ਇੱਥੋਂ ਤੱਕ ਕਿ ਉਹਨਾਂ ਨੂੰ ਏਦਾਂ ਲੱਗਦਾ ਕਿ ਬਸ ਪ੍ਰਭੂ ਦੇ ਮਨ ਨੂੰ ਭਾਉਣਾ ਬਸ ਛੋਟੀ ਜੀ ਗੱਲ ਹੀ ਆ। ਚਰਚ 'ਚ ਭੱਜੋ ਤੇ ਬਸ ਜਿੱਥੇ ਮਰਜ਼ੀ ਜਾ ਕੇ ਇਹਦਾ ਗਿਆਨ ਦਾ ਪ੍ਰਚਾਰ ਕਰ ਲਓ ਤੇ ਬਸ ਠੀਕ ਆ। ਫੇਲ ਆ ਜਾਣਾ। ਪ੍ਰਭੂ ਦਾ ਕੰਮ ਪ੍ਰਭੂ ਦੇ ਤਰੀਕੇ ਨਾਲ ਕੀਤਾ ਜਾਂਦਾ ਆ। ਮੈਂ ਇਹੀ ਗੱਲਾਂ ਸਮਝਾ ਰਿਹਾ ਸੀ ਉੱਥੇ ਜਦੋਂ ਭਾਈ ਨਾਲ ਸੇਵਕਾਈ ਦੀ ਗੱਲ ਹੋਈ। ਮੈਂ ਕਿਹਾ ਕੁਝ ਬੰਦੇ ਆ ਜਿਹੜੇ ਆਪਣੀ ਮਰਜ਼ੀ ਨਾਲ ਖੜੇ ਹੁੰਦੇ, ਔਰ ਕੁਝ ਬੰਦੇ ਆ ਜਿਨ੍ਹਾਂ ਨੂੰ ਪ੍ਰਭੂ ਖੜਿਆ ਕਰਦਾ ਹੈ ਲੋੜ ਦੇ ਮੁਤਾਬਕ। ਮੰਨ ਲਓ ਕਿ ਆਪਾਂ ਬਲਬ ਜਗਾਇਆ, ਇੱਥੇ ਲੋੜ ਪਈ, ਇਹ ਹਨੇਰਾ ਸੀਗਾ, ਆਪਾਂ ਕਿਹਾ ਬਲਬ ਜਗਾ ਦਿਓ ਥੋੜਾ ਚਾਨਣਾ ਹੋ ਜਾਏਗਾ, ਹਨਾ? ਪਰ ਮੰਨ ਲਓ ਜਿੱਥੇ ਲੋੜ ਹੀ ਨਹੀਂ ਗਈ ਉੱਥੇ ਪ੍ਰਭੂ ਕਦੇ ਬਲਬ ਨਹੀਂ ਜਗਾਉਂਦਾ। ਉਹ ਕਹਿੰਦਾ ਉੱਥੇ ਜਾ ਕੇ ਜਗਾ ਜਿੱਥੇ ਲੋੜ ਆ, ਹਨਾ? ਤੇ ਮੈਂ ਕਿਹਾ ਵੀ ਇੱਥੇ ਤੁਹਾਡੀ ਲੋੜ ਆ, ਉਹ ਲੋੜ ਮੁਤਾਬਕ ਉਹ ਭੋਜਨ ਬਖਸ਼ਦਾ ਹੈ, ਹਨਾ? ਪਰ ਉਹਨਾਂ ਮਿਸਰ ਦੇ ਲੋਕਾਂ ਨੂੰ ਏਦਾਂ ਲੱਗਾ, ਉਹ ਇਸਰਾਏਲੀਆਂ ਨੂੰ ਲੱਗਾ ਵੀ ਅਸੀਂ ਮਿਸਰ ਦੀ ਗੁਲਾਮੀ ਚ ਆ ਕੇ ਬਸ ਠੀਕ ਆ,
ਦੇਖਿਆ ਸੀ ਮੂਸਾ ਵਰਗੇ ਵਾਧੂ ਟੱਕਰੇ ਔਰ ਸਾਡੇ ਵਿੱਚੋਂ ਹੀ ਨਿਕਲਿਆ ਹੈ ਹਨਾ। ਇੱਕ ਦਿਨ ਸਾਡੇ ਨਾਲ ਹੀ ਬਹਿ ਕੇ ਗੀਤ ਗਾਉਂਦਾ ਸੀ, ਸਭ ਚੀਜ਼ਾਂ ਸੀ ਔਰ ਬਹੁਤ ਆ ਇਹਦੇ ਬਾਰੇ ਸਭ ਕੁਝ ਅਸੀਂ ਜਾਣਦੇ ਹਾਂ। ਪਰ ਕੁਝ ਚੀਜ਼ਾਂ ਜਿਹੜੀਆਂ ਪ੍ਰਭੂ ਵਿੱਚੋਂ ਦੀ ਪ੍ਰਗਟ ਕਰ ਰਿਹਾ ਹੁੰਦਾ ਹੈ, ਕੁਝ ਚੀਜ਼ਾਂ ਜਿਹੜੀਆਂ ਅਲੌਕਿਕ ਆ ਜਿਹਨੂੰ ਮਨੁੱਖੀ ਸੁਭਾਅ ਕਦੇ ਫੜ ਨਹੀਂ ਸਕਦਾ, ਮਨੁੱਖ ਦੀਆਂ ਅੱਖਾਂ ਕਦੇ ਉਸ ਚੀਜ਼ ਨੂੰ ਦੇਖ ਨਹੀਂ ਸਕਦੀਆਂ। ਕਿੰਨੇ ਸਮਝ ਰਹੇ ਹੋ ਇਸ ਗੱਲਾਂ ਨੂੰ? ਮੇਰੇ ਦੱਸਣ ਦਾ ਕਹਿਣ ਦਾ ਮਤਲਬ ਹੈ ਵੀ ਜਿੱਦਾਂ ਮੂਸਾ ਨੇ ਉਹ ਆਗਿਆਵਾਂ ਸੁੱਟ ਦਿੱਤੀਆਂ, ਧਰਤੀ ਦੇ ਉੱਤੇ ਸੁੱਟ ਦਿੱਤੀਆਂ, ਧਰਤੀ ਫਟ ਗਈ। ਔਰ ਜਿੰਨੇ ਲੋਕ ਪ੍ਰਭੂ ਤੋਂ ਭੱਜਣ ਦੀ ਕੋਸ਼ਿਸ਼ ਸੀ ਉਹ ਸਾਰੇ ਪਤਾਲ ਤੱਕ ਜਿਉਂਦੇ ਨਿੱਗਰ ਗਏ, ਸਾਰੇ ਨਾਸ਼ ਹੋ ਗਏ। ਇਸੇ ਲਈ ਪ੍ਰਭੂ ਦਾ ਵਚਨ ਬਿਆਨ ਕਰਦਾ ਕਿ ਜਿਹੜਾ ਬੂਟਾ ਭਾਵੇਂ ਕਿ ਆਜ਼ਾਦੀ ਪ੍ਰਾਪਤ ਕਰ ਚੁੱਕਾ ਆ, ਭਾਵੇਂ ਕਿ ਉਹਨੇ ਇਹ ਵਚਨ ਸੁਣ ਲਿਆ ਆ, ਉਹਨੇ ਇਸ ਪਵਿੱਤਰ ਆਤਮਾ ਦਾ ਆਨੰਦ ਪਾ ਲਿਆ ਆ, ਤਾਂ ਵੀ ਉਹ ਬੂਟਾ ਉਹਦੇ ਘਰ 'ਚ ਨਹੀਂ ਜਾ ਸਕਦਾ, ਤਾਂ ਵੀ ਉਹਦੀ ਇੱਛਾ ਦੇ ਨਾਲ ਜਿਹੜਾ ਨਹੀਂ ਲੱਗਿਆ, ਜਿਹੜੀ ਉਹਦੀ ਇੱਛਾ ਦੇ ਮੁਤਾਬਕ ਨਹੀਂ ਆ ਰਿਹਾ, ਉਹ ਪੁੱਟ ਦਿੱਤਾ ਜਾਣਾ ਹੈ। ਔਰ ਜੜ ਤੋਂ ਲਿਖਿਆ ਪੁੱਟ ਦਿੱਤਾ ਜਾਣਾ ਹੈ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਕੀ ਕਿਹਾ ਭਲਾ ਮੈਂ? ਉਹ ਬੂਟਾ, ਉਹ ਵਿਸ਼ਵਾਸੀ, ਉਹ ਭੈਣ ਭਰਾ ਜਿਹੜਾ ਪ੍ਰਭੂ ਦੀ ਮਰਜ਼ੀ ਨੂੰ ਨਹੀਂ ਦੇਖ ਰਿਹਾ, ਉਹਦੀ ਵਚਨ ਦੀ ਆਗਿਆਕਾਰੀ ਦੇ ਮੁਤਾਬਕ ਨਹੀਂ ਆ ਰਿਹਾ, ਉਹ ਜੜ ਤੋਂ ਪੁੱਟ ਦਿੱਤਾ ਜਾਣਾ ਹੈ। ਔਰ ਜੜ ਕੀ ਆ? ਮੁੱਢ, ਜਿੱਥੋਂ ਜੀਵਨ ਆ ਰਿਹਾ ਉਹਦਾ, ਜਿੱਥੋਂ ਉਹ ਕੋਈ ਚੀਜ਼ ਪ੍ਰਾਪਤ ਕਰ ਰਿਹਾ ਹੈ, ਉੱਥੋਂ ਪੁੱਟ ਦਿੱਤਾ ਜਾਣਾ ਹੈ। ਔਰ ਇਦਾਂ ਹੀ ਸਾਨੂੰ ਇੱਕ ਹੋਰ ਗੱਲ ਮਿਲਦੀ ਹੈ ਕਿ ਪ੍ਰਭੂ ਨੇ ਕਿਹਾ ਕਿ ਇੱਕ ਬੀਜ ਬੀਜਣ ਵਾਲਾ ਨਿਕਲਿਆ, ਉਹਨੇ ਆਪਣੇ ਖੇਤ ਦੇ ਵਿੱਚ ਚੰਗਾ ਬੀਜ ਬੀਜਿਆ। ਔਰ ਵਚਨ ਬਿਆਨ ਕਰਦਾ ਕਿ ਬੀਜ ਕੀ ਆ? ਵਚਨ। ਵਚਨ ਹੈ ਜਿਹੜਾ ਕਈਆਂ ਦੇ ਅੰਦਰ ਬੀਜਿਆ ਜਾਂਦਾ ਹੈ, ਹਨਾ? ਕਈਆਂ ਦੇ ਅੰਦਰ ਵਚਨ ਬੀਜਿਆ ਜਾਂਦਾ ਹੈ। ਪਰ ਕਹਿੰਦੇ ਜਦੋਂ ਲੋਕ ਸੌ ਰਹੇ ਸੀ, ਵੈਰੀ ਆਇਆ ਔਰ ਉਹਦੀ ਜਗ੍ਹਾ ਤੇ ਜੰਗਲੀ ਬੂਟੀ ਦਾ ਬੀਜ ਬੀਜ ਗਿਆ, ਭਾਵ ਫੁੱਟ ਦਾ, ਝੂਠ ਦਾ ਬੀਜ ਬੀਜ ਗਿਆ, ਗਲਤ ਭਗਤੀ ਦਾ ਬੀਜ ਬੀਜ ਗਿਆ। ਹੁਣ ਲੱਗਦੇ ਉਹ ਵੀ ਮਸੀਹ ਆ, ਲੱਗਦੇ ਆਪਾਂ ਵੀ ਮਸੀਹ ਆ, ਪਰ ਸਾਬਤ ਕਿਹਨੇ ਕਰਨਾ ਹੈ? ਵਚਨ ਨੇ। ਹਾਲੇਲੂਇਆ। ਹੁਣ ਸਾਨੂੰ ਪਤਾ ਲੱਗਾ ਕਿ ਉਹ ਚੇਲੇ, ਉਹਦੇ ਜਿਹੜੇ ਚਾਕਰ ਸੀਗੇ, ਉਹ ਜਿਹੜਾ ਬਾਗਬਾਨ ਸੀਗਾ, ਉਹ ਸਾਰੇ ਇਕੱਠੇ ਹੋ ਕੇ ਗਏ ਔਰ ਜਾ ਕੇ ਕਹਿੰਦੇ ਕਿ ਪ੍ਰਭੂ ਕੀ ਆਪਾਂ ਆਪਦੇ ਖੇਤ 'ਚ ਚੰਗਾ ਬੀਜ ਨਹੀਂ ਬੀਜਿਆ? ਕਹਿੰਦੇ ਬੀਜ ਤਾਂ ਚੰਗਾ ਹੀ ਸੀਗਾ, ਆਪਾਂ ਵਧੀਆ ਬੀਜ ਬੀਜਿਆ। ਪਰ ਕਹਿੰਦੇ ਜੰਗਲੀ ਬੂਟੀ ਕਿਤੇ? ਕਹਿੰਦਾ ਇਹ ਕਿਸੇ ਵੈਰੀ ਦਾ ਕੰਮ ਆ, ਇਹ ਕਿਸੇ ਵੈਰੀ ਦਾ ਕੰਮ। ਕਿਉਂਕਿ ਜਦੋਂ ਕੋਈ ਭੈਣ ਭਰਾ ਪ੍ਰਭੂ ਚਾਹੁੰਦਾ ਹੈ, ਉਹ ਆਗਿਆਕਾਰੀ ਦੇ ਨਾਲ ਚੱਲਣਾ ਚਾਹੁੰਦਾ ਹੈ, ਵਧੀਆ ਤਰੀਕੇ ਨਾਲ ਚੱਲਣਾ ਚਾਹੁੰਦਾ ਹੈ। ਔਰ ਚੰਗੀ ਗੱਲ ਹੈ ਕਿ ਜਦੋਂ ਚੱਲਦਾ ਹੈ, ਪਰ ਜਦੋਂ ਕੋਈ ਵੈਰੀ ਆਉਂਦਾ ਹੈ ਉਹਨੂੰ ਭਗਤੀ ਤੋਂ ਖੇਡਦਾ ਹੈ, ਉਹਨੂੰ ਕਹਿੰਦਾ ਠੀਕ ਹੈ, ਹੁਣ ਆਜ਼ਾਦੀ ਮਿਲ ਗਈ, ਹੁਣ ਚੱਲ ਪਹਿਲਾਂ ਵਰਗੇ ਕੰਮ ਕਰੀਏ, ਚੰਗਿਆਈ ਮਿਲ ਗਈ, ਤੇਰੀ ਆ ਜਿਹੜੀ ਲੱਤ ਦੁਖਦੀ ਸੀ ਨਾ, ਉਹਨੇ ਠੀਕ ਆ, ਚੱਲ ਹੁਣ ਇਹਨੂੰ ਡੀਜਿਆਂ ਤੇ ਵਰਤ ਤੇ ਪਹਿਲਾਂ ਨਾਲੋਂ ਇਹਨੂੰ ਖਰਾਬ ਕਰ ਲੈ, ਚੱਲ ਹੁਣ ਤੇਰਾ ਸਿਰ ਦੁਖਣੋਂ ਹਟਿਆ ਨਾ, ਚੱਲ ਹੁਣ ਹੋਰ ਕੁਛ ਨਾ ਕੁਛ ਇਹਦੇ ਚ ਪਾ, ਕੰਨਾਂ ਚ ਕੁਛ ਏਦਾਂ ਦਾ ਕਰਨ ਦੀ ਕੋਸ਼ਿਸ਼ ਚ ਰਹਿੰਦੇ ਭੈਣ ਭਰਾ। ਪਰ ਜੇ ਕੁਛ ਪ੍ਰਭੂ ਨੇ ਤੁਹਾਨੂੰ ਬਖਸ਼ ਦਿੱਤਾ ਹੈ, ਮੰਨ ਲਓ ਤੁਹਾਨੂੰ ਚੰਗੀ ਸੇਧ ਦਿੱਤੀ ਆ, ਚੰਗਾ ਵਧੀਆ ਬਣਾ ਦਿੱਤਾ ਆ, ਜਿਵੇਂ ਕਈਆਂ ਨੂੰ ਮੰਨ ਲਓ ਭ੍ਰਿਸ਼ਟ ਆਤਮੇ ਦੁਖੀ ਕਰਦੇ ਹਨਾ। ਔਰ ਇਹ ਮੈਂ ਸੋਚਦਾ ਆ ਕਿ ਬੜੀ ਇੱਕ ਨਮੋਸ਼ੀ ਦੀ ਗੱਲ ਆ, ਕਈ ਪੁਰਾਣੇ ਮਸੀਹਾਂ ਨੂੰ ਭ੍ਰਿਸ਼ਟ ਆਤਮੇ ਦੁਖੀ ਕਰਦੇ, ਬਹੁਤ ਪਰੇਸ਼ਾਨੀ ਦੀ ਗੱਲ ਹੈ, ਸਹੀ ਗੱਲ ਨਹੀਂ ਗੀ। ਪਰ ਜਦੋਂ ਉਹਨਾਂ ਭ੍ਰਿਸ਼ਟ ਆਤਮਾ ਤੁਹਾਨੂੰ ਆਜ਼ਾਦੀ ਮਿਲ ਗਈ ਤੇ ਫਿਰ ਕੀ ਕਰਨਾ ਚਾਹੀਦਾ? ਪ੍ਰਭੂ 'ਚ ਵਧਣਾ ਚਾਹੀਦਾ ਨਾ, ਫਿਰ ਵੱਧ ਕੇ ਵਧਣਾ ਚਾਹੀਦਾ ਹੈ, ਹਨਾ? ਔਰ ਸੱਚਮੁੱਚ ਯਾਰ ਵੀ ਜਿੰਦੇ ਨਾਲ ਕਦੀ ਚਮਤਕਾਰ ਵੀ ਹੁੰਦਾ ਨਾ, ਉਹ ਕਦੀ ਆਉਂਦਾ ਨਹੀਂਗਾ। ਤੇ ਕਈਆਂ ਨੇ ਚਮਤਕਾਰ ਜਿੰਨੇ ਮਰਜ਼ੀ ਹੋ ਜਾਣ, ਉਹ ਤਾਂ ਵੀ ਨਹੀਂ ਆਉਂਦੇ। ਔਰ ਵੀ ਉਹ ਸੋਚਦੇ ਕਿ ਜਿੱਡੀ ਕੁ ਮੁਸੀਬਤ ਚ ਕੱਢ ਲੈ, ਛੋਟੀ ਸੀ ਹਾਲੇ, ਜਦੋਂ ਕਿਸੇ ਵੱਡੀ ਚ ਫਸਾਂਗੇ ਨਾ, ਫੇਰ ਜਦੋਂ ਕੱਢੇਗਾ ਨਾ, ਫੇਰ ਚੱਲਾਂਗੇ। ਉਹ ਛੋਟੀ ਤੇ ਮੰਨ ਜਾਓ ਜ਼ਰੂਰੀ ਦੁਖੀ ਹੋਣਾ। ਕਿਹਨਾਂ ਨੂੰ ਗੱਲ ਸਮਝ ਆਈ? ਇਸ ਲਈ ਪ੍ਰਭੂ ਦਾ ਵਚਨ ਸਾਡੇ ਲਈ ਕਿਰਪਾਲੂ ਸਾਬਤ ਹੁੰਦਾ ਆ, ਸਾਨੂੰ ਬਰਕਤ ਦਿੰਦਾ ਆ। ਪਰ ਜਦੋਂ ਲੋਕ ਉਹਦੀ ਬਰਕਤ ਤੋਂ ਭੱਜਦੇ ਆ ਤੇ ਉਹੀ ਵਚਨ ਕੁਹਾੜਾ ਬਣ ਜਾਂਦਾ ਆ, ਉਹੀ ਵਚਨ ਏਦਾਂ ਦਾ ਬਣਦਾ ਆ ਕਿ ਸਾਡੇ ਲਈ ਬੇਬਰਕਤੀ ਸਾਬਤ ਲੈ ਕੇ ਆਉਂਦਾ ਆ। ਦੁਆਵਾਂ ਕਰੀ ਜੋ ਜਿੰਨੀਆਂ ਮਰਜ਼ੀ,
रोजे रख लो जिन्ने मर्जी, जो मर्जी घर च संगतियां करा लो, दान दे दो, जो मर्जी कर लवो, फायदा नहीं निकलता। क्योंकि एक समा आया सानू बरकत लैन दा, और वो समा अज आ, वो समा होने आ। हालेलुया। और जेकर तुसी इस समय नू गवा लिया, इस समय तो भज गए, फिर समा नहीं हथ च आउंदा, फिर दुआवां दा जवाब नहीं मिलता। सच आ। और सानू पता होंदा, कई भैन भरावां दे लई पता लग जाता है, मैनूं चंगा चुंगा तो होना नहीं गा, इन्हें चंगा तो होना नहीं, क्योंकि जिहड़ा इकरार करने वाला वो तो काम कीता नहीं है, जिहड़ा काम करने वाला वो तो कीता नहीं, तो कहते चलो दुआ करो जी तुसीं, बाकी काम बाद च वेखांगे आपां। ते फिर उत्थे ही एक सियाणे बच्चों वांगू, एक बड़े भला मानस बच्चों वांगू चुप करके चलो आज दुआ कर ली दी। पर फिर फोन आंदा, भाई जी हाले उवें ही करदा, चक्कर की है? फिर कहीदा भरावा भी उदों चक्कर समझाया तो है तुहानूं, जिहड़ा काम करने वाला वो करिए, पहला तो पछताप करिए, पहला ਉਹਦੇ सामने माफ़ी मंग लईए, पहला ਉਹਦੇ सामने गिड़गिड़ा लईए, फिर प्रभु माफ़ कर दिंदा है, क्योंकि सानू बचाउणा चाहुंदा है, वो साडे लई वधिया करना चाहुंदा है, किन्ने बरकत पाना चाहुंदे है ना। और बरकत किद्दां है? पछताप करन दे नाल, तौबा करन दे नाल, अपनियां गलतियां नूं सुधारन दे नाल, फिर बरकत आ, फिर दुआवां दा जवाब मिलता है। हालेलुया। कहते कि जदों उन्होंने आके उलांभा दिता कि प्रभु ये की आ, कि बीज सही नहीं सीगा, कहते बीज सही सीगा पर वैरी आया। कहते फिर ऐसा करते हैं कि जिहड़ी जंगली बूटी उन्हें पुट देंदे आ, कहते पुटना नहीं गा, इन्हों रले मिले वधन दिओ। और जदों कहंदा भी मैं वड्डण वाले नूं भेजांगा, जदों वाढियां नूं भेजांगा तो उन्होंने कहांगा कि पहला जंगली बूटी दियां पूलियां बना लो, और उन्होंने कहंदा मैं आगे सुट दांगा, और जिहड़ी कणक है उन्होंने आगे भरोले च लै जावांगा। किन्हां नूं गल समझ आई? अज वाढण दा समा है, अज असीं बिल्कुल अखीर ते आ चुके हुए लोग आ। अज उहदा कुहाड़ा जिहड़ा आ वो साडीआं जड़ां दे उत्ते पिया आ। अगर कोई जड़, अगर कोई वृक्ष सही फल नहीं दे रहा, उसकी आज्ञाकारी च नहीं आ रहा, वो नाश कर दिता जाना। पर असीं संगति च काहदे लई आए हैं? नाश होने के लिए नहीं, इसका बरकत पाने के लिए आए हैं। हालेलुया। और ਉਹਦਾ ਜਿਹੜਾ ਕੁਹਾੜਾ ਆ ਉਹ ਵਚਨ ਦੇ ਵਿੱਚੋਂ ਦੀ ਕੰਮ ਕਰਦਾ ਹੈ। ਆਮੀਨ। ਉਹਦਾ ਜਿਹੜਾ ਕੁਹਾੜਾ ਆ ਉਹ ਇਸ ਤਰੀਕੇ ਦੇ ਨਾਲ ਕੰਮ ਕਰਦਾ ਆ ਕਿ ਤੁਹਾਨੂੰ ਨਜ਼ਰ ਨਹੀਂ ਆਉਂਦਾ, ਪਰ ਸੇਵਕ ਨੂੰ ਨਜ਼ਰ ਆ ਰਿਹਾ ਹੁੰਦਾ ਆ ਕਿ ਸੱਚ ਹੈ, ਇੱਕ ਕੁਹਾੜਾ ਪੈ ਰਿਹਾ ਇਹਦੇ। ਸੱਚ ਆ। ਕਈਆਂ ਪਰਿਵਾਰਾਂ ਦੇ ਉੱਤੇ ਉਹਦੀ ਕੁਹਾੜੇ ਦੀ ਮਾਰ ਹਾਲੇ ਤੱਕ ਪੈ ਰਹੀ ਆ, ਘਰਾਂ ਦੇ ਉੱਤੇ ਪੈ ਰਹੀ ਆ। ਬੱਚੇ ਉਹਨਾਂ ਦੇ ਆਗਿਆਕਾਰ ਨਹੀਂ ਗਏ, क्योंकि उन्होंने कभी अपने बच्चों ने इदा नहीं बिठाया कि आज आप प्रार्थना करिए, आज आप चल जो भी गलबात है आप बाद करांगे, पहले आज आप दुआ करिए। कि मसला दुआवां दे नाल हल हो जाते, कई बहुते मसले दुआवां दे नाल हल हो जाते। भैणों ते भराओ, मैं तुहानूं एक गल समझाउण दी कोशिश च कि वचन साडे लई श्राप बन जाता है। ये वचन साडे लई कैदां दा बन जाता है कि ये उन्ना असरदायक नहीं रहिंदा। एक प्रभु दा वचन आया कि तू मेरे लिए पवित्र हैकल बना, और ये वचन आया दाऊद नूं, ओदी हैकल बनाना चाहुंदा सी, पर मुड़ के कहा कि नहीं दाऊद तू मेरी हैकल नहीं बनाएगा, तू मेरी हैकल नहीं बनाएगा। क्यों भला? कहते तेरे हत्थां ने खून बहुत बहाया है, तू कई गलतियां च घट, कई कामां च घट पाया गया है, इसलिए तू नहीं बनाएगा, तेरा बेटा बनाएगा, क्योंकि मेरी हैकल की आ पवित्र आ। पर जदों हैकल तैयार हो गई, और उस जगह ते एक वादा आया कि जिहड़ा इस हैकल वाल मुंह करके प्रार्थना करेगा उसकी प्रार्थना अवश्य सुनी जाएगी। डैनियल उस हैकल दे वाल प्रार्थना करके मुंह करके प्रार्थना करते तो शेरां दे घोर ने सुट्टिया गया, बचा लिया गया। हिजकिया पातशाह उस हैकल वाल मुंह करके प्रार्थना करता है तो बचा लिया गया। उसदी दस्सिया जांदा 15 साल उम्र वधा दित्ती गई।
यूना नबी उस मच्छी के पेट दे विच गया और 3 दिन प्रार्थना की और बचा लिया गया। नीनवा बचा लिया गया। हैकल वाल मुंह करके प्रार्थना की। होर इदां दे बहुत आ जिन्हें हैकल वाल मुंह करके प्रार्थना की वो बचा ले गए। पर प्रभु का बंदा यरमिया खड़ा हुंदा है उस ही हैकल दे बाहर और कहंदा ये ना क्योंकि ये हैकल पवित्र आ, ये ना क्योंकि हैकल पवित्र आ। यरमिया नूं किहने कहा भी इदां प्रचार कर? उसे ही परमेश्वर ने जिन्हें कहा कि पवित्र हैकल बना। और वही परमेश्वर एक बंदे नूं खड़ा कर रहा जवान नूं और कहंदा लंघन टप्पण वाले नूं प्रचार की करना आ भी इहदे ते भरोसा ना करियो कि ये परमेश्वर दी हैकल आ, ये हैकल आ, ये हैकल आ, ते भरोसा ना करियो कहंदा। और उन्हें कुछ होर नबियां नूं वरत्या इस काम दे लई कहंदा कि मैं तुहाडे लई इन मांस बलियां तो चरबी दीयां बलियां तो इन्हां भेटां तो प्रसन्न नहीं हुंदा। हालांकि वो वचन सीगा लोग ਉਹਦੇ वचन ਨੂੰ ਪੂਰਾ ਕਰ ਰਹੇ ਸੀਗੇ। ਜਿਹੜੇ ਕੋ ਲੋਕ ਹੈਕਲ 'ਚ ਜਾ ਰਹੇ ਸੀ ਭਗਤੀ ਕਰ ਰਹੇ ਸੀ ਉਹਦੇ वचन ਨੂੰ ਪੂਰਾ ਕਰ ਰਹੇ ਸੀ। ਪਰ ਉਹੀ वचन ਬਿਲਕੁਲ ਅਲੱਗ ਤਰੀਕੇ ਨਾਲ ਕੰਮ ਕਰ ਰਿਹਾ ਸੱਚ। ਉਹ ਹੈਕਲ ਜਿਹਦੇ ਤੋਂ ਲੋਕ ਨਜ਼ਾਤ ਪਾ ਰਹੇ ਆ ਯਰਮੀਆ ਜਾਂਦਾ ਹੈ ਔਰ ਕਹਿੰਦਾ ਕਿ ਤੁਸੀਂ ਇਸ ਹੈਕਲ ਤੇ ਯਕੀਨ ਨਾ ਕਰਿਓ। और प्रभु यीशु मसीह ਨੂੰ ਜਦੋਂ ਉਹਦੇ ਚੇਲਿਆਂ ਨੇ ਉਹ ਹੈਕਲ ਦਿਖਾਈ ਕਹਿੰਦੇ ਕਿ ਆ ਦੇਖ ਪ੍ਰਭੂ ਕਿੰਨੀ ਵਧੀਆ ਇਮਾਰਤ ਤਿਆਰ ਹੋਈ ਆ, ਕਿੰਨੀ ਸੋਹਣੀ ਆ। ਉਹ ਕਹਿੰਦਾ ਇਹਦਾ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਏਗਾ ਜੋ ਡਿੱਗਿਆ ਨਾ ਜਾਏ। ਔਰ ਅਗਰ ਤੁਸੀਂ ਇਸ ਹੈਕਲ ਨੂੰ ਕਹਿੰਦਾ ਵੀ ਦੇਖ ਦਿਓ ਤੇ ਮੈਨੂੰ 3 ਦਿਨਾਂ ਵਿੱਚ ਦੁਬਾਰਾ ਖੜੀ ਕਰ ਦਿਆਂਗਾ। ਉਹ ਜਿਹੜੀ ਪਵਿੱਤਰ ਹੈਕਲ ਆ ਵਧੀਆ ਹੈਕਲ ਆ ਔਰ ਇੱਕ ਨਿਯਮ ਦੇ ਨਾਲ ਕੰਮ ਚੱਲ ਰਿਹਾ। ਹਰੂਨ ਦੀ ਵੰਸ਼ਾਵਲੀ ਦੇ ਲੋਕ ਉਹਦੇ ਵਿੱਚ ਜਾਜਕਾਈ ਕਰ ਰਹੇ ਆ। ਸਭ ਚੀਜ਼ਾਂ ਬੜੀਆਂ ਦਰੁਸਤ ਤਰੀਕੇ ਨਾਲ ਲੱਗ ਰਹੀਆਂ ਹੈ ਪਰ ਪ੍ਰਭੂ ਨੂੰ ਇਹ ਚੀਜ਼ਾਂ ਘਿਨਾਉਣੀਆਂ ਲੱਗ ਰਹੀਆਂ। ਪ੍ਰਭੂ ਨੂੰ ਉਹਨਾਂ ਗੱਲਾਂ ਦੇ ਉੱਤੇ ਗੁੱਸਾ ਆ ਰਿਹਾ। ਉਸ ਹੈਕਲ ਤੋਂ ਜਿਨ੍ਹਾਂ ਨੂੰ ਕਈਆਂ ਦੇ ਲਈ ਉਹ ਨਜਾਤ ਦਾ ਦਰਵਾਜ਼ਾ ਖੋਲ ਰਿਹਾ ਸੀਗਾ, ਕਈਆਂ ਨੂੰ ਆਸ਼ੀਸ਼ ਦੇ ਰਿਹਾ ਸੀ, ਉਹੀ ਕਹਿ ਰਿਹਾ ਕਿ ਇਹ ਹੈਕਲ ਦੇ ਵਿੱਚ ਆਇਓ ਨਾ ਦੁਬਾਰਾ। ਕਿਉਂ? क्योंकि उस हैकल दे कुछ ऐदां दे काम होने लग पे कि जिहड़े प्रभु नूं पसंद ही नहीं है। जदों तुसीं वचन दे विच कुछ मिलावट करनी शुरू कर देंदे हो, कुछ ऐदां दा करना शुरू कर देंदे हो कि जिस तरीके नाल वचन तुहानूं मिलिया है उस तरीके नाल नहीं मनना, अपने तरीके नाल मनना है, उहनूं तोड़ मरोड़ के मनना है। मैं इस गल नूं बड़ा वधिया समझदा है कि जदों अन्ने बरथलमई नूं कहा ना कि मैं इस लेले दी कुर्बानी दे देंगा, वो लेला जिहड़ियां उहदियां अखां सीगीਆਂ रास्ते में जाने वाले कह रहे कि तू ऐदा ना करी आ फड़ पैसे तो उतों कोई और मुल लैके ना ले ला वो चढ़ा दी। कहते नहीं मैं इसे ही लेने का वादा किया जिस तरीके नाल वचन मिला है उस तरीके दे नाल ओनू लेना। जे मूसा नूं कहना कि तू अपनी जुत्ती ला तो नहीं नहीं कह मैं आपकी टोपी ला देना है, चल मैं आपका टांगा थोड़ा परा रख देना है। कह जे जुत्ती कहते जुत्ती ही लानी पैनी है है ना। प्रभु के तरीके दे नाल अपनाया जाता है, प्रभु की इच्छा दे नाल अपनाया जाता है। और जिहड़ा उहदी इच्छा दे नाल नहीं अपना पैंदा अपने तरीके दे नाल भगती करनी चाहुंदा है, अपने तरीके दे नाल उहनूं मनना चाहुंदा है। मान लो हो सकदा तुहाडे कोल तरीका वधिया होवे पर अगर वो तो तरीका तुहाडे सेवक नूं पसंद नहीं आउंदा, तुहाडे पास्टर नूं तरीका पसंद नहीं आउंदा, जिहड़े तरीके नाल तुसीं दुआ कर रहे हो, जिहड़े तरीके नाल तुसीं बंदगी ते आ रहे हो, ਜਿਹੜੇ ਤਰੀਕੇ ਦੇ ਨਾਲ ਆਪਣੇ ਘਰਾਂ 'ਚ ਪਾਸਟਰ ਨੂੰ ਬੁਲਾ ਰਹੇ ਹੋ, ਅਗਰ ਉਹ ਤਰੀਕਾ ਪਾਸਟਰ ਦੇ ਪਸੰਦ ਨਹੀਂ ਆ ਰਿਹਾ ਤੇ ਪ੍ਰਭੂ ਦੇ ਕਦੀ ਨਹੀਂ ਆਉਣਾ। ਸੱਚ ਆਮੀਨ। ਨਬੀ ਨੇ ਤਾਂ ਕਿਹਾ ਹੈ ਕਿਹਨਾਂ ਨੂੰ ਗੱਲ ਸਮਝ ਆਈ? ਆਮੀਨ। ਜਿਸ ਆਗੂ ਦੀ ਆਗਿਆਕਾਰੀ ਚੱਲ ਰਿਹਾ ਅਗਰ ਉਹ ਤਰੀਕਾ ਉਹਨੂੰ ਪਸੰਦ ਨਹੀਂ ਆਉਂਦਾ ਤੇ ਉਹ ਪ੍ਰਭੂ ਨੂੰ ਵੀ ਨਹੀਂ ਆਉਣਾ। ਸੱਚ। ਸ੍ਰੀ ਸਦਾ ਆਪਣੇ ਪਾਸਟਰ ਦੀ ਅਗਵਾਈ ਦੇ ਹੇਠ ਚੱਲੋ। ਆਮੀਨ। ਸਦਾ ਐਦਾਂ ਦਾ ਕਰਨ ਦੀ ਕੋਸ਼ਿਸ਼ 'ਚ ਰਹੋ ਕਿ ਸਾਡਾ ਕੋਈ ਆਗੂ ਆ और आगू कोई आम जी चीज नहीं, एवें नहीं कि पास्टर साहब तुसीं अगे किते जाना तो कहेगा हाँ जी अगे भी जाना। फिर ऐसा करो जल्दी जल्दी दुआ करके ते तुसीं जा सकते हो, बाद विच डीजे ते भी नचना भैण भरावां ने, रिश्तेदार आए रुस जाणगे। ਵਿਆਹ ਦੇ ਵਿੱਚ ਸਹੀ ਤਰੀਕੇ ਦਾ ਆਦਰ ਨਹੀਂ ਦਿੱਤਾ ਜਾਂਦਾ
ਔਰ ਐਦਾਂ ਦਾ ਹੀ ਮੈਂ ਕਹਿੰਦਾ ਕਈਆਂ ਜਗ੍ਹਾ ਤੇ ਆ ਕਿ ਵਿਆਹਾਂ 'ਚ ਨਹੀਂਗਾ ਸੇਵਕ ਦਾ ਕੋਈ ਆਦਰ ਆ। सच आमीन। ਸੇਵਕ ਉਹ ਚੀਜ਼ ਆ ਕਿ ਜਿਹਨੇ ਉਸ ਕੁਹਾੜੇ ਦੇ ਉਹ ਤੁਹਾਡੀ ਜੜ ਦੇ ਵਿਚਾਲੇ ਖੜੇ ਹੋ ਜਾਣਾ। आमीन। सच है, सच है। ਕਿਹਨਾਂ ਗੱਲ ਸਮਝਾਈ? ਮੰਨ ਲਓ ਤੁਸੀਂ ਕਿਸੇ ਗੜਬੜੀ 'ਚ ਹੋ ਪਰ ਸੇਵਕ ਨੇ ਕਹਿਣਾ ਨਹੀਂ ਪ੍ਰਭੂ ਹਾਲੇ ਤਾਂ ਘੋੜਾ ਪਰੇ ਰੱਖ, ਮੈਨੂੰ ਸੁਧਾਰਨਾ ਹੈ, सच है, ਮੈਨੂੰ ਹਾਲੇ ਹੋਰ ਸਮਾਂ ਚਾਹੀਦਾ ਹੈ। ਅਸਲ 'ਚ ਇਹਦੀ ਗਲਤੀ ਨਹੀਂ ਆ, सच है। ਇਹ ਤਾਂ ਮੇਰੀ ਪ੍ਰੋਬਲਮ ਹੈ ਕਿ ਮੈਨੂੰ ਉਸ ਤਰੀਕੇ ਨਾਲ ਦੱਸ ਹੀ ਨਹੀਂ ਸਕ ਰਿਹਾ। ਮੈਂ ਉਸ ਤਰੀਕੇ ਦੇ ਨਾਲ ਹਾਲੇ ਇਹਦੇ ਤੋਂ ਓਲਾ ਕਰ ਰਿਹਾ ਹਾਂ ਕਿ ਇਹਨੂੰ ਪੂਰੀ ਤਰੀਕੇ ਨਾਲ ਦੱਸਣਾ ਜਾਏ, ਕਿਤੇ ਭੱਜ ਨਾ ਜਾਏ। ਕਿਹਨਾਂ ਗੱਲ ਸਮਝਾਈ? आमीन। ਦੱਸਿਆ ਜਾਂਦਾ ਇੱਕ ਹੰਜੀਰ ਦਾ ਬ੍ਰਿਸ਼ ਸੀਗਾ, ਪ੍ਰਭੂ ਉਹਦੇ ਕੋਲ ਗਿਆ ਔਰ ਉਹਨੂੰ ਜਾ ਕੇ ਕਹਿੰਦਾ ਕਿ ਤੂੰ ਐਦਾਂ ਕਰ। ਉਹਨੂੰ ਭੁੱਖ ਲੱਗੀ ਔਰ ਕਹਿੰਦਾ ਕਿ ਉਹਦੇ ਕੋਲ ਕੋਈ ਆਸ ਫਲ ਦੀ ਇੱਛਾ ਨਾ ਗਿਆ। ਉਹ ਜਦੋਂ ਵੇਖਿਆ ਕਿ ਉਹਦੇ ਕੁਛ ਨਹੀਂ ਆ सच है। ਔਰ ਕਹਿੰਦਾ ਜਾ ਤੋਂ ਬਾਅਦ ਤੇਰਾ ਕੋਈ ਫਲ ਨਾ ਖਾਏ। ਗੁਹਾੜਾ ਪਿਆ, ਉਹਦਾ ਨਾਸ਼ ਹੋ ਗਿਆ। नाश हो गया। ਔਰ ਪਤਾ ਲੱਗਦਾ ਆ ਕਿ ਉਹ ਜਿਹੜਾ ਹੰਜੀਰ ਦਾ ਬ੍ਰਿਕਸ਼ ਸੀਗਾ ਇੱਕ ਰਾਹ ਤੇ ਲੱਗਾ, ਸੜਕ ਤੇ ਲੱਗਾ ਆ। ਉਹਦਾ ਕੋਈ ਆਗੂ ਨਹੀਂ ਆ, ਕੋਈ ਕਿਸਾਨ ਨਹੀਂ ਆ ਉਹਦਾ ਜਿਹੜਾ ਉਹਦੀ ਸਮੇਂ ਸਿਰ ਗੋਡੀ ਕਰੇ, ਸਮੇਂ ਸਿਰ ਉਹਨੂੰ ਪਾਣੀ ਦੇਵੇ। ਅਗਰ ਉਹਨੂੰ ਕਿਸੇ ਖਾਦ ਦੀ ਲੋੜ ਪੈਂਦੀ ਆ, ਵਧੀਆ ਪੌਸ਼ਟਿਕ ਖਾਦ ਉਹਨੂੰ ਪਾਏ, ਕਿਉਂਕਿ ਉਹਦਾ ਸਹੀ ਤਰੀਕੇ ਨਾਲ ਕੀ ਹੋ ਜਾਵੇ, ਉਹਦਾ ਸੁਧਾਰ ਹੋ ਸਕੇ। ਸਹੀ ਤਰੀਕੇ ਦੇ ਨਾਲ ਉਹਦੇ ਕੱਪੜਿਆਂ ਦਾ ਸੁਧਾਰ ਹੋ ਸਕੇ, ਸਹੀ ਤਰੀਕੇ ਦੇ ਨਾਲ ਉਹਦੇ ਵਾਲਾਂ ਦਾ ਸੁਧਾਰ ਹੋ ਸਕੇ, ਸਹੀ ਤਰੀਕੇ ਦੇ ਨਾਲ ਉਹਦੇ ਪਹਿਰਾਵੇ ਦਾ ਸੁਧਾਰ ਹੋ ਸਕੇ, ਸਹੀ ਤਰੀਕੇ ਦੇ ਨਾਲ ਉਹਦੇ ਵਿਚਾਰਾਂ ਦਾ ਸੁਧਾਰ ਹੋ ਸਕੇ। ਇਹ ਸਭ ਚੀਜ਼ਾਂ ਇੱਕ ਸੇਵਕ ਨੂੰ ਪਤਾ ਆ। सच आमीन। ਹਾਲੇਲੂਇਆ। हालेलुया। ਕਿਹਨਾਂ ਨੂੰ ਹੁਣ ਗੱਲ ਸਮਝ ਆਈ? आमीन। ਮੈਂ ਤੁਹਾਨੂੰ ਇੱਕ ਤਰੀਕਾ ਦੱਸ ਰਿਹਾ ਉਸ ਕੁਹਾੜੇ ਤੋਂ ਬਚਣ ਦੇ ਲਈ। सच। ਕੁਹਾੜਾ ਪੈ ਜਾਂਦਾ ਇਹਨੇ ਤਾਂ ਸੱਚ ਜੇ ਗੱਲ। ਫਿਰ ਪਤਾ ਕੀ ਹੁੰਦਾ, ਫਿਰ 12 ਵਜੇ ਜਾਂ 2 ਵਜੇ ਫੋਨ ਆਉਂਦਾ, ਭਾਈ ਜਲਦੀ ਆ ਜਾਓ, ਕੰਮ ਬੜਾ ਔਖਾ ਹੈ। ਅੱਗੇ ਪਿੱਛੇ ਨਹੀਂ ਪੁੱਛਣਾ। ਪਾਸਟਰ ਸਾਹਿਬ ਕਿਤੇ ਲੰਘ ਵੀ ਰਿਹਾ ਤੇ ਉਹਦੇ ਤੋਂ ਨਿਗਾਹ ਚੁਰਾ ਜਾਂਦੇ। ਔਰ ਕਈ ਵਾਰੀ ਤਾਂ ਮੈਂ ਦੇਖਿਆ ਕਿ ਮੈਂ ਕਦੇ ਅਸੀਂ ਭਾਈ ਸੀ ਮੇਰੇ ਨਾਲ, ਮੈਨੂੰ ਯਾਦ ਨਹੀਂ ਕਿਹੜਾ ਸੀ, ਕਿ ਭਾਈ ਖੜਾ ਤੇ ਮੈਂ ਉਹਦੇ ਹੱਥ 'ਚ ਵੇਖ ਲਈ ਵੀ ਬੀੜੀ ਹੈ, ਜਾਗ ਰਹੀ ਹੈ, ਹਨੇਰੇ 'ਚ ਜਾਗ ਜਾਂਦੀ। ਤੇ ਮੈਂ ਵੇਖ ਲਿਆ ਫਲਾਣਾ ਭਾਈ ਦੂਰੋਂ ਹੀ ਜਾ ਰਹੇ ਸੀ ਇੱਥੇ, ਤੇ ਕੋਈ ਭਾਈ ਸੀਗਾ ਤੇ ਮੈਂ ਨਾਲ ਭਾਈ ਨੂੰ ਕਿਹਾ, ਮੈਂ ਕਿਹਾ ਵੀ ਹੁਣ ਇਹ ਗਲਤੀ 'ਚ ਹੈ ਨਾ, ਤੇ ਵੇਖੀ ਆਦਰ ਕਿੰਨਾ ਦਿੰਦਾ। ਪਿੱਛੇ ਬੀੜੀ ਲੱਗੀ, ਸਭ ਕੁਛ ਹੈ, ਤੇ ਜੈਮ ਸੀ ਕਿ ਭਾਈ ਜੀ, ਮੈਂ ਜੈਮ ਸੀ ਜੀ, ਤੇ ਆਓ ਕੁਛ ਖਵਾਈਏ ਤੁਹਾਨੂੰ। ਮੈਂ ਕਿਹਾ ਨਹੀਂ ਅਸੀਂ ਰੋਟੀ ਖਾਏ, ਸੈਰ ਕਰਨ ਜਾ ਰਹੇ। ਆਦਰ ਪੂਰਾ ਦੇਣਾ ਹੈ, ਪਰ ਜੋ ਗੱਲ ਮੰਨਣ ਵਾਲੀ ਉਹ ਮੰਨਣੀ ਨਹੀਂ। ਕੀ ਫਾਇਦਾ ਇਦਾਂ ਦੇ ਆਦਰ ਦਾ? सच। आमीन। ਘਰ 'ਚ ਬੁਲਾ ਲੈਣਾ ਹੈ, ਪਰ ਜਿਸ ਤਰੀਕੇ ਦੇ ਨਾਲ ਵਚਨ ਨੂੰ ਦੱਸਿਆ ਜਾਂਦਾ ਹੈ, ਸੁਣਾਇਆ ਜਾਂਦਾ, ਉਹਦਾ ਮੰਨਣਾ ਨਹੀਂਗਾ। ਕੀ ਫਾਇਦਾ ਹੈ? सच। ਲਿਖਿਆ ਹੈ ਕਿ ਉਹ ਹੰਜੀਰ ਨੂੰ ਨੇ ਕਿਹਾ ਕਿ ਤੂੰ ਅੱਜ ਤੋਂ ਬਾਅਦ ਤੇਰਾ ਕੋਈ ਫਲ ਨਾ ਖਾਏਗਾ। सच। ਅਗਲੇ ਦਿਨ ਜਦ ਲੰਘੇ सुख गया। ਜੜ ਤੋਂ ਸੁੱਕ ਗਿਆ, सच। ਜੜ ਤੋਂ ਸੁੱਕ ਗਿਆ। ਪਤਰਸ ਨੇ ਖਾਸ ਕਰ ਕਹਿੰਦੇ ਵੀ ਆ ਦੇਖ ਪ੍ਰਭੂ ਆ ਬ੍ਰਿਸ਼ ਸੁੱਕ ਗਿਆ ਹੀ। ਪਰ ਲਿਖਿਆ ਜਦੋਂ ਅਸੀਂ ਲੂਕਾ ਦੇ 13:6 ਪੜ੍ਹਦੇ ਆ, सच है। ਉੱਥੇ ਲਿਖਿਆ ਕਿ ਹੁਣ ਇਹ ਲੱਗਾ ਸੀ ਰਾਹ ਤੇ, ਰਾਸਤੇ ਦੀਆਂ ਚੱਲਦੀਆਂ ਫਿਰਦੀਆਂ ਹਵਾਵਾਂ ਦਾ ਆਨੰਦ ਮਾਣ ਰਿਹਾ ਹੈ। ਉਹ ਲੱਗ ਰਿਹਾ ਕਿ ਮੈਂ ਬੜਾ ਵਧੀਆ ਹਰਾ ਭਰਾ ਆ, ਦੇਖੋ ਮੈਂ ਕਿੰਨਾ ਵਧੀਆ ਲੱਗ ਰਿਹਾ ਹਾਂ, ਮੇਰਾ ਪਹਿਰਾਵਾ ਬਦਲ ਗਿਆ, ਮੇਰਾ ਸਭ ਚੀਜ਼ਾਂ ਦਾ ਸੁਧਾਰ ਹੋ ਗਿਆ। ਪਰ ਲਿਖਿਆ ਵੀ ਇੱਕ ਜਗ੍ਹਾ ਤੇ ਕੋਈ ਬੰਦਾ ਸੀਗਾ, ਉਹਨੇ ਬਾਗ ਲਾਇਆ, ਅੰਗੂਰਾਂ ਦਾ ਬਾਗ, आमीन। ਔਰ ਉਹਦੇ ਵਿੱਚ ਇੱਕ ਹੰਜੀਰ ਵੀ ਲਾਇਆ। सच। 3 ਸਾਲ ਤੋਂ ਉਹਦੇ ਲਈ ਫਲ ਲੈਣ ਦੇ ਲਈ ਆ ਰਿਹਾ ਹੈ। सच है। 3 ਸਾਲ फल लेने आया। ਪਰ ਉਹ ਕੁਛ ਨਾ ਲੱਭਾ। ਹੁਣ ਉਸ ਫਲ 'ਚ ਆਜਾਲੀ ਉਹ ਵੀ ਆ, ਕਿਸਾਨ ਵੀ ਆ, किसान भी है। ਮਾਲੀ ਵੀ ਰੱਖਿਆ ਉਹਨੇ। ਔਰ ਉਹਨੂੰ ਕਹਿੰਦਾ ਕਿ ਮੈਂ ਤੇ ਤੁਨਾ 3 ਸਾਲ ਹੋ ਗਿਆ ਫਲ ਲੈਣ ਆ ਰਿਹਾ, ਪਰ ਕੁਝ ਦੇ ਹੀ ਨਹੀਂ ਰਿਹਾ। ਇਹ ਵਚਨ ਦੇ ਉੱਤੇ ਕੋਈ ਇਹਦਾ ਸਟੈਂਡ ਹੀ ਨਹੀਂਗਾ। ਔਰ ਜ਼ਿਆਦਾਤਰ ਪਤਾ ਕੀ ਹੁੰਦਾ, ਜਦੋਂ ਤਾਂ ਬੰਦਗੀ 'ਚ ਬਹਿੰਦੇ ਉਦੋਂ ਬੜਾ ਹਾਲੇਲੂਇਆ ਆਮੀਨ। ਜਦੋਂ ਕੋਈ ਪ੍ਰਭੂ ਦਾ ਕੰਮ ਕਰ ਰਿਹਾ ਉਦੋਂ ਕਹਿਣਗੇ ਵੀ ਠੀਕ ਆ, ਪ੍ਰਭੂ ਸਾਡੇ ਕੰਮ ਨੂੰ ਵੇਖ ਰਿਹਾ ਆ। ਪਰ ਜਦੋਂ ਕੋਈ ਮਾੜਾ ਕੰਮ ਕਰ ਰਿਹਾ ਉਦੋਂ ਕਹਿੰਦੇ ਵੀ ਹੁਣ ਕੋਈ ਨਹੀਂ ਵੇਖ ਰਿਹਾ, ਪਰ ਉਹ ਸਦਾ ਵੇਖਦਾ ਰਹਿੰਦਾ ਹੈ। सच। आमीन। ਜੇ ਤੁਸੀਂ ਆਪਣੇ ਕੰਮਾਂ ਕਾਰਾਂ ਤੇ ਹੋ, ਜਦੋਂ ਤੁਸੀਂ ਆਪਣੇ ਵਿਆਹਾਂ ਸ਼ਾਦੀਆਂ ਤੇ ਹੋ, ਸਭ ਜਗ੍ਹਾ ਤੇ ਉਹ ਤੁਹਾਨੂੰ ਦੇਖਦਾ ਹੈ, आमीन। सच। ਹਨਾ, ਵੇਖਦਾ ਰਹਿੰਦਾ ਹੈ। ਹੁਣ ਇਦਾਂ ਹੀ ਉਹਨੇ ਦੇਖਿਆ, ਕਹਿੰਦਾ 3 ਸਾਲ ਤੋਂ ਆ ਰਿਹਾ, ਇਹਦੇ ਕੋਈ ਫਲ ਹੀ ਨਹੀਂ ਗਾ। ਔਰ ਕੁਹਾੜਾ ਗਿਆ,
ਉਸ ਜੜ ਤੇ ਕੁਹਾੜਾ ਗਿਆ ਕੁਹਾੜਾ ਵੱਜਣ ਲੱਗਾ। ਸੱਚ ਹੈ ਉਹਨੇ ਕਿਹਾ ਕਿ ਏਦਾਂ ਕਰ, ਇਹਨੂੰ ਪੁੱਟ ਦੇ, ਉਹ ਬਾਹਰ ਸੁੱਟ ਦੇ। ਆਮੀਨ ਸੱਚ ਹੈ ਇਦਾਂ ਹੀ ਲਿਖਿਆ ਹੈ, ਸੱਚ ਹੈ ਆਮੀਨ ਕਹਿੰਦੇ ਇਹਨੂੰ ਪੁੱਟ ਔਰ ਬਾਹਰ ਸੁੱਟ ਦੇ। ਪਰ ਵਿਚਾਲੇ ਉਹ ਕਿਸਾਨ ਖੜਾ ਹੋ ਗਿਆ। ਆਮੀਨ ਸੱਚ ਹੈ ਕਹਿੰਦਾ ਪ੍ਰਭੂ ਏਦਾਂ ਨਾ ਕਰ। ਸੱਚ ਹੈ ਸਮਾਂ ਕਹਿੰਦਾ ਮੈਂ ਤੁਸੀਂ ਅਗਲੀ ਵਾਰੀ ਆਇਓ ਆਮੀਨ ਔਰ ਅਗਲੀ ਵਾਰੀ ਆਇਓ। ਉਹ ਮੈਂ ਨਾ ਬਾਕੀ ਸਭ ਇਹਨਾਂ ਪਾਸੇ ਮੇਰਾ ਧਿਆਨ ਸੀਗਾ, ਇਹਦੇ ਪਾਸੇ ਹਾਲੇ ਧਿਆਨ ਨਹੀਂ ਹੋ ਸਕਿਆ। ਪ੍ਰਭੂ ਤੂੰ ਥੋੜਾ ਸਮਾਂ ਦੇ। ਮੈਂ ਕਹਿੰਦਾ ਇਹਦੇ ਗਿਰਦ ਖਾਲੀ ਪੁੱਟਾਂਗਾ, ਆਮੀਨ ਮੈਂ ਇਹਦੀ ਮਿੱਟੀ ਪੋਲੀ ਕਰਾਂਗਾ, ਸੱਚ ਹੈ ਮੈਂ ਇਹਦੀਆਂ ਜਿਹੜੀਆਂ ਕਮਜ਼ੋਰ ਟਾਹਣੀਆਂ ਨੇ ਇਹਨਾਂ ਨੂੰ ਕੱਟ ਦੇਵਾਂਗਾ, ਆਮੀਨ ਮੈਂ ਇਹਦੀ ਥੋੜੀ ਸ਼ਾਂਗਾ ਸ਼ਿੰਗਾਈ ਕਰਾਂਗਾ, ਸੱਚ ਹੈ ਮੈਂ ਇਹਦਾ ਪੂਰਾ ਖਿਆਲ ਰੱਖਾਂਗਾ। ਆਮੀਨ ਔਰ ਦੇਖੀ ਤੂੰ ਜਦ ਅਗਲੀ ਵਾਰ ਆਵੇਂਗਾ ਤੇ ਇਹ ਫਲ ਦੇ ਨਾਲ ਭਰਿਆ ਰਹੇਗਾ, ਇਹ ਵਚਨ ਦੇ ਸਾਹਮਣੇ ਆਪਦੇ ਆਪ ਨੂੰ ਨੀਵਾਂ ਕਰ ਲਵੇਗਾ, ਇਹਦੇ ਅੰਦਰ ਪਵਿੱਤਰ ਆਤਮਾ ਦੇ ਗੁਣ ਪ੍ਰਗਟ ਹੋ ਜਾਣਗੇ। ਇਹ ਏਦਾਂ ਦੇ ਸੁਭਾਅ ਨਾਲ ਤੇਰੇ ਸਾਹਮਣੇ ਖੜੇਗਾ ਕਿ ਤੂੰ ਇਹਨੂੰ ਇਹਦੇ ਤੋਂ ਖੁਸ਼ ਹੋ ਕੇ ਤੈਨੂੰ ਬਰਕਤ ਦੇ ਦੇਵੇਂਗਾ। ਕਿਹਨਾਂ ਨੂੰ ਗੱਲ ਸਮਝ ਆਈ? ਜਿੱਦਾਂ ਹੀ ਉਹਨੇ ਏਦਾਂ ਕਿਹਾ, ਅੱਗੋਂ ਉਸ ਪ੍ਰਭੂ ਨੇ ਕੁਛ ਨਹੀਂ ਕਿਹਾ। ਸੱਚ ਹੈ ਆਮੀਨ ਉਹ ਕਹਿੰਦਾ ਠੀਕ ਹੈ ਤੈਨੂੰ ਦਿੰਦੇ ਸਮਾਂ, ਹੋਰ ਲਾ ਲਾ ਸਮਾਂ। ਉਹ ਸਮਾਂ ਮਿਲ ਗਿਆ ਉਹਨੂੰ। ਸੱਚ ਹੈ ਮੈਂ ਦੱਸ ਰਿਹਾ ਵੀ ਕੁਹਾੜਾ ਜੜ ਤੇ ਪੈਣ ਵਾਲਾ ਸੀ, ਸੱਚ ਪੈ ਚੁੱਕਾ ਸੀ, ਸੱਚ ਹੈ ਪਰ ਵਿਚਾਲੇ ਕਿਸਾਨ ਖੜਾ ਹੋ ਗਿਆ। ਆਮੀਨ ਤੁਹਾਨੂੰ ਪਤਾ ਫਲ ਹਵਾ ਨੇ ਖਾਦਾ ਸੀਗਾ, ਸੱਚ ਹੈ ਆਦਮ ਨੇ ਨਹੀਂ ਖਾਦਾ ਸੀਗਾ। ਸੱਚ ਆਦਮ ਨੇ ਹਵਾ ਨੂੰ ਦੇਖ ਕੇ ਖਾਦਾ। ਸੱਚ ਉਹਨੂੰ ਪਤਾ ਸੀ ਕਿ ਮੈਨੂੰ ਪ੍ਰਭੂ ਨਾਸ਼ ਨਹੀਂ ਕਰੇਗਾ, ਆਮੀਨ ਉਹਨੂੰ ਪਤਾ ਸੀ ਕਿ ਮੈਂ ਵਿਚਾਲੇ ਖੜਾ ਹੋ ਜਾਣਾ ਹੈ, ਸੱਚ ਆਮੀਨ ਮੇਰੇ ਕਾਰਨ ਹਵਾ ਦਾ ਵੀ ਬਚਾਅ ਹੋ ਜਾਣਾ ਹੈ। ਆਮੀਨ ਪ੍ਰਭੂ ਸਦਾ ਵਿਚਾਲੇ ਖੜੇ ਹੋਣ ਨੂੰ ਪਸੰਦ ਕਰਦਾ ਹੈ। ਆਮੀਨ ਹਾਲੇਲੂਇਆ। ਹਾਲੇਲੂਇਆ ਬਾਈਬਲ 'ਚ ਲਿਖਿਆ ਵੀ ਆਦਮ ਨੇ ਫਲ ਨਹੀਂ ਖਾਦਾ, ਸੱਚ ਆਮੀਨ ਔਰ ਆਦਮ ਇਸ ਗੱਲ ਨੂੰ ਜਾਣਦਾ ਸੀਗਾ ਕਿ ਇੱਕ ਭਲੇ ਤੇ ਬੁਰੇ ਦੇ ਗਿਆਨ ਦਾ ਵੀ ਬ੍ਰਿਸ਼ ਆ। ਆਮੀਨ ਪਰ ਉਹਦੇ ਤਜਰਬੇ ਨੂੰ ਸੀ ਜਾਣਦਾ ਕਿ ਇਹ ਜਦੋਂ ਖਾ ਲਿਆ ਜਾਂਦਾ ਹੈ ਤਾਂ ਉਹਦਾ ਤਜਰਬਾ ਕੀ ਮਹਿਸੂਸ ਹੁੰਦਾ ਹੈ। ਪਰ ਉਹਦੇ ਆਦਮ ਦੇ ਵਿਚਾਲੇ ਆਉਣ ਨੂੰ ਪ੍ਰਭੂ ਨੇ ਪਸੰਦ ਕੀਤਾ। ਆਮੀਨ ਪੜ੍ਹ ਕੇ ਦੇਖਿਓ, ਆਦਮ ਨੂੰ ਕੋਈ ਸਜ਼ਾ ਨਹੀਂ ਦਿੱਤੀ। ਆਮੀਨ ਕਹਿੰਦਾ ਤੇਰੇ ਕਰਕੇ ਧਰਤੀ ਸਰਾਪਤ ਆ। ਆਮੀਨ ਪੜ੍ਹ ਕੇ ਦੇਖਿਓ, ਇਹ ਸਭ ਭੇਤਾਂ ਦੀਆਂ ਗੱਲਾਂ ਆ ਔਰ ਛੁਪੀਆਂ ਹੋਈਆਂ ਆ। ਹਾਲੇਲੂਇਆ। ਹਾਲੇਲੂਇਆ ਆਦਮ ਨੂੰ ਨਹੀਂ ਕੋਈ ਸ਼ਰਾਪ ਦਿੱਤਾ, ਹਵਾ ਨੂੰ ਸ਼ਰਾਪ ਦਿੱਤਾ, ਸੱਪ ਨੂੰ ਤਾਂ ਪੁੱਛਿਆ ਹੀ ਨਹੀਂ। ਸੱਚ ਆਮੀਨ ਸੱਪ ਦੀ ਤਾਂ ਕੋਈ ਵੀ ਹਾਂ ਵੀ ਤੇਰੇ ਕੋਲ ਬਚਣ ਦਾ ਮੌਕਾ ਹੈ, ਤੇਰੀ ਸਫਾਈ ਸੁਣਦੇ ਆ, ਸਿੱਧਾ ਨਿਆਏ ਸਿੱਧਾ ਹੀ ਨਹੀਂ, ਸਿੱਧਾ ਹੀ ਜੜ ਤੇ। ਬਸ ਨਿਆਏ ਹਾਲੇਲੂਇਆ। ਹਾਲੇਲੂਇਆ ਇਦਾਂ ਦਾ ਹੀ ਪ੍ਰਭੂ ਯਿਸੂ ਮਸੀਹ ਨੇ ਅੱਤ ਪਵਿੱਤਰ ਸਥਾਨ ਛੱਡ ਕੇ ਸਾਡੇ ਲਈ ਆ ਗਿਆ। ਆਮੀਨ ਔਰ ਜਦੋਂ ਉਸ ਕਲਵਰੀ ਕਰੂਸ ਦੇ ਉੱਤੇ ਲਟਕਿਆ ਆਇਆ ਔਰ ਕਹਿੰਦਾ ਕਿ ਹੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ? ਉਹ ਸਾਡੇ ਪਾਪਾਂ ਦਾ ਕਫਾਰਾ ਦੇਣ ਆਇਆ ਸੀ, ਆਮੀਨ ਉਹ ਸਾਡੇ ਪਾਪਾਂ ਦਾ ਮੁੱਲ ਤਾਰਨ ਦੇ ਲਈ ਆਇਆ ਸੀ, ਸੱਚ ਹੈ ਉਹ ਸਾਡੀ ਬਦੀ ਔਰ ਪਰਮੇਸ਼ਰ ਦੇ ਕੁਹਾੜੇ ਦੇ ਵਿਚਾਲੇ ਖੜਾ ਹੋ ਗਿਆ। ਆਮੀਨ ਉਹ ਸਾਡੀ ਬਦੀ, ਸਾਡੇ ਪਾਪ, ਸਾਡੀਆਂ ਗਲਤੀਆਂ ਦੇ ਔਰ ਪਰਮੇਸ਼ਰ ਦੇ ਨਿਆਂ ਦੇ ਵਿਚਾਲੇ ਖੜਾ ਹੋਇਆ। ਆਮੀਨ ਉਹ ਕਹਿੰਦਾ ਮੈਂ ਇਹਨਾਂ ਦੇ ਪਾਪਾਂ ਦਾ ਮੁੱਲ ਤਾਰ ਦਿੰਦਾ ਆ, ਸੱਚ ਹੈ ਇਹਨਾਂ ਦੇ ਪਾਪ ਗੁਨਾਹ ਮੇਰੇ ਉੱਤੇ ਲੱਦ ਦਿੱਤੇ ਜਾਣ ਸੱਚ ਹੈ ਔਰ ਇਹਨਾਂ ਨੂੰ ਏਦਾਂ ਦੀ ਨਿਗਾਹ ਨਾਲ ਦੇਖਿਆ ਜਾਏ ਕਿ ਇਹਨਾਂ ਨੇ ਕਦੇ ਕੋਈ ਪਾਪ ਨਹੀਂ ਕੀਤਾ। ਸੱਚ ਹੈ ਇਹ ਫਲਦਾਇਕ ਬੱਚੇ ਆ। ਆਮੀਨ ਹਾਲੇਲੂਇਆ। ਤੁਹਾਨੂੰ ਪਤਾ ਇੱਕ ਕੁਹਾੜਾ ਸਦੂਮ ਤੇ ਅਮੋਰਾ ਦੇ ਉੱਤੇ ਆਇਆ ਸੱਚ ਹੈ ਔਰ ਪਰਮੇਸ਼ਰ ਪਹਿਲਾਂ ਹੀ ਅਬਰਾਹਾਮ ਦੇ ਕੋਲ ਗਿਆ ਜਿਹੜਾ ਸਮੇਂ ਦਾ ਨਬੀ ਸੀਗਾ ਆਮੀਨ ਔਰ ਕਹਿੰਦਾ ਮੈਂ ਇਹ ਗੱਲ ਆਪਣੇ ਦਾਸ ਅਬਰਾਹਾਮ ਤੋਂ ਕਿੱਦਾਂ ਲੁਕਾਵਾਂ। ਆਮੀਨ ਜਿੱਦਾਂ ਹੀ ਉਹਨੇ ਦੱਸਿਆ ਕਿ ਮੈਂ ਅਸਲ ਦੇ ਵਿੱਚ ਸਦੂਮ ਤੇ ਅਮੋਰਾ ਨੂੰ ਗਰਕ ਕਰਨ ਦੇ ਲਈ ਆਇਆ ਆ, ਉਹ ਗੋ ਵਿਚਾਲੇ ਖੜਾ ਹੋ ਗਿਆ। ਕਹਿੰਦਾ ਨਾ ਪ੍ਰਭੂ ਏਦਾਂ ਨਾ ਕਰੀ, ਆਮੀਨ ਹੈ ਸੱਚ ਹੈ ਏਦਾਂ ਨਾ ਕਰੀ। ਕਹਿੰਦਾ ਜੇ ਤੂੰ ਏਦਾਂ ਕਰ ਦਿੱਤਾ ਨਾ ਤੇ ਲੋਕ ਕੀ ਸੋਚਣਗੇ, ਹਨਾ ਕੁਛ ਏਦਾਂ ਦਾ। ਔਰ ਕਹਿੰਦਾ ਕਿ ਜੇ ਉੱਥੇ 100 ਬੰਦਾ ਵੀ ਤੇਰਾ ਭਗਤ ਨਿਕਲਿਆ, ਇੱਕ ਵਧੀਆ ਫਲਦਾਇਕ ਹੰਜੀਰ ਨਿਕਲਿਆ, ਤੇ ਕੀ ਤੂੰ ਤਾਂ ਵੀ ਨਾਸ਼ ਕਰ ਦੇਗਾ? ਉਹ ਕਹਿੰਦਾ ਜੇ 100 ਨਿਕਲਿਆ ਤੇ ਮੈਂ ਉਹਨਾਂ ਨੂੰ ਬਖਸ਼ ਦਿਆਂਗਾ। ਆਮੀਨ ਕਹਿੰਦਾ ਜੇ 50 ਨਿਕਲੇ, ਗੱਲ ਘੁੰਮਦੀ ਘੁਮਾਦੀ 5 ਤੇ ਆ ਗਈ। ਕਹਿੰਦੇ ਜੇ 5 ਨਿਕਲੇ, ਕਹਿੰਦਾ ਜਾ ਜੇ 5 ਵੀ ਨਿਕਲੇ ਨਾ ਤੇ ਮੈਂ ਪੂਰੇ ਸਦੂਮ ਤੇ ਅਮੋਰਾ ਨੂੰ ਬਖਸ਼ ਦਿਆਂਗਾ। ਪਰ ਬਾਈਬਲ ਬਿਆਨ ਕਰਦੀ ਉਦੋਂ 5 ਵੀ ਨਹੀਂ ਨਿਕਲੇ। ਸਦੂਮ ਤੇ ਅਮੋਰਾ ਦੇ ਉੱਤੇ ਕੁਹਾੜਾ ਵੱਜ ਗਿਆ, ਸਾਰਾ ਸਦੂਮ ਤੇ ਅਮੋਰਾ ਅੱਗ ਤੇ ਗੰਧਕ ਦੇ ਨਾਲ ਗਰਕ ਕਰ ਦਿੱਤਾ ਗਿਆ। ਤੁਹਾਨੂੰ ਪਤਾ ਇਦਾਂ ਦਾ ਵਿੱਚ ਖੜੇ ਹੋਣਾ, ਦਰਾਰ ਦੇ ਵਿੱਚ ਖੜੇ ਹੋਣਾ ਮੂਸਾ ਨੇ ਕੀਤਾ।
ਹਨਾ। ਪ੍ਰਭੂ ਇੰਨਾ ਕੁ ਗੁੱਸੇ 'ਚ ਆ ਗਿਆ ਉਹਨਾਂ ਆਜ਼ਾਦਾਂ ਤੋਂ ਦੁਖੀ ਹੋ ਕੇ, ਕਹਿੰਦਾ ਕਿ ਮੈਂ ਸਾਰਿਆਂ ਨੂੰ ਨਾਸ਼ ਕਰ ਦੇਣਾ ਹੈ। ਪਰ ਮੂਸਾ ਕਹਿੰਦਾ ਕਿ ਪ੍ਰਭੂ ਲੋਕਾਂ ਦਾ ਤੇਰੇ ਤੋਂ ਵਿਸ਼ਵਾਸ ਹਿੱਲ ਜਾਣਾ ਹੀ, ਲੋਕਾਂ ਤੇਰੇ ਤੇ ਵਿਸ਼ਵਾਸ ਨਹੀਂ ਕਰਨਾ ਕਿ ਐਦਾਂ ਦਾ ਪਰਮੇਸ਼ਰ ਆ ਜਿਹੜਾ ਇੱਕ ਦਿਨ ਮਿਸਰ ਦੀ ਗੁਲਾਮੀ 'ਚ ਤਾਂ ਕੱਢ ਲਿਆ ਤੇ ਇਸ ਮਾਰੂਥਲ ਇਸ ਉਜਾੜ ਦੇ ਵਿੱਚ ਲਿਆ ਕੇ ਉਹਨੇ ਆਪਣੇ ਸਭ ਲੋਕਾਂ ਨੂੰ ਇਹਨੇ ਤਬਾਹ ਕਰ ਦਿੱਤਾ, ਮਾਰ ਦਿੱਤਾ। ਕਹਿੰਦਾ ਨਹੀਂ ਪ੍ਰਭੂ ਤੂੰ ਐਦਾਂ ਨਾ ਕਰੀ, ਇਹਨਾਂ ਠੀਕ ਹੋ ਜਾਣਾ ਆ। ਪਰ ਉਹਦੇ ਲਈ ਕੋਈ ਵੇਲ ਦਿੰਦਾ ਆ, ਸਮਾਂ ਦਿੰਦਾ ਆ। ਭੈਣੋ ਤੇ ਪ੍ਰਭੂ ਅੱਜ ਉਹ ਸਮਾਂ ਆ, ਅੱਜ ਅਸੀਂ ਆਪਣੇ ਆਪ ਨੂੰ ਦਰੁਸਤ ਕਰ ਸਕਦੇ ਹਾਂ, ਅਸੀਂ ਆਪਣੇ ਵਿਚਾਰਾਂ ਨੂੰ ਬਦਲ ਸਕਦੇ ਹਾਂ। ਅਗਰ ਅਸੀਂ ਦੁਆ ਕਰਨੀ ਭੁੱਲ ਜਾਂਦੇ ਹਾਂ, ਅਸੀਂ ਦੁਆ ਕਰਨੀ ਰੈਗੂਲਰ ਕਰ ਸਕਦੇ ਹਾਂ, ਹਨਾ। ਸੰਗਤੀ ਤੇ ਵਧੀਆ ਸਮੇਂ ਸਿਰ ਆ ਸਕਦੇ ਹਾਂ, ਅਸੀਂ ਦਾਨ ਦਸਵੰਧ 'ਚ ਵਧੀਆ ਹੋ ਸਕਦੇ ਹਾਂ। ਬਾਕੀ ਸਭ ਚੀਜ਼ਾਂ ਪ੍ਰਭੂ ਦੀਆਂ, ਪ੍ਰਭੂ ਸਭ ਚੀਜ਼ਾਂ ਨੂੰ ਜਾਣਦਾ ਆ, ਹਨਾ। ਕਿੰਨਾਂ ਨੂੰ ਗੱਲ ਸਮਝ ਆਈ ਮੇਰੀ? ਪ੍ਰਭੂ ਨਿਆਈ ਆ, ਔਰ ਉਹ ਬਿਨਾਂ ਚੇਤਾਵਨੀ ਦੇ ਕਦੇ ਨਿਆਂ ਨਹੀਂ ਕਰਦਾ। ਉਹ ਪਹਿਲਾਂ ਆਪਦੀ ਚੇਤਾਵਨੀ ਦਿੰਦਾ ਹੈ। ਆ ਜਿਹੜਾ ਪ੍ਰਚਾਰ ਹੈ ਚੇਤਾਵਨੀ ਆ। ਪ੍ਰਭੂ ਦਾ ਕੁਹਾੜਾ ਇਸ ਸਮੇਂ ਜੜ੍ਹਾਂ ਤੇ ਆ। ਅਗਰ ਕੋਈ ਚੰਗਾ ਫਲ ਨਹੀਂ ਦੇ ਰਿਹਾ, ਹਾਲੇ ਵੀ ਉਹਦੇ ਕੋਲ ਸਮਾਂ ਆ। ਉਹ ਆਪਦਾ ਬਚਾਅ ਕਰ ਸਕਦਾ ਹੈ, ਉਹ ਆਪਦੇ ਬੱਚਿਆਂ ਨੂੰ ਸਹੀ ਕਰ ਸਕਦਾ ਹੈ, ਉਹ ਆਪਣੇ ਪਤੀਆਂ ਨੂੰ ਸਹੀ ਤਰੀਕੇ ਨਾਲ ਕਰ ਸਕਦੇ ਹਨ, ਉਹ ਆਪਣੀਆਂ ਪਤਨੀਆਂ ਨੂੰ ਸਹੀ ਤਰੀਕੇ ਦੇ ਨਾਲ ਕਰ ਸਕਦੇ ਹਨ। ਪ੍ਰਭੂ ਦਾ ਕੁਹਾੜਾ ਕਿਸੇ ਦਾ ਪੱਖਪਾਤ ਨਹੀਂ ਕਰਦਾ। ਬੰਦੇ ਦੀ ਔਕਾਤ ਕੀ ਆ ਕਿ ਉਹਦੇ ਕੁਹਾੜੇ ਨੂੰ ਬਦਲ ਸਕੇ? ਇਹ ਉਹਦੀ ਕਿਰਪਾ ਆ ਜੋ ਬਚਾ ਕਰੇ ਤਾਂ ਕਰੇ। ਕਿਹਨਾਂ ਨੂੰ ਗੱਲ ਸਮਝ ਆਈ? ਤੁਹਾਨੂੰ ਪਤਾ ਇੱਕ ਕੁਹਾੜਾ ਪੌਲੁਸ ਕੋਲੇ ਸੀ, ਹੈ ਉਹ ਮਸੀਹਾਂ ਨੂੰ ਮਾਰ ਰਿਹਾ ਸੀ, ਪਰ ਪ੍ਰਭੂ ਨੇ ਅਸਲੀ ਕੁਹਾੜਾ ਉਹਦੇ ਹੱਥ 'ਚ ਫੜਾ ਦਿੱਤਾ। ਹਾਲੇਲੂਇਆ। ਆਓ ਕੁਛ ਏਦਾਂ ਦਾ ਕਰਕੇ ਦਿਖਾਈਏ ਕਿ ਪ੍ਰਭੂ ਸਾਡੇ ਪਰਿਵਾਰਾਂ ਨੂੰ, ਸਾਡੇ ਘਰਾਂ ਨੂੰ, ਸਾਡੇ ਜੀਵਨ ਨੂੰ ਫਲਦਾਇਕ ਬਣਾਵੇ। ਕੁਝ ਏਦਾਂ ਦੇ ਬ੍ਰਿਕਸ਼, ਕੁਛ ਏਦਾਂ ਦੇ ਪੇੜ ਸਾਨੂੰ ਬਣਾਏ ਕਿ ਕੁਝ ਲੰਘਦੇ ਟੱਪਦੇ ਪੰਛੀ ਆ ਕੇ ਉਹਦੇ ਤੇ ਆਪਣਾ ਘਰ ਬਣਾ ਸਕਣ, ਸਾਡੀ ਛਾਇਆ ਲੈ ਸਕਣ, ਸਾਡੇ ਫਲ ਨੂੰ ਖਾ ਸਕਣ। ਕਿਹਨਾਂ ਨੂੰ ਗੱਲ ਸਮਝ ਆ ਰਹੀ? ਕੁਛ ਏਦਾਂ ਦਾ ਕਰਕੇ ਦਿਖਾਈਏ। ਮਸੀਹਤ ਦੂਸਰਿਆਂ ਦੇ ਲਈ ਜੀਣਾ ਆ। ਇਹ ਫਲ ਜਦੋਂ ਅੰਦਰ ਆਉਂਦਾ ਆ, ਫਿਰ ਦੂਸਰਿਆਂ ਦੀ ਭਲਾਈ ਕਰਦਾ ਆ, ਦੂਸਰਿਆਂ ਦੇ ਲਈ ਵਧੀਆ ਕਰਦਾ ਆ, ਦੂਸਰਿਆਂ ਦੇ ਸਾਹਮਣੇ ਨੀਵਾਂ ਹੋ ਜਾਂਦਾ ਹੈ, ਦੂਸਰੇ ਦੇ ਸਾਹਮਣੇ ਆਪਦੇ ਆਪ ਨੂੰ ਨਰਮ ਬਣਾ ਲੈਂਦਾ ਹੈ। ਤਦ ਤੱਕ ਕੋਈ ਨਰਮ ਨਹੀਂ ਬਣਦਾ ਜਦ ਤੱਕ ਅੰਦਰ ਆ ਨਹੀਂ ਜਾਂਦਾ, ਜਦ ਤੱਕ ਉਹਦਾ ਗੁਣ ਅੰਦਰ ਨਹੀਂ ਆ ਜਾਂਦਾ। ਕੁਝ ਲੋਕ ਆ ਜਾਂਦੇ ਆਪਦੇ ਆਪ ਨੂੰ ਕਹਿੰਦੇ ਮਸੀਹ ਆ, ਪਰ ਐ ਆਕੜੇ ਰਹਿੰਦੇ ਆ, ਐ ਆਪਦੇ ਆਪ ਨੂੰ ਚਲਾਉਂਦੇ ਆ ਕਿ ਜਿੱਦਾਂ ਅਸ਼ੋਕ ਸਮਰਾਟ ਹੀ ਮੈਂ ਆ, ਮੋਦੀ ਦਾ ਪਿਓ ਮੈਂ ਆ, ਸਭ ਤੋਂ ਵੱਡਾ ਲੀਡਰ ਹੀ ਮੈਂ ਆ, ਹਨਾ। ਇਹ ਸਭ ਚੀਜ਼ਾਂ ਜਾਂਦੀਆਂ ਰਹਿਣੀਆਂ ਆ ਅਗਰ ਤੁਸੀਂ ਪ੍ਰਭੂ ਦੀ ਇੱਛਾ ਦੇ ਨਾਲ ਭਗਤੀ ਕਰੋਗੇ, ਪ੍ਰਭੂ ਦੇ ਇਰਾਦੇ ਦੇ ਨਾਲ ਅਗਰ ਵਧੋਗੇ। ਪ੍ਰਭੂ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਘਰਾਣਿਆਂ ਨੂੰ, ਤੁਹਾਡੇ ਬਾਲ ਬੱਚਿਆਂ ਨੂੰ ਬਰਕਤ ਦੇਗਾ। ਇਹ ਅਸਲੀ ਤਰੀਕਾ ਆ ਪ੍ਰਭੂ ਤੋਂ ਬਰਕਤ ਲੈਣ ਦਾ। ਤੁਸੀਂ ਕੋਈ ਵੀ ਭੈਣ ਭਰਾ ਅਗਰ ਦੁਆ ਕਰਾਉਣਾ ਚਾਹੁੰਦਾ ਆ, ਕੁਛ ਵੀ ਆ, ਕਦੇ ਚੈੱਕ ਕਰਕੇ ਦੇਖੋ ਕਿ ਮੇਰਾ ਇਕਰਾਰ ਪ੍ਰਭੂ ਦੇ ਨਾਲ ਸਹੀ ਹੈ, ਮੇਰਾ ਪ੍ਰਭੂ ਦੇ ਨਾਲ ਚੱਲਣ ਦਾ ਤਰੀਕਾ ਸਹੀ ਹੈ, ਤਰੀਕਾ ਸਹੀ ਆ, ਫਿਰ ਜੋ ਵੀ ਦੁਆ ਕਰੋਗੇ ਤੁਹਾਡੀ ਸੁਣ ਲਈ ਜਾਏਗੀ। ਕਦੇ ਐਦਾਂ ਐਕਸਪੈਰੀਮੈਂਟ ਨਾ ਕਰੋ ਕਿ ਚਲੋ ਕਰਕੇ ਵੇਖਦੇ ਆ ਪ੍ਰਭੂ ਸੁਣਦਾ ਕਿ ਨਹੀਂ ਸੁਣਦਾ। ਕਈ ਐਕਸਪੈਰੀਮੈਂਟ ਕਰਦੇ ਕਿ ਜੇ ਸੁਣ ਲਈ ਤਾਂ ਵੀ ਠੀਕ ਆ, ਜੇ ਨਾ ਸੁਣੀ ਤਾਂ ਫਿਰ ਪਾਸਟਰ ਨੂੰ ਕਹਿ ਦਾਂਗੇ ਉਹਦੀ ਤਾਂ ਸੁਣ ਹੀ ਲੈਣੀ ਹੈ, ਤੇ ਜੇ ਨਾ ਸੁਣੀ ਤਾਂ ਪਾਸਟਰ ਨੂੰ ਲੈ ਤੁਹਾਡੀ ਨਹੀਂ ਸੁਣੀ, ਹਨਾ। ਪਾਸਟਰ ਸਭਨਾਂ ਦੇ ਲਈ ਦੁਆਵਾਂ ਕਰਨਾ ਚਾਹੁੰਦੇ, ਪਾਸਟਰ ਸਭਨਾਂ ਨੂੰ ਬਚਾਉਣਾ ਚਾਹੁੰਦਾ, ਔਰ ਪਾਸਟਰ ਤਾਂ ਇਦਾਂ ਦਾ ਚਾਹੁੰਦਾ ਕਿ ਸਾਰੀ ਦੁਨੀਆ ਹੀ ਸਵਰਗ 'ਚ ਚਲੀ ਜਾਏ, ਹਨਾ। ਸਾਰੀ ਦੁਨੀਆ ਕਿੱਥੇ ਚਲੀ ਜਾਏ? ਔਰ ਇੱਕ ਤਾਂ ਮੈਂ ਸੁਣੀ ਗਵਾਹੀ, ਕਦੇ ਕੋਈ ਪਾਸਟਰ ਸੀਗਾ ਤੇ ਉਹ ਕਹਿੰਦਾ ਉਹ ਇੰਨੇ ਕੁ ਤਾਂ ਮੈਂ ਨਾ ਵੈਸੇ ਹੀ ਕਹਿੰਦਾ ਮੈਂ ਉਡਾ ਕੇ ਲੈ ਜਾਣੇ ਨੇ, ਮੇਰੇ 'ਚ ਸਾਮਰਥ ਹੀ ਇੰਨੀ ਕਿਆ। ਇਦਾਂ ਕਿੱਦਾਂ ਹੋਵੇਗਾ ਭਰਾਵਾ?
ਸਾਨੂੰ ਦੱਸ ਤੂੰ ਕਿਹੜਾ ਜਹਾਜ਼ ਬਣਾਇਆ ਈ? ਅਸੀਂ ਬਣਾ ਲਈਏ ਹੈਨਾ। ਸਭ ਗਲਤ ਚੀਜ਼ਾਂ ਆ। ਪਾਸਟਰ ਬੰਦੇ ਏਦਾਂ ਦੇ ਤਰੀਕੇ ਕਰ ਰਹੇ ਹੈਨਾ। ਪਤਾ ਜਿਹੜੀ ਜਨ ਪਾਪ ਕਰੇਗੀ ਸੋ ਮਰੇਗੀ, ਮਰਨਾ ਪੈਣਾ ਉਹਨੂੰ। ਔਰ ਏਦਾਂ ਆ ਕਿ ਰੈਪਚਰ 'ਚ ਸਾਰਿਆਂ ਨੇ ਜਾਣਾ। ਜੇ ਸਵਰਗ 'ਚ ਹੀ ਸਾਰਿਆਂ ਨੇ ਚਲੇ ਜਾਣਾ ਤੇ ਨਰਕ ਕਿੰਨਾ ਲਈ ਬਣਾਇਆ ਹੈਨਾ। ਜੇ ਪ੍ਰਭੂ ਨੇ ਕੁਹਾੜਾ ਰੱਖਿਆ ਨਾ ਤਾਂ ਕਿਸੇ ਕੰਮ ਦੇ ਲਈ ਰੱਖਿਆ ਆ। ਕਈਆਂ ਦੀ ਜੜ੍ਹਾਂ ਨੂੰ ਖੇੜਨ ਦੇ ਲਈ ਰੱਖਿਆ ਆ, ਕਈਆਂ ਦੇ ਨਿਆਂ ਦੇ ਲਈ ਰੱਖਿਆ ਉਹਨੇ ਹੈਨਾ। ਪਰ ਅਸੀਂ ਉਹਦੇ ਨਿਆਂ ਦੇ ਵਿੱਚ ਨਹੀਂ ਖੜੇ ਹੋ ਸਕਦੇ। ਭਾਈ ਬ੍ਰੈਨਮ ਕਹਿੰਦਾ ਕਿ ਮੈਨੂੰ ਭਾਵੇਂ ਪੋਟਾ ਪੋਟਾ ਕਰਕੇ ਚੀਰ ਦਿੱਤਾ ਜਾਏ ਮੈਂ ਜਰ ਜਾਵਾਂਗਾ। ਕਹਿੰਦਾ ਅਗਰ ਮੇਰੇ ਸਰੀਰ ਨੂੰ ਮਸ਼ੀਨ ਗਨ ਦੇ ਸਾਹਮਣੇ ਖੜਾ ਕਰਕੇ ਛੰਨੀ ਛੰਨੀ ਕਰ ਦਿੱਤਾ ਜਾਏ ਮੈਂ ਜਰ ਜਾਵਾਂਗਾ। ਪਰ ਕਹਿੰਦਾ ਜਿਹੜਾ ਚਿੱਟਾ ਸਗਾਸ਼ਣ ਆ, ਕਹਿੰਦਾ ਮੈਂ ਇਹਦੇ ਸਾਹਮਣੇ ਖੜਾ ਨਹੀਂ ਹੋ ਸਕਦਾ, ਕਿਉਂਕਿ ਉਹ ਜਗ੍ਹਾ ਤੇ ਕਿਸੇ ਦਾ ਪੱਖਪਾਤ ਨਹੀਂ ਕੀਤਾ ਜਾਣਾ। ਧਰਤੀ ਦੇ ਉੱਤੇ ਅਸੀਂ ਜ਼ਰੂਰ ਤੁਹਾਡਾ ਆਦਰ ਕਰਦੇ ਹਾਂ, ਸਭ ਪੱਖਾਂ 'ਚ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ, ਇੱਕ ਦੂਸਰੇ ਚਾਹੁੰਦੇ ਆ ਕਿ ਚਲੋ ਕੋਈ ਨਹੀਂ ਇੱਕ ਦਿਨ ਸਹੀ ਹੋ ਜਾਣਾ ਹੈ। ਪਰ ਉਸ ਜਗ੍ਹਾ ਤੇ ਕੋਈ ਪੱਖਪਾਤ ਨਹੀਂ ਹੈ ਭੈਣ ਭਰਾਓ। ਬਿਨਾਂ ਪੱਖਪਾਤ ਦੇ ਉੱਥੇ ਨਿਆਂ ਹੁੰਦੇ ਆ। ਅੱਜ ਨਿਆਂ ਆ ਤੁਹਾਡੇ ਸਾਹਮਣੇ ਜਿਹੜਾ ਪ੍ਰਚਾਰਿਆ ਗਿਆ। ਅਗਰ ਤੁਸੀਂ ਫਲਦਾਇਕ ਨਹੀਂ ਹੋ ਤੇ ਆਪਣੇ ਅੰਦਰ ਫਲ ਦੀ ਇੱਛਾ ਕਰੋ। ਪ੍ਰਭੂ ਤੋਂ ਮੰਗੋ ਕਿ ਪ੍ਰਭੂ ਮੈਂ ਫਲਦਾਇਕ ਨਹੀਂ ਬਣ ਰਿਹਾ, ਤੂੰ ਮੇਰੀ ਬੇਪ੍ਰਤੀਤੀ ਦਾ ਇਲਾਜ ਕਰ, ਤੂੰ ਮੈਨੂੰ ਆਪਣੇ ਵਚਨ ਦੇ ਨਾਲ ਨਾਲ ਚੱਲਣ ਦੀ ਤੌਫੀਕ ਬਖਸ਼, ਤੂੰ ਮੇਰੇ ਅੰਦਰ ਰੋਜ਼ਾ ਜ਼ਿੰਦਗੀ ਬਖਸ਼, ਤੂੰ ਮੇਰੇ ਅੰਦਰ ਉਹ ਪ੍ਰਭੂ ਭੋਜ ਲੈਣ ਵਾਲੀ ਭਾਵਨਾ ਲਿਆ। ਮੈਂ ਦੇਖ ਰਿਹਾ 4-5 ਹਫ਼ਤੇ ਹੋ ਗਏ ਕਿਸੇ ਨੇ ਨਾਂ ਨਹੀਂ ਲਿਆ ਭਾਈ ਜੀ ਪ੍ਰਭੂ ਭੋਜ ਵੀ ਕਰੀਏ, ਕਿਸੇ ਦੀ ਇੱਛਾ ਨਹੀਂ। ਭਾਈ ਨੇ ਲਿਆ ਨਾਮ ਹੈਨਾ। ਕਈ ਵਿੱਚੋਂ ਨਾਮ ਲੈਂਦੇ ਆ ਵੀ ਇਹਦਾ ਮਤਲਬ ਆ ਵੀ ਸਾਰੇ ਇੱਕੋ ਜਿਹੇ ਨਹੀਂ ਗਏ ਹੈਨਾ, ਕੋਈ ਨਾ ਕੋਈ ਫਰਕ ਹੈ ਸਭਨਾਂ 'ਚ। ਪ੍ਰਭੂ ਨੇ ਜਿੱਦਾਂ ਨੇਚਰ ਸਭਨਾਂ ਨੂੰ ਵੰਡ ਕੇ ਦਿੱਤੀ ਹੈ, ਕਿਸੇ ਨੂੰ ਬਹੁਤ ਹੀ ਕਿਸੇ ਨੂੰ ਜ਼ਿਆਦਾ ਹੈਨਾ। ਕਦੇ ਏਦਾਂ ਵੇਖਿਆ ਕਿ ਹਰੇਕ ਬ੍ਰਿਸ਼ ਨੂੰ ਇੱਕੋ ਜਿਹਾ ਫਲ ਲੱਗਾ, ਜਿੰਨੇ ਕਿਲੋ ਉਹਦਾ ਆ ਉਨੇ ਹੀ ਉਹਨੂੰ ਹੈਨਾ ਫਲ ਲੱਗੇ, ਵੰਡ ਕੇ ਦਿੰਦਾ ਸਭਨਾਂ ਨੂੰ। ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਮੈਂ ਜੋ ਗੱਲ ਕਰਨਾ ਚਾਹੁੰਦਾ ਸੀ ਮੈਂ ਕੀਤੀ ਆ। ਮੈਂ ਕਹਿਣਾ ਚਾਹੁੰਦਾ ਆ ਕਿ ਅਗਰ ਤੁਸੀਂ ਪ੍ਰਭੂ 'ਚ ਆਏ ਹੋ, ਉਹ ਸਭ ਧਰਮਾਂ 'ਚੋਂ ਨਿਕਲ ਕੇ, ਉਹਨਾਂ ਸਭ ਬੁਰੀਆਂ ਗੱਲਾਂ 'ਚੋਂ ਨਿਕਲ ਕੇ, ਉਹ ਸਭ ਛੂਹ ਛੜਾਕਿਆਂ ਦੇ ਇਰਾਦਿਆਂ ਤੋਂ ਨਿਕਲ ਕੇ ਫਿਰ ਇੱਥੇ ਆਏ ਹੋ ਤੇ ਇੱਕ ਵਚਨ ਦਾ ਹਿੱਸਾ ਬਣ ਕੇ ਦੇਖੋ। ਤੁਹਾਨੂੰ ਗਰੰਟੀ ਦਿੰਦਾ ਆ 6 ਮਹੀਨੇ ਉਹਦੇ ਨਾਲ ਵਫਾਦਾਰੀ ਨਾਲ ਚੱਲ ਕੇ ਦੇਖੋ, ਜ਼ਿਆਦਾ ਨਹੀਂ। ਫਿਰ ਤੁਹਾਡਾ ਜੋ ਇਰਾਦਾ ਹੋਵੇ ਉਹ ਮੰਨ ਲਿਓ। 6 ਮਹੀਨੇ ਆਪਣਾ ਦਾਨ ਦਸਵੰਧ ਪੂਰਾ, ਸੰਡੇ ਮੀਟਿੰਗ 'ਚ ਬਿਲਕੁਲ ਦੁਰਸਤ ਤਰੀਕੇ ਨਾਲ ਸਭ ਪੱਖਾਂ 'ਚ ਵਧੀਆ ਚੱਲ ਕੇ ਦਿਖਾਓ। ਫਿਰ ਦੇਖੋ ਤੁਹਾਡੇ ਘਰਾਂ 'ਚ ਬਰਕਤ ਆਉਂਦੀ ਕਿ ਨਹੀਂ। ਫਿਰ ਤੁਹਾਨੂੰ ਪ੍ਰਭੂ ਚੈੱਕ ਕਰਦਾ ਕਿ ਨਹੀਂ ਕਰਦਾ, ਕਿਉਂਕਿ ਉਹ ਸੱਚਮੁੱਚ ਕੰਮ ਕਰਦਾ ਆ। ਉਹ ਸੱਚਮੁੱਚ ਕੁਝ ਸਾਨੂੰ ਦੇਣਾ ਚਾਹੁੰਦਾ ਆ, ਪਰ ਕਈਆਂ ਦਾ ਉਹ ਲੈਣ ਦਾ ਤਰੀਕਾ ਹੀ ਨਹੀਂ ਹੈ। ਆਹ ਅਸਲ ਤਰੀਕਾ। ਉਹਦੇ ਨਾਲ ਵਫਾਦਾਰ ਬਣੇ ਰਹੋ, ਵਫਾਦਾਰੀ ਨਾਲ ਚੱਲੋ ਤੇ ਪ੍ਰਭੂ ਤੁਹਾਨੂੰ ਬਰਕਤ ਦੇਗਾ। ਆਓ ਸਭ ਸਿਰਾਂ ਝੁਕਾਉਂਦੇ ਅੱਖਾਂ ਬੰਦ ਕਰਦੇ। ਇਹ ਸਭ ਅੱਖਾਂ ਬੰਦ ਕਰ ਲੈਂਦੇ ਨੇ, ਇਹ ਸਭ ਅੱਖਾਂ ਬੰਦ ਕਰ ਲੈਂਦੇ ਆ, ਇਹ ਸਭ ਅੱਖਾਂ ਬੰਦ ਕਰ ਲੈਂਦੇ ਆ। ਔਰ ਹਾਲੇ ਵੀ ਤੁਹਾਡੇ ਕੋਲ ਸਮਾਂ ਆ। ਜਿਹੜੇ ਕੋਈ ਪ੍ਰਭੂ ਦੇ ਨਾਲ ਵਫਾਦਾਰੀ ਦੇ ਨਾਲ ਚੱਲਣਾ ਚਾਹੁੰਦਾ ਆ, ਯਾਦ ਰੱਖੇ ਕਿ ਉਹਦਾ ਕੁਹਾੜਾ ਕੰਮ ਕਰਦਾ ਆ। ਐਦਾਂ ਨਹੀਂ ਕਿ ਉਹ ਮਾਰਨਾ ਕਿਤੇ ਹੋਰ ਚਾਹੁੰਦਾ ਸੀ ਤੇ ਵੱਜ ਕਿਤੇ ਹੋਰ ਗਿਆ। ਉਹ ਟਿਕਾਣੇ ਸਿਰ ਨਿਸ਼ਾਨੇ ਲਾਉਂਦਾ ਆ। ਇਸ ਲਈ ਉਹਦੇ ਕੁਹਾੜੇ ਤੋਂ ਬਚੀਏ, ਪਰ ਆਪਣੇ ਆਪ ਨੂੰ ਵਫਾਦਾਰੀ ਵਾਲਾ ਜੀਵਨ ਬਤੀਤ ਕਰੀਏ। ਮਿਹਰਬਾਨ ਸਵਰਗੀ ਪਿਤਾ ਯਿਸੂ ਨਾਸਰੀ, ਪ੍ਰਭੂ ਜਦ ਤੂੰ ਇਸ ਸੰਦੇਸ਼ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕੀਤੀ ਹੈ, ਪਰ ਇਹ ਵੀ ਕਿ ਪ੍ਰਭੂ ਜਦ ਤੂੰ ਸਾਡੇ ਤੋਂ ਵਫਾਦਾਰੀ ਚਾਹੁੰਦਾ ਹੈ, ਪ੍ਰਭੂ ਤੂੰ ਕਦੀ ਇਹ ਨਹੀਂ ਚਾਹੁੰਦਾ ਕਿ ਲੋਕ ਤੇਰੇ ਹੋਣ ਪਰ ਉਹਨਾਂ ਦੇ ਅੰਦਰ ਤੇਰਾ ਸੁਭਾਅ ਹੀ ਨਾ ਹੋਵੇ, ਉਹਨਾਂ ਦੇ ਅੰਦਰ ਤੇਰਾ ਜੀਵਨ ਹੀ ਨਾ ਹੋਵੇ। ਪ੍ਰਭੂ ਤੂੰ ਇੱਕ ਏਦਾਂ ਦੀ ਲਾੜੀ, ਇੱਕ ਏਦਾਂ ਦੇ ਲੋਕ ਚਾਹੁੰਦਾ ਜਿਹੜੇ ਵਫਾਦਾਰੀ ਦੇ ਨਾਲ ਤੇਰੇ ਨਾਲ ਖੜੇ ਰਹਿਣ। ਸਭ ਅੱਖਾਂ ਬੰਦ ਕਰ ਲੈਂਦੇ ਆ। ਪ੍ਰਭੂ ਤੂੰ ਏਦਾਂ ਦੇ ਚਾਹੁੰਦਾ ਆ ਕਿ ਜਿਹੜੇ ਬਿਲਕੁਲ ਜਿਹੜੇ ਵਧੀਆ ਔਰ ਸਾਫ਼ ਤਰੀਕੇ ਨਾਲ ਤੇਰੇ ਸਾਹਮਣੇ ਚੱਲਦੇ ਹਨ। ਤੂੰ ਏਦਾਂ ਦੇ ਲੋਕਾਂ ਨੂੰ ਪਸੰਦ ਕਰਦਾ ਹੈ ਪ੍ਰਭੂ, ਔਰ ਉਹਨਾਂ ਨੂੰ ਆਜ਼ਾਦੀ ਬਖਸ਼ਦਾ ਹੈ ਪ੍ਰਭੂ। ਅਗਰ ਕੋਈ ਭੈਣ ਭਰਾ ਅੱਜ ਵੀ ਆਪਣੇ ਆਪ ਨੂੰ ਪ੍ਰਭੂ ਇਸ ਜਗ੍ਹਾ ਤੇ ਬਹਿ ਕੇ ਦਰੁਸਤ ਕਰ ਲੈਣਾ ਚਾਹੁੰਦਾ ਹੈ, ਪ੍ਰਭੂ ਤੂੰ ਉਹਨਾਂ ਨੂੰ ਆਪਣਾ ਵਧੀਆ ਇਰਾਦਾ ਬਖਸ਼,
ਉਹ ਮਹਾਨ ਯੋਜਨਾ ਬਖਸ਼ ਕਿ ਜਿਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰ ਸਕਣ ਪ੍ਰਭੂ। ਤੂੰ ਇੱਕ ਇੱਕ ਭੈਣ ਭਰਾ ਦੇ ਜੀਵਨ ਦੇ ਉੱਤੇ ਦਇਆ ਕਰ ਪ੍ਰਭੂ, ਤੂੰ ਰਹਿਮ ਕਰ ਪ੍ਰਭੂ। ਧੰਨਵਾਦ ਹੋ ਪ੍ਰਭੂ। है क्या ही मुबारक है ओ आदमी जो सलाते शरीरां दी चलदा नहीं, जो सलाते शरीरां दी चलदा नहीं, है क्या ही मुबारक है ओ आदमी, है क्या ही जो सलाते शरीरां दी चलदा नहीं, जो सलाते शरीरां दी चलदा नहीं। और उस बूटे उस बूटे वांगर हरे जो नैना दे उते लगया होया, जो नहरा दे उते लगया होया। क्या ही मुबारक है वो आदमी, है क्या ही मुबारक है वो आदमी, जो सलाते शरीरां दी चलदा नहीं, जो सलाते शरीरां दी चलदा नहीं। ओ सब अपने कम्मां च पड़ा, ओ सब अपने कम्मां च पड़ा, अगला समा पाई दिया। हालेलुया सच है, आमीन। सच है कि भैन दे गीत बहुत प्यारा गया। अपनी सलावां नाल नहीं चलना, अपने शरीर दियां जो अपने शरीर गवाही करदा उंदे नाल नहीं चलना, क्योंकि बाइबल च लिखिया शरीर दी ते आत्मा